होकर इस धरती पर चले गए। आमीन। हालेलुया। हालेलुया। पर ये नहीं कि ਅਸੀਂ ਉਹਨਾਂ ਵਿੱਚੋਂ ਬੜੇ ਸੋਹਣੇ ਹਾਂ ਜਾਂ ਅਮੀਰ ਹਾਂ ਜਾਂ ਵਧੀਆ ਹਾਂ। ਇਹ ਪ੍ਰਭੂ ਦੀ ਕਿਰਪਾ ਨੇ ਸਾਨੂੰ ਸੰਭਾਲ ਕੇ ਰੱਖਿਆ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਔਰ ਇਹ ਬਹੁਤ ਵਧੀਆ ਗੱਲ ਹੈ ਕਿ ਜਿੱਦਾਂ ਆਪਾਂ ਇੱਕ ਦਿਨ ਪਹਿਲਾਂ ਇੱਕ ਸੰਗਤੀ ਦੇ ਵਿੱਚ ਸੀ ਜਿਹੜੀ ਆਪਾਂ ਨਵੇਂ ਸਾਲ ਦੀ ਸੰਗਤੀ ਕੀਤੀ ਹੈ ਔਰ ਉਹਦੇ ਵਿੱਚ ਬਹੁਤ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ ਹੈ, ਆਪਣੇ ਦਾਨ ਦਿੱਤੇ ਹਨ, ਫੰਡ ਦਿੱਤਾ ਹੈ ਔਰ ਮੈਂ ਉਹਨਾਂ ਸਭ ਭੈਣ ਭਰਾਵਾਂ ਦੇ ਲਈ ਬੜਾ ਸ਼ੁਕਰਗੁਜ਼ਾਰ ਹਾਂ। ਬਹੁਤ ਵਧੀਆ ਲੱਗਿਆ ਮੈਨੂੰ ਕਿ ਸਾਰੇ ਸਹਿਯੋਗੀ ਭੈਣ ਭਰਾਵਾਂ ਦੇ ਲਈ ਮੈਂ ਤਹਿ ਦਿਲ ਤੋਂ ਬੜਾ ਧੰਨਵਾਦੀ ਹਾਂ ਔਰ ਖਾਸ ਕਰਕੇ ਭਾਈ ਗਜੂ ਉਹਦੇ ਪਰਿਵਾਰ ਦੇ ਲਈ, ਭਾਈ ਦੇਵ ਉਹਦੇ ਪਰਿਵਾਰ ਦੇ ਲਈ ਬਹੁਤ ਧੰਨਵਾਦੀ ਹਾਂ। ਆਮੀਨ ਆਮੀਨ। ਜੀ ਇਹਨਾਂ ਨੇ ਜੋ ਕਰਕੇ ਦਿਖਾਇਆ ਕਾਬਿਲ ਤਾਰੀਫ ਹੈ। ਭਾਵੇਂ ਕਿ ਇਹ ਜਗ੍ਹਾ ਤੇ ਅਸੀਂ ਮੰਨਦੇ ਹਾਂ ਕਿ ਸਾਰੀਆਂ ਗੱਲਾਂ ਦੇ ਵਿੱਚ ਆਦਰ ਮਾਨ ਸਮਰਥਾ ਔਰ ਧੰਨਵਾਦ ਦੇ ਯੋਗ ਸਿਰਫ ਪ੍ਰਭੂ ਆ, ਪਰ ਸੱਚਮੁੱਚ ਜਦੋਂ ਕੋਈ ਭੈਣ ਭਰਾ ਇੱਕ ਵਧੀਆ ਕੰਮ ਕਰਕੇ ਦਿਖਾਉਂਦਾ ਹੈ ਤਾਂ ਦਿਲ ਕਰਦਾ ਆ ਕਿ ਇਸ ਪੁਲਪਟ ਤੋਂ ਉਹਦੀ ਪ੍ਰਸ਼ੰਸਾ ਕਰੀਏ। ਆਮੀਨ। ਹਾਲੇਲੂਇਆ। ਹਾਲੇਲੂਇਆ। ਜੀ ਭਾਈ ਗਜੂ ਹਰਾਂ ਨੇ, ਭਾਈ ਦੇਵ ਨੇ, ਇਹਨਾਂ ਨੇ ਬਹੁਤ ਵਧੀਆ ਕਰਕੇ ਦਿਖਾਇਆ ਕਿ ਸਾਰਿਆਂ ਦਾ ਖਾਣਾ ਬਣਾਇਆ ਔਰ ਗਰਮ ਗਰਮ ਰੋਟੀਆਂ ਖਵਾਈਆਂ ਔਰ ਵਧੀਆ ਸੀ ਸਾਰਾ ਕੁਝ। ਔਰ ਉਹ ਸੱਚ ਹੈ ਗੱਲ, ਭਾਈ ਕਹਿੰਦਾ ਕਿ ਭਾਈ ਭੋਲੇ ਨੂੰ ਕਿਤੇ ਕਿਹਾ ਕਿ ਮੈਂ ਤੁਹਾਨੂੰ ਐਦਾਂ ਦੀ ਚੀਜ਼ ਖਵਾਉਣੀ ਆ ਜਿਹੜੀ ਅੱਜ ਤੱਕ ਕਿਸੇ ਨੇ ਬੰਦਗੀ ਚ ਨਹੀਂ ਖਾਧੀ ਹੋਣੀ, ਹੈਨਾ। ਤੇ ਸੱਚ ਹੈ, ਬਹੁਤ ਵਧੀਆ ਗੱਲ ਹੈ ਕਿ ਜਦੋਂ ਏਦਾਂ ਕੰਮ ਵਧੀਆ ਹੁੰਦਾ ਹੈ ਤੇ ਦਿਲ ਕਰਦਾ ਉਸ ਗੱਲ ਦੀ ਪ੍ਰਸ਼ੰਸਾ ਕਰੀਏ। ਹਾਲੇਲੂਇਆ। ਹਾਲੇਲੂਇਆ। ਔਰ ਭਾਈ ਬੱਬੂ ਨੇ ਬਹੁਤ ਕੰਮ ਕੀਤਾ ਕੱਲ, ਭਾਈ ਭੋਲੇ ਨੇ ਵੀ ਬਹੁਤ ਕੰਮ ਕੀਤਾ। ਪ੍ਰਭੂ ਇਹਨਾਂ ਭਾਈਆਂ ਨੂੰ ਵੀ ਬਹੁਤ ਬਰਕਤ ਦੇਵੇ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਆਪਦੇ ਆਪ ਤੇ ਧਿਆਨ ਕਰਨ ਕਿ ਆਪਣੇ ਸਾਰੇ ਆਪਾਂ ਇੱਕ ਟੀਮ ਵਰਕ ਦੀ ਤਰ੍ਹਾਂ ਆ, ਇੱਕ ਟੀਮ ਹੈ ਆਪਣੀ ਔਰ ਆਪਾਂ ਸਾਰਿਆਂ ਨੂੰ ਚਾਹੀਦਾ ਆ ਕਿ ਨਾਲ ਸਹਿਯੋਗ ਦੇਣਾ। ਹਾਲੇਲੂਇਆ। ਔਰ ਇਹ ਵਧੀਆ ਗੱਲ ਆ। ਮੈਂ ਤੁਹਾਨੂੰ ਸਾਰਿਆਂ ਦੇ ਲਈ ਮੈਂ ਬੜਾ ਖੁਸ਼ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਔਰ ਆਓ ਆਪਾਂ ਪ੍ਰਭੂ ਦੇ ਬਚਨ ਦੇ ਵੱਲ ਵਧਦੇ ਹਾਂ। ਜਿੱਦਾਂ ਭਾਈ ਕੁਛ ਖਰਚੇ ਦਾ ਦੱਸ ਰਹੇ ਸੀ ਕਿ ਇੰਨਾ ਖਰਚਾ ਹੋ ਗਿਆ ਇਹਦੇ ਵਿੱਚ ਨਵੇਂ ਸਾਲ ਦੇ ਵਿੱਚ, ਤੇ ਉਹ ਭਾਈ ਨੂੰ ਪਤਾ ਆ, ਭਾਈ ਆਪੇ ਭਾਈਆਂ ਨੂੰ ਦੱਸ ਦੇਣਗੇ ਜਾਂ ਕਿੰਨਾ ਖਰਚਾ ਹੋਇਆ ਜੀ। ਨਹੀਂ ਮੈਨੂੰ ਕੀ ਆਈ ਤੇ ਦੂਜਾ ਨੰਬਰ ਜਿੱਦਾਂ ਵੀ ਹੋਵੇਗਾ ਚਲੋ ਕੋਈ ਨਾ, ਕੋਈ ਜ਼ਰੂਰੀ ਨਹੀਂਗਾ ਅਸੀਂ ਕੋਈ ਹਿਸਾਬ ਕਿਤਾਬ ਨਹੀਂ ਮੰਗ ਰਹੇ ਤੁਹਾਡੇ ਤੋਂ ਵੀ ਭਾਈ ਏਦਾਂ ਬਣਾ ਰਹੇ ਸੀ ਕੁਛ ਤੇ ਕਹਿੰਦੇ ਸੀ ਵੀ ਕਈਆਂ ਦੇ ਹਾਲੇ 200 ਰੁਪਏ ਜਿਹੜਾ ਫੰਡ ਲੱਗਾ ਨਾ ਉਹ ਨਹੀਂ ਆਇਆ। ਦੇਖ ਲਓ ਜੀ ਜਿੱਦਾਂ ਵੀ ਕਰਨਾ ਆ, ਮੈਂ ਤੇ ਦੇ ਦਿੱਤਾ ਜਾਵੇ ਤਾਂ ਵਧੀਆ ਆ। ਹਾਲੇਲੂਇਆ। ਹਾਲੇਲੂਇਆ। ਆਓ ਆਪਾਂ ਸਭ ਪ੍ਰਭੂ ਦੇ ਬੱਚੇ ਦੇ ਆਦਰ ਦੇ ਲਈ ਖੜੇ ਹੋ ਜਾਈਏ। ਤਾਰੀਫ ਧੰਨਵਾਦ। ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ 8 ਅਧਿਆਏ 8 ਅਧਿਆਏ ਰੋਮੀਆਂ ਦਾ ਖੱਤ 8 ਅਧਿਆਏ ਉਹਦੀ ਅਸੀਂ 29 ਆਇਤ ਨੂੰ ਪੜ੍ਹਨਾ ਹੈ। ਮਿਲ ਗਿਆ ਸਭ ਨੂੰ? ਆਮੀਨ। ਰੋਮੀਆਂ ਦਾ ਖੱਤ 8 ਅਧਿਆਏ ਉਹਦੀ 29 ਆਇਤ। ਇੱਥੇ ਲਿਖਿਆ ਹੈ ਕਿਉਂਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗੋਂ ਠਹਿਰਾਇਆ ਕਿ ਉਹ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ। ਹਾਲੇਲੂਇਆ। ਹਾਲੇਲੂਇਆ। ਅਤੇ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ। ਕਿਹਨਾਂ ਨੂੰ ਗੱਲ ਸਮਝ ਆਈ? ਲਿਖਿਆ ਹੈ ਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਜਾਣਿਆ, ਇਸ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਜਾਣਿਆ ਤੇ ਉਹਨਾਂ ਨੂੰ ਅੱਗੋਂ ਹੀ
ਇਸ ਧਰਤੀ ਦੇ ਉੱਤੇ ਠਹਿਰਾਇਆ ਵੀ, ਇਸ ਧਰਤੀ ਦੇ ਉੱਤੇ ਉਹ ਲੈ ਕੇ ਵੀ ਆਇਆ। ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ। ਕਾਦੇ ਲਈ? ਕਿ ਉਹ ਉਹਦੇ ਪੁੱਤਰ ਦੇ ਸਰੂਪ ਦੇ ਉੱਤੇ ਬਣਨ। ਕਿੰਨਾਂ ਨੂੰ ਗੱਲ ਸਮਝ ਆਈ? ਜਿਹੜੇ ਪ੍ਰਭੂ ਦੇ ਚੁਣੇ ਹੋਏ ਲੋਕ ਆ, ਉਹਨਾਂ ਨੂੰ ਉਹ ਪਹਿਲਾਂ ਹੀ ਠਹਿਰਾਉਂਦਾ ਆ, ਪਹਿਲਾਂ ਹੀ ਚੁਣ ਲੈਂਦਾ ਆ। ਕਾਦੇ ਲਈ? ਕਿ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਉੱਤੇ ਢਲਣਾ ਹੀ ਢਲਣਾ ਹੁੰਦਾ ਆ। ਆਮੀਨ। ਉਹਨਾਂ ਨੇ ਉਦਾਂ ਦੇ ਵਿਖਾਈ ਦੇਣਾ ਆ ਜਿੱਦਾਂ ਦਾ ਪ੍ਰਭੂ ਯਿਸੂ ਮਸੀਹ ਆ। ਉਹ ਮਸੀਹ ਦੇ ਅਸਲੀ ਸਟੈਂਡਰਡ ਤੱਕ ਪਹੁੰਚਦੇ ਆ ਉਹ ਲੋਕ। ਹਾਲੇਲੂਇਆ। ਉਹ ਲੋਕ ਮਸੀਹ ਦੀ ਅਸਲ ਪਹਿਚਾਨ ਆ। ਕਿ ਉਹਨਾਂ ਲੋਕਾਂ ਦੇ ਜੀਵਨਾਂ ਤੋਂ ਮਸੀਹਤ ਸ਼ਰਮਸਾਰ ਨਹੀਂ ਹੁੰਦੀ। ਆਮੀਨ। ਜਿਹੜੇ ਲੋਕ ਪਹਿਲਾਂ ਤੋਂ ਹੀ ਪ੍ਰਭੂ ਦੇ ਅਗੇਤਰੇ ਗਿਆਨ ਦੇ ਦੁਆਰਾ ਠਹਿਰਾਏ ਗਏ ਹੁੰਦੇ ਆ। ਆਮੀਨ ਹਾਲੇਲੂਇਆ ਹਾਲੇਲੂਇਆ। ਔਰ ਅਗਲੀ ਗੱਲ ਜਿਹੜੀ ਅਸੀਂ ਦੇਖਦੇ ਹਾਂ, ਲਿਖਿਆ ਆ ਕਿ ਉਹ ਇਸੇ ਲਈ ਸਰੂਪ ਤੇ ਬਣਦੇ ਆ ਕਿ ਉਹ ਬਹੁਤੇ ਭਰਾਵਾਂ ਦੇ ਵਿੱਚੋਂ ਵੱਡੇ ਹੋਣ। ਜੇਠੇ ਹੋਣ ਦਾ ਕੀ ਮਤਲਬ ਆ? ਹਾਲੇਲੂਇਆ ਹਾਲੇਲੂਇਆ। ਆਓ ਅਸੀਂ ਲੂਕਾ ਦੀ ਇੰਜੀਲ ਦੇ ਨਾਲ ਹੀ ਲੂਕਾ ਦੀ ਇੰਜੀਲ ਉਹਦਾ 6 ਅਧਿਆਇ 40 ਆਇਤ ਪੜ੍ਹਦੇ ਹਾਂ। ਛੇ ਅਧਿਆਇ ਉਹਦੀ 40 ਆਇਤ। ਕਾਦੇ ਲਈ ਉਹ ਬੰਦਿਆਂ ਨੂੰ ਭੇਜਦਾ ਹੈ ਧਰਤੀ ਦੇ ਉੱਤੇ? ਉਹ ਬਾਕੀ ਸਭ ਭਰਾਵਾਂ ਦੇ ਵਿੱਚੋਂ ਵੱਡੇ ਹੋਣ, ਪਹਿਲ ਤੇ ਆਧਾਰ ਤੇ ਹੋਣ। ਅਗਲੀ ਗੱਲ ਅਸੀਂ ਪੜ੍ਹਦੇ ਹਾਂ, ਲਿਖਿਆ ਹੈ ਲੂਕਾ ਦੀ ਇੰਜੀਲ 6 ਅਧਿਆਇ ਉਹਦੀ 40 ਆਇਤ। ਲਿਖਿਆ ਚੇਲਾ ਗੁਰੂ ਨਾਲੋਂ ਵੱਡਾ ਨਹੀਂ। ਜਿਹੜਾ ਚੇਲਾ ਆ ਉਹ ਕਦੇ ਗੁਰੂ ਦੇ ਨਾਲੋਂ ਵੱਡਾ ਨਹੀਂ। ਪਰ ਇੱਕ ਗੱਲ ਜੁੜੀ ਹੈ ਨਾਲ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? ਇਹ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ ਰਹੇ ਆ। ਆਮੀਨ। ਇਹ ਮੇਰਾ ਗਿਆਨ ਨਹੀਂ ਆ, ਇਹ ਪਰਮੇਸ਼ਰ ਦਾ ਆਪਣਾ ਗਿਆਨ ਆ। ਆਮੀਨ। ਹਾਲੇਲੂਇਆ ਹਾਲੇਲੂਇਆ। ਲਿਖਿਆ ਹੈ ਪਰ ਹਰੇਕ ਜਦ ਪੂਰਾ ਹੋ ਗਿਆ। ਆਓ ਅਸੀਂ ਇਸ ਗੱਲ ਨੂੰ ਹਿੰਦੀ ਚ ਪੜ੍ਹਦੇ ਹਾਂ। ਕਿਸ ਕੋ ਹਿੰਦੀ ਦੀ ਬਾਈਬਲ ਹੈ? ਪੂਰਾ ਹੋਣ ਦਾ ਮਤਲਬ ਹੈ ਜਦੋਂ ਉਹ ਸਿੱਧ, ਸੰਪੂਰਨ, ਪੂਰਾ ਖਰਾ, ਜਿਹੜਾ ਮਸੀਹ ਦੇ ਪੂਰੇ ਸਰੂਪ ਦੇ ਵਿੱਚ ਢਲ ਜਾਂਦਾ ਆ। ਲੂਕਾ 6 ਦੀ 40 ਨਵਾਂ ਨੇਮ। चेला अपने गुरु से बड़ा नहीं, परंतु जो कोई सिद्ध होगा वह अपने गुरु के समान होगा। आमीन। आमीन। ਜਿਹੜਾ ਸੰਪੂਰਨ ਬਣੇਗਾ, ਉਹਦੇ ਸਰੂਪ ਦੇ ਵਿੱਚ ਢਲੇਗਾ, ਉਹ ਕੀ ਬਣੇਗਾ? ਉਹ ਉਹਦੇ ਹੀ ਬਰਾਬਰ, ਉਹਦੇ ਸਮਾਨ। ਆਮੀਨ ਹਾਲੇਲੂਇਆ ਹਾਲੇਲੂਇਆ। ਔਰ ਤੁਸੀਂ ਸਭ ਜਾਣਦੇ ਹੋ ਕਿ ਉਹਨੇ ਸਾਨੂੰ ਆਪਣੀ ਸ਼ਕਲ, ਆਪਣੀ ਸੂਰਤ ਉੱਤੇ ਬਣਾਇਆ ਹੈ। ਆਮੀਨ। ਆਪਣੇ ਵਰਗਾ ਬਣਾਇਆ ਆ। ਆਓ ਅਸੀਂ ਸਾਬਾ ਦੇ ਸਿਰਾਂ ਝੁਕਾਉਂਦੇ ਹਾਂ। ਮਹਾਨ ਸਵਰਗੀ ਬਾਪ ਅਸਮਾਨੀ, ਜਦ ਪ੍ਰਭੂ ਸਾਡੇ ਕੋਲ ਕੁਝ ਲਿਖਤਾ ਹਨ ਆਮੀਨ। ਜੋ ਅਸੀਂ ਪੜ੍ਹੀਆਂ ਹਨ ਪ੍ਰਭੂ, ਰੋਮੀਆਂ ਦਾ ਖੱਤ, ਜੋ ਭਵਿੱਖਬਾਣੀਆਂ ਦੀ ਕਿਤਾਬ ਆ ਪ੍ਰਭੂ, ਹੋ ਲੈਂਦੇ ਕਿ ਅਸੀਂ ਸਭ ਵੀ ਬਿਲਕੁਲ ਇਹਨੇ ਕੋਈ ਸਿੱਖਸ਼ਕ ਨਹੀਂ ਆ ਪ੍ਰਭੂ, ਨਾ ਹੀ ਗੱਲਾਂ ਨੂੰ ਸਮਝ ਸਕਦੇ ਹਾਂ, ਪਰ ਤੇਰਾ ਪਵਿੱਤਰ ਆਤਮਾ ਇਹਨਾਂ ਸਭ ਚੀਜ਼ਾਂ ਨੂੰ ਕਰ ਸਕਦਾ ਹੈ ਪ੍ਰਭੂ। ਆਮੀਨ। ਮੇਰੀ ਬੇਨਤੀ, ਤੂੰ ਸਾਨੂੰ ਸਮਝਣ ਦੇ ਵਿੱਚ, ਸਮਝਾਉਣ ਦੇ ਵਿੱਚ ਸਾਡੀ ਮਦਦ ਕਰ। ਤੂੰ ਸਾਡੇ ਤੇ ਕਿਰਪਾ ਕਰ। ਜੋ ਗੱਲਾਂ ਨਿਕਲਣ ਪ੍ਰਭੂ, ਉਹ ਪਵਿੱਤਰ ਆਤਮਾ ਦੀ ਗਵਾਹੀ ਦੇ ਨਾਲ ਨਿਕਲਣ, ਜੋ ਹਰੇਕ ਹਿਰਦੇ ਦੇ ਲਈ ਪ੍ਰਭੂ ਇੱਕ ਵਧੀਆ ਐਗਜ਼ਾਮਪਲ ਦਾ ਕੰਮ ਕਰਨ ਪ੍ਰਭੂ। ਤਾਰੀਫ, ਧੰਨਵਾਦ। ਤੂੰ ਸਾਨੂੰ ਆਪਣੇ ਸਰੂਪ, ਆਪਣੇ
ਆਪਣੇ ਵਰਗੇ ਬਣਾ ਪ੍ਰਭੂ। ਵਡਿਆਈ ਤੂੰ ਦਇਆ ਕਰ, ਇਸ ਬੇਨਤੀ ਨੂੰ ਸੁਣ, ਕਬੂਲ ਕਰ, ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ। ਆਮੇਨ। ਇਹ ਸਭ ਆਦਰ ਸਹਿਤ ਬੈਠ ਸਕਦੇ ਹਾਂ। ਹਾਲੇਲੂਇਆ ਹਾਲੇਲੂਇਆ। ਮੈਂ ਇੱਕ ਵਾਰ ਫੇਰ ਤੁਹਾਨੂੰ ਸਭਨਾਂ ਨੂੰ ਜੈ ਮਸੀਹ ਦੀ ਕਹਿੰਦਾ ਆ। ਜੈ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਅਸੀਂ ਫੇਰ ਤੋਂ ਚਰਚ ਆਉਂਦੇ ਹਾਂ। ਬਹੁਤ ਵਧੀਆ ਲੱਗਦਾ ਆ। ਤੇ ਕੱਲ ਜਦੋਂ ਭਾਈ ਭੋਲੇ ਸਬਜ਼ੀ ਲੈ ਕੇ ਆਏ ਤੇ ਮੈਂ ਗੁਰੂ ਘਰੋਂ ਆਇਆ ਤੇ ਹਾਲਤ ਬਹੁਤ ਏਦਾਂ, ਥਕਾਵਟ ਤੇ ਬੁਰੇ ਹਾਲ। ਤੇ ਮੈਡਮ ਨੂੰ ਮੈਂ ਕਿਹਾ ਵੀ ਅੱਜ ਵਾਰ ਕੀ ਹੈ? ਕਹਿੰਦੀ ਕੱਲ ਫੇਰ ਐਤਵਾਰ। ਇਹ ਤਾਂ ਬੜਾ ਥਕਾ ਦੇਣ ਵਾਲਾ ਕੰਮ ਆ, ਪਰ ਪ੍ਰਭੂ ਕਿਰਪਾ ਕਰੇ, ਉਹ ਆਪਣੇ ਲੋਕਾਂ ਨੂੰ ਬਲ ਬਖਸ਼ਦਾ ਆ। ਆਮੇਨ। ਉਹ ਕਹਿੰਦਾ ਮੈਂ ਉਕਾਬਾ ਦੇ ਵਾਂਗ ਤੈਨੂੰ ਜ਼ੋਰ ਦਿੰਦਾ ਆ ਔਰ ਮੈਂ ਤੇਰੀ ਜਵਾਨੀ ਨੂੰ ਨਵਾਂ ਕਰਦਾ ਆ। ਹਾਲੇਲੂਇਆ। ਕਿਵੇਂ ਭਲਾ ਭਾਈ ਵਿੱਕੀ ਜੀ? ਕੀ ਕਹਿ ਭਲਾ ਮੈਂ? ਹੈ ਕੀ ਕਹਿ ਭਲਾ ਮੈਂ? ਹਾਂ, ਉਹ ਸਾਨੂੰ ਉਕਾਬਾਂ ਦੇ ਵਾਂਗ ਜ਼ੋਰ ਦਿੰਦਾ ਆ ਔਰ ਉਹ ਸਾਡੀ ਜਵਾਨੀ ਨੂੰ ਨਵਾਂ ਕਰ ਦਿੰਦਾ ਆ। ਆਮੇਨ। ਹਾਲੇਲੂਇਆ। ਉਹ ਸਾਨੂੰ ਦਲੇਰੀ ਵਾਲਾ ਆਤਮਾ ਦਿੰਦਾ ਆ। ਹਾਲੇਲੂਇਆ। ਹਾਲੇਲੂਇਆ। ਹੁਣ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਆ ਕਿ ਆਪਾਂ ਪਿਛਲੇ ਹਫਤੇ ਕੀ ਪ੍ਰਚਾਰ ਕੀਤਾ ਆ? ਕਿਹਨੂੰ ਨਹੀਂ ਯਾਦ? ਯਾਦ ਹੈ ਸਭ ਨੂੰ? ਆਮੇਨ। ਸਭ ਨੂੰ ਯਾਦ ਹੈ? ਜਿਨ੍ਹਾਂ ਨੂੰ ਨਹੀਂ ਯਾਦ ਉਹ ਆਪਣੇ ਹੱਥ ਉਠਾਓ। ਖੜੇ ਕਰੋ। ਹਾਂ, ਜਿਨ੍ਹਾਂ ਨੂੰ ਨਹੀਂ ਯਾਦ। ਜਿਹੜੇ ਨਹੀਂ ਸੀ ਆਏ ਉਹ ਨਾ ਕਰਿਓ, ਭਾਵੇਂ ਜਿਹੜੇ ਆਏ ਨਹੀਂ ਸੀਗੇ, ਪਰ ਜਿਹੜੇ ਆਏ ਸੀ ਪਰ ਉਹਨਾਂ ਨੂੰ ਵਚਨ ਯਾਦ ਨਹੀਂ। ਯਾਦ ਹੈ ਬਾਕੀ ਸਭ ਨੂੰ? ਪੁੱਛ ਲਿਆ ਜਾਏ। ਹੈ? ਪੁੱਛ ਲਿਆ ਜਾਏ ਨਾ। ਕਿਹਨੂੰ ਪੁੱਛੀਏ? ਇਹ ਕੋਲ 98 ਦਾ ਪੈ। ਹਾਂ ਰਵੀਨਾ, ਕੀ ਪ੍ਰਚਾਰ ਹੋਇਆ ਪਿਛਲੇ ਹਫਤੇ? और रवीना की प्रचार होया है? चेता भुल गया? फिर मुंह तो तेन चक, तू हुण डीकन दी पत्नी है? डीकन दी पत्नी नूं प्रचार याद होना चाहिए कि नहीं होना चाहिए? डीकन दे बच्चों नूं याद है? अच्छा, आप पिछले हफ्ते गल कर रहे सा लेले दे ब्याह दी। हालेलुया। की गल कर रहे सा? लेले दा ब्याह जो आ गया या ते ओदी लाड़ी ने अपने आप नूं की कर लिया भला? तैयार कर लिया आ। और तैयारी जेड़ी आ ओ नजर आ जांदी आ, पता लग जांदा आ कि आ भैन भरा तैयार आ। ये ना जल्दी आखा मन लेंदा हुण, अगों ना आपदा ढीठपुणा इहने छड़ दिता आ। सीधी जी गल करिए तां भी इहनूं ना मनाउण लई बाहला जोर लाउणा नहीं पैंदा। हना अधिकार जिहड़ा भैन भरा तैयार आ ओनूं कोई भी गल मनाउण दे लई बाहला जोर नहीं लाउणा पैंदा, ओहदे बाहले गेड़े नहीं कढणे पैंदे, हना। ਉਹ ਛੇਤੀ फैसले ते आ जाता भी ठीक है भाई मैं आमीन करदा है ना, मैं इस गल नूं इदां कर लवांगा, मैं 10वें हिस्से नूं पूरी तरह नाल मन लवांगा, मैं संडे मीटिंग नूं पूरी वफादारी दे नाल मन लवांगा। ਉਹ ਗੱਲਾਂ ਨੂੰ जल्दी मन लैंदा भैन भरा, ਜਿਹੜਾ भैन भरा की आ तैयार आ, जिहदी तैयारी हो जाती आ। हालेलुया। अगो कोई भी किंतु परंतु वाला नहीं कर दे, की समझे? हालेलुया। और ਇਹਦੇ ਉੱਤੇ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਸੀਗੀਆਂ, ਪਰ ਆਓ ਆਪਾਂ ਥੋੜੀ ਦੇਰ ਪ੍ਰਭੂ ਦੇ ਵਚਨ ਦੇ ਵਿੱਚੋਂ ਗੱਲ ਕਰਦੇ ਹਾਂ। ਔਰ ਮੈਨੂੰ ਲੱਗਦਾ ਨਿਗਾ ਕਿ ਮੈਂ ਪੂਰਾ ਪ੍ਰਚਾਰਾਂਗਾ ਅੱਜ ਮੈਸੇਜ, ਹੋ ਸਕਦਾ ਆਪਾਂ ਅਗਲੇ ਹਫਤੇ ਵੀ ਪ੍ਰਚਾਰੀਏ।
Amen. ਅੱਜ ਦਾ ਮੇਰਾ ਵਿਸ਼ਾ ਹੈ ਹਾਲੇਲੂਇਆ। ਪ੍ਰਭੂ ਕਿਰਪਾ ਕਰੇ। ਕਿੰਨੇ ਪੌਲਸ ਰਸੂਲ ਨੂੰ ਜਾਣਦੇ ਹੋ? ਕਿੰਨੇ ਨਹੀਂ ਜਾਣਦੇ? ਅੱਛਾ, ਮਾਰਥਾ ਨਹੀਂ ਜਾਣਦੀ। ਕੋਈ ਨਹੀਂ, ਮਾਰਥਾ ਨੂੰ ਸਮਝਾ ਦਾਂਗੇ। ਹੋਰ ਕੋਈ? ਰਿਦਮ ਤੂੰ ਵੀ ਨਹੀਂ ਜਾਣਦੀ? ਚੱਲ ਰਿਦਮ ਨੂੰ ਸਮਝਾ ਦਾਂਗੇ। ਕਿੰਨੇ ਭਾਈ ਬ੍ਰੈਨਮ ਦੇ ਬਾਰੇ ਜਾਣਦੇ? ਕਿੰਨੇ ਭਾਈ ਬ੍ਰੈਨਮ ਦੇ ਬਾਰੇ ਨਹੀਂ ਜਾਣਦੇ? ਜਿਹੜੇ ਨਹੀਂ ਜਾਣਦੇ ਉਹ ਹੱਥ ਖੜਾ ਕਰੋ। ਉੱਚਾ ਹੱਥ ਖੜਾ ਕਰੋ ਨਾ, ਫਿਰ ਪਤਾ ਲੱਗੇ ਬੇਨਿਆਂ ਨੂੰ ਪਤਾ ਨਹੀਂ ਹੈ। ਹਾਂ, ਕੁਝ ਹੀ ਹੱਥ ਖੜੇ ਆ। ਮਾਰਥਾ ਤੂੰ ਭਾਈ ਬ੍ਰੈਨਮ ਬਾਰੇ ਜਾਣਦੀ? ਕੌਣ ਹੈ ਭਾਈ ਬ੍ਰੈਨਮ? ਠੀਕ ਹੈ, ਠੀਕ। ਹਾਂ, ਹੋਰ ਕੋਈ ਭੈਣ ਭਰਾ ਇਸ ਤੋਂ ਲੈਦਾ ਕੁਝ ਜਾਣਦਾ ਹੋਵੇ? ਇਸ ਤੋਂ ਇਲਾਵਾ ਹੋਰ ਕੀ ਸੀਗਾ ਭਾਈ ਬ੍ਰੈਨਮ? ਅੱਜ ਆਪਾਂ ਆਹੀ ਪ੍ਰਚਾਰ ਕਰਨਾ ਹੈ। ਬਾਰੇ ਜਾਣਨਾ। ਮੇਰੇ ਪ੍ਰਚਾਰ ਦਾ ਵਿਸ਼ਾ ਹੈ ਕਿ ਭਾਈ ਬ੍ਰੈਨਮ ਮਸੀਹ ਆ, ਭਾਵ ਭਾਈ ਬ੍ਰੈਨਮ ਰੱਬ ਆ। ਸਵਾਲ ਆ। ਨਹੀਂ ਹੈ? ਨਹੀਂ ਹੈ ਜੀ, ਰੱਬ ਨਹੀਂ ਹੈ ਜੀ। ਸਵਾਲ ਇਹ ਆ ਕਿ ਕੀ ਭਾਈ ਬ੍ਰੈਨਮ ਯਿਸੂ ਮਸੀਹ ਆ? ਹਾਲੇਲੂਇਆ। ਆਓ ਥੋੜੀ ਦੇਰ ਇਹਦੇ ਬਾਰੇ ਜਾਣਦੇ ਹਾਂ। ਹੋ ਸਕਦਾ ਤੁਹਾਨੂੰ ਲੱਗੇ ਕਿ ਕਿਉਂਕਿ ਜੋ ਮੈਂ ਗੱਲਾਂ ਕਰੂੰਗਾ, ਹੋ ਸਕਦਾ ਮੇਰੀਆਂ ਗੱਲਾਂ ਤੋਂ ਤੁਹਾਨੂੰ ਇਹ ਲੱਗੇ ਕਿ ਮੈਂ ਪ੍ਰਭੂ ਯਿਸੂ ਭਾਈ ਬ੍ਰੈਨਮ ਨੂੰ ਯਿਸੂ ਮਸੀਹ ਮੰਨਦਾ ਆ। ਪਰ ਅਸਲ 'ਚ ਯਿਸੂ ਮਸੀਹ ਉਹ ਆ ਜਿਨੇ ਸਾਡੇ ਲਈ ਜਾਨ ਦਿੱਤੀ, ਆਪਣਾ ਲਹੂ ਬਹਾਇਆ ਆ। ਆਮੀਨ। ਪਰ ਵਿਚਲੇ ਸਨੋਂ ਭਾਈ ਬ੍ਰੈਨਮ ਦਾ ਕੀ ਰੋਲ ਆ? Amen. ਹਾਲੇਲੂਇਆ। ਅਸੀਂ ਕਿਉਂ ਭਾਈ ਬ੍ਰੈਨਮ ਕਰਦੇ ਰਹਿੰਦੇ ਆ? ਹਾਂ, ਉਹਦੇ ਗਾਵਣ ਕਿਉਂ ਗਾਉਂਦੇ ਆ ਅਸੀਂ? ਹਨਾ, ਕੀ ਗੱਲ ਆ ਭਾਈ ਬ੍ਰੈਨਮ ਦੀ? ਹਨਾ, ਕਿਉਂਕਿ ਆਓ ਇਹਦੇ ਬਾਰੇ ਸਮਝਦੇ ਹਾਂ ਔਰ ਤੁਹਾਨੂੰ ਲੱਗੇਗਾ ਕਿ ਮੈਂ ਭਾਈ ਬ੍ਰੈਨਮ ਨੂੰ ਯਿਸੂ ਮਸੀਹ ਮੰਨਦਾ ਆ। ਤੁਹਾਨੂੰ ਲੱਗੇਗਾ, ਪਰ ਅਸਲ 'ਚ ਮੈਂ ਯਿਸੂ ਮਸੀਹ ਨਹੀਂ ਮੰਨਦਾ। ਪਰ ਜੇ ਮੈਂ ਕਹਾਂ ਕਿ ਉਹ ਯਿਸੂ ਮਸੀਹ ਦੇ ਨਾਲੋਂ ਘੱਟ ਵੀ ਨਹੀਂ ਸੀਗਾ, ਭਾਈ ਬ੍ਰੈਨਮ ਯਿਸੂ ਮਸੀਹ ਦੇ ਨਾਲੋਂ ਘੱਟ ਵੀ ਨਹੀਂ ਸੀਗਾ। ਜਿਹੜੀਆਂ ਆਪਾਂ 2 ਲਿਖਤਾਂ ਪੜ੍ਹੀਆਂ ਆ, ਉਹਨਾਂ ਲਿਖਤਾਂ ਦੇ ਉੱਤੇ ਗੌਰ ਕਰਿਓ ਜੇ। ਉਹ ਵਚਨ 'ਚੋਂ ਪੜ੍ਹੀਆਂ ਆ। ਹਾਲੇਲੂਇਆ। ਕਿੰਨਾਂ ਨੂੰ ਗੱਲ ਸਮਝ ਆਈ? ਹੁਣ ਸੇਵਕਾਈ ਦੇ ਵਿੱਚ ਹਰੇਕ ਕਿਸੇ ਦਾ ਆਪੋ ਆਪਣਾ ਸਥਾਨ ਹੁੰਦਾ ਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਜਿੱਦਾਂ ਭਾਈ ਤੇਜੂ ਵੀ ਦੱਸ ਰਹੇ ਸੀਗੇ ਕਿ ਇਹ ਕਿੱਦਾਂ ਦਾ ਕੰਮ ਆ ਕਿ ਅਸੀਂ ਦਰਵਾਜ਼ਿਆਂ ਥਾਣੀ ਜਾਣਾ ਆ। ਆਮੀਨ। ਇੱਕ ਦਰਵਾਜ਼ਾ ਆ ਜਿਹੜਾ ਸਾਡਾ ਚਰਚ ਆ। Amen. ਸਾਡਾ ਆਗੂ ਆ। Amen. ਉਹ ਸਾਡਾ ਦਰਵਾਜ਼ਾ ਆ। ਆਮੀਨ। ਔਰ ਸਾਡੀ ਯੋਗ ਦੇ ਨਬੀ ਨੇ ਕਿਹਾ ਕਿ ਜੋ ਗੱਲ ਤੁਹਾਡੇ ਪਾਸਟਰ ਨੂੰ ਪਸੰਦ ਨਹੀਂ, ਉਹ ਪ੍ਰਭੂ ਯਿਸੂ ਮਸੀਹ ਨੂੰ ਵੀ ਪਸੰਦ ਨਹੀਂ ਹੋਣੀ। ਸੱਚ ਹੈ। ਅਗਰ ਤੁਹਾਡਾ ਪਾਸਟਰ ਤੁਹਾਡੇ ਤੋਂ ਖੁਸ਼ ਆ ਤੇ ਫਿਰ ਖੁਦਾ ਤੇ ਇਹ ਸਮਝੋ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਤੋਂ ਖੁਸ਼ ਆ। ਹਾਲੇਲੂਇਆ। ਔਰ ਦੂਸਰਾ ਦਰਵਾਜ਼ਾ ਮੈਂ ਕਹਾਂਗਾ ਕਿ ਉਹ ਹਰੇਕ ਯੁੱਗ ਦੇ ਵਿੱਚ ਜਿਹੜੇ ਯੁੱਗ ਦੇ ਵਿੱਚ ਲੋਕ ਕਲੀਸਿਆਵਾਂ ਚਰਚ ਦੇ ਨਾਲ ਜੁੜੇ ਹੁੰਦੇ, ਉਸ ਕਲੀਸਿਆ ਦੇ ਵਿੱਚ ਇੱਕ ਨਬੀ ਹੁੰਦਾ ਆ। ਕਿਉਂਕਿ ਅਸੀਂ ਇਸ 5 ਦਰਵਾਜ਼ਿਆਂ ਦੇ ਵਿੱਚੋਂ ਦੀ ਜਾਂਦੇ ਆ। ਅਪੋਸਟਲ, ਨਬੀ, ਵੈਂਜਲਿਸਟ, ਪਾਸਟਰ ਔਰ ਅਧਿਆਪਕ। ਹਾਲੇਲੂਇਆ। ਇਸ 5 ਪੱਖੀ ਸੇਵਕਾਈ, ਇਹ ਸਾਡੇ ਲਈ ਦਰਵਾਜ਼ੇ ਹਨ ਉਸ ਮੰਜ਼ਿਲ ਤੱਕ ਪਹੁੰਚਣ ਦੇ। ਕਿੰਨਾਂ ਨੂੰ ਗੱਲ ਸਮਝ ਆ ਗਈ? ਹਾਲੇਲੂਇਆ। ਜਦ ਮੈਂ ਸਿੱਧੀ ਜਿਹੀ ਗੱਲ ਕਹਾਂ ਤੁਹਾਨੂੰ ਸਮਝਾਉਣ ਦੇ ਲਈ ਕਿ ਇੱਕ ਪਾਸਟਰ ਦਰਵਾਜ਼ਾ ਆ, ਇੱਕ ਨਬੀ ਦਰਵਾਜ਼ਾ ਆ। ਹਾਲੇਲੂਇਆ। ਸਾਨੂੰ ਉਸ ਦਰਵਾਜ਼ੇ ਦੇ ਵਿੱਚੋਂ ਦੀ
ਲੰਘਣਾ ਹੀ ਪੈਣਾ ਆ। ਹਾਲੇਲੂਇਆ। ਹਾਲੇਲੂਇਆ। ਮੈਂ ਚਾਹੁੰਦਾ ਹਾਂ ਕਿ ਪ੍ਰਭੂ ਸਾਡੀ ਮਦਦ ਕਰੇ, ਕਿਉਂਕਿ ਜੋ ਮੈਂ ਗੱਲਾਂ ਕਰ ਰਿਹਾ ਹਾਂ ਇਸ ਜਗ੍ਹਾ ਤੇ ਮੈਂ ਆਪਣਾ ਗਿਆਨ ਦੀ ਗੱਲ ਨਹੀਂ ਰੱਖਣ ਲੱਗਾ, ਜਾਂ ਮੇਰੇ ਆਪਣੇ ਇਹ ਖਿਆਲਾਤ ਨਹੀਂ ਆ। निजी नहीं कुछ। ਇਹ ਮੇਰਾ ਆਪਣਾ ਕੋਈ ਨਿੱਜੀ ਤਜਰਬਾ ਨਹੀਂ ਆ। ਅਸਲ ਦੇ ਵਿੱਚ ਜੋ ਮੈਂ ਗੱਲ ਕਰਨ ਲੱਗਾ ਆ, ਮੇਰਾ ਜੋ ਆਧਾਰ ਆ ਜਾਂ ਮੇਰੀ ਬੁਨਿਆਦ ਆ ਉਹ ਬਾਈਬਲ ਆ। आमीन। ਹਾਲੇਲੂਇਆ। ਜੋ ਮੈਂ ਗੱਲਾਂ ਕਰ ਰਿਹਾ ਹਾਂ ਇਹ ਗੱਲਾਂ ਬਾਈਬਲ ਦੇ ਵਿੱਚੋਂ ਆ, ਕਿਉਂਕਿ ਜੋ ਬਾਈਬਲ ਸਾਨੂੰ ਕੀ ਆਖਦੀ ਹੈ ਇਸ ਚੀਜ਼ਾਂ ਦੇ ਬਾਰੇ, ਜਾਂ ਸਾਡੇ ਯੁੱਗ ਦੇ ਨਬੀ ਦੇ ਸੰਦੇਸ਼ਾਂ ਨੇ ਸਾਡੇ ਉੱਤੇ ਕੀ ਜ਼ਾਹਰ ਕੀਤਾ ਆ। ਆਮੇਨ। ਮੈਂ ਉਹਨਾਂ ਦੇ ਆਧਾਰ ਤੇ ਗੱਲ ਰੱਖਣੀ ਚਾਹੁੰਦਾ ਹਾਂ ਕਿ ਅਸਲ 'ਚ ਭਾਈ ਬ੍ਰੈਨਮ ਹੈ ਕੀ ਆ, ਜਾਂ ਦੁਲਹਨ ਦੇ ਲਈ ਭਾਈ ਬ੍ਰੈਨਮ ਦਾ रोल की। ਕੀ ਰੋਲ ਆ। ਆਮੇਨ। ਲਾੜੀ ਨੂੰ ਉਸ ਸਵਰਗ ਦੇ ਵਿੱਚ, ਜਾਂ ਮੰਨ ਲਓ ਕਿ ਲਾੜੀ ਨੂੰ ਉਸ ਡਿਮੈਂਸ਼ਨ ਤੱਕ ਲੈ ਕੇ ਜਾਣ ਦੇ ਲਈ ਕੀ ਰੋਲ ਅਦਾ ਕੀਤਾ ਆ। ਹਾਲੇਲੂਇਆ। ਹਾਲੇਲੂਇਆ। ਔਰ ਇਹਦੇ ਲਈ ਮੈਂ ਆਪਣੀ ਮੁੱਢਲੀ ਸਮਝ ਦਾ ਸਹਾਰਾ ਨਹੀਂ ਲੈਣਾ ਚਾਹੁੰਦਾ, ਮੈਂ ਮੈਸੀ ਦਾ ਸਹਾਰਾ ਲੈਣਾ ਚਾਹੁੰਦਾ ਆ। ਮੈਸੀ ਦੇ ਕੁਝ ਹਵਾਲੇ ਲਵਾਂਗੇ ਆਪਾਂ, ਔਰ ਬਾਈਬਲ ਦੇ ਹਵਾਲਿਆਂ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਬਾਈਬਲ ਨੇ ਸਾਨੂੰ ਦੱਸਿਆ। ਹਾਲੇਲੂਇਆ। ਕਿਉਂਕਿ ਜਦੋਂ ਅਸੀਂ ਪੜ੍ਹਿਆ ਰੋਮੀਆਂ ਦੇ ਖੱਤ, ਸਾਨੂੰ ਪਤਾ ਲੱਗਾ ਕਿ ਇਹ ਪੌਲੁਸ ਨੇ ਗੱਲ ਬੋਲੀ, ਔਰ ਇਹ ਜਿਹੜੀ ਗੱਲ ਆ ਇਹ ਇੱਕ ਭਵਿੱਖਬਾਣੀ ਹੈ ਜਿਹੜੀ ਅਸੀਂ ਰੋਮੀਆਂ ਦੇ ਵਿੱਚੋਂ ਪੜ੍ਹੀ ਹੈ। ਪੌਲੁਸ ਸਾਡੇ ਦਿਨਾਂ ਦੀ ਗੱਲ ਕਰ ਰਿਹਾ ਆ। ਹਾਲੇਲੂਇਆ। ਪੌਲੁਸ ਜਿਹੜੀ ਗੱਲ ਕਰ ਰਿਹਾ ਆ ਉਹ ਭਵਿੱਖਬਾਣੀ ਕਰ ਰਿਹਾ ਆ, ਕਿਉਂਕਿ ਬਾਈਬਲ ਦੇ ਵਿੱਚ ਅਨੇਕਾਂ ਭਵਿੱਖਬਾਣੀਆਂ ਹੋਈਆਂ, ਬਹੁਤ ਹਜ਼ਾਰਾਂ ਭਵਿੱਖਬਾਣੀਆਂ ਆ, ਔਰ ਕੋਈ ਵੀ ਭਵਿੱਖਬਾਣੀ ਏਦਾਂ ਦੀ ਨਹੀਂ ਆ ਕਿ ਜਿਹਦਾ ਪੂਰਾ ਨਹੀਂ ਹੋਣਾ, ਜਾਂ ਜਿਹੜੀ ਭਵਿੱਖਬਾਣੀ ਨੇ ਪੂਰਾ ਨਹੀਂ ਹੋਣਾ। ਬਾਈਬਲ ਦੇ ਵਿੱਚ ਹਰੇਕ ਭਵਿੱਖਬਾਣੀ ਨੇ ਆਪਣੇ ਸਮੇਂ ਤੇ ਪੂਰੇ ਹੋਣਾ ਹੀ ਹੋਣਾ ਆ। आमीन। ਔਰ ਇਸ ਜਗ੍ਹਾ ਤੇ ਪੌਲੁਸ ਬੋਲਦਾ ਆ, ਉਹ ਕਹਿੰਦਾ ਕਿ ਕੁਝ ਲੋਕ ਹੈਗੇ ਆ ਜਿਹੜੇ ਉਹਦੇ ਸਰੂਪ ਤੇ ਟਲਣਗੇ। ਕਿਹਦੇ ਭਲਾ? ਕਿਹਦੇ ਸਰੂਪ ਤੇ? ਉਹ ਕਿਹਦੇ ਸਰੂਪ ਤੇ? ਪ੍ਰਭੂ ਦੇ ਸਰੂਪ ਤੇ। ਮਸੀਹ ਦੇ ਸਰੂਪ ਤੇ। ਆਮੇਨ। ਔਰ ਉਹ ਪ੍ਰਭੂ ਨੇ ਅਗੇਤਰੇ ਹੀ ਠਾਏ ਆ। आमीन। ਉਹਨਾਂ ਦਾ ਅਨੰਤ ਜੀਵਨ ਕੋਈ ਖੋ ਨਹੀਂ ਸਕਦਾ। ਆਮੇਨ। ਇਸੇ ਲਈ ਉਹਨੇ ਮਤੀ ਦੀ ਇੰਜੀਲ 24:24 ਚ ਕਿਹਾ ਕਿ ਜੇ ਹੋ ਸਕਦਾ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦਿੰਦੇ, ਪਰ ਇਹ ਹੋ ਨਹੀਂ ਸਕਦਾ। सच है। ਕਿੰਨੇ ਨੂੰ ਗੱਲ ਸਮਝ ਆਈ? ਆਮੇਨ। ਹਾਲੇਲੂਇਆ। ਹਾਲੇਲੂਇਆ। ਕੁਝ ਇੱਕ ਖਾਸ ਸ਼੍ਰੇਣੀ ਦੇ, ਭਾਈ ਬ੍ਰੈਨਮ ਨੇ ਕਿਹਾ ਖਾਸ ਸ਼੍ਰੇਣੀ ਦੇ ਲੋਕ ਆ ਜਿਹੜੇ ਅਗੇਤਰੇ ਇਸ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਚੁਣੇ ਗਏ। ਉਹਨਾਂ ਨੇ ਉਸ ਸਰੂਪ ਦੇ ਅਨੁਸਾਰ ਢਲਣਾ ਹੀ ਢਲਣਾ ਆ। आमीन। आमीन। ਉਹਨਾਂ ਨੇ ਉਦਾਂ ਦੇ ਬਣਨਾ ਹੀ ਬਣਨਾ ਆ। हालेलुया। ਹਾਲੇਲੂਇਆ। ਹਾਲੇਲੂਇਆ। ਔਰ ਐਦਾਂ ਦੇ ਲੋਕ ਉਹਨੇ ਕਿਹਾ ਕਿ ਸਾਰਿਆਂ ਦੇ ਵਿੱਚੋਂ ਜੇਠੇ ਆ। सच है। ਸਾਰਿਆਂ ਦੇ ਵਿੱਚੋਂ ਜੇਠੇ, ਭਾਵ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਸਵਰਗ ਦੇ ਵਿੱਚ, ਪ੍ਰਭੂ ਯਿਸੂ ਮਸੀਹ ਤੋਂ ਬਾਅਦ ਸਵਰਗ ਦੇ ਵਿੱਚ ਅਗਰ ਸਭ ਤੋਂ ਕਿਸੇ ਨੂੰ ਉੱਚਾ ਸਥਾਨ ਮਿਲਿਆ ਤਾਂ ਇਹੀ ਲੋਕ ਨੇ ਜਿਹੜੇ ਪਹਿਲਾਂ ਤੋਂ ਹੀ ਠਹਿਰਾਏ ਗਏ ਆ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਹਾਲੇਲੂਇਆ। ਹਾਲੇਲੂਇਆ। ਸੋ ਖੈਰ ਅਸੀਂ ਥੋੜੀ ਦੇਰ ਇਹਦੇ ਉੱਤੇ ਗੱਲ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਕਿ ਪਰਮੇਸ਼ਰ ਨੇ ਆਪ ਕਈਆਂ ਲਿਖਤਾਂ ਦੇ ਉੱਤੇ ਰੋਸ਼ਨੀ ਪਾਈ, ਔਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੁਝ ਦਿੱਤਾ ਆ। ਔਰ ਸਵਾਲ ਇਹ ਆ ਕਿ ਸਾਨੂੰ ਬਖਸ਼ਿਆ ਕੀ ਗਿਆ ਆ। ਪਹਿਲੀ ਗੱਲ ਤਾਂ ਇਹ ਪਛਾਣਨ ਦੀ ਆ ਕਿ ਉਹ ਖਾਸ ਸ਼੍ਰੇਣੀ ਦੇ ਲੋਕ ਹੈਗੇ ਕਿਹੜੇ ਆ। ਹੈ एग्जांपल ਮੈਂ ਤੇ ਤੁਸੀਂ ਭਾਵ ਦੁਲਹਨ ਆਮੇਨ। ਉਹ ਖਾਸ ਸ਼੍ਰੇਣੀ ਦੇ ਲੋਕ ਆ। ਆਮੇਨ। ਪਾਸਟਰ ਇੱਥੋਂ ਤੱਕ ਹੀ ਆ। ਪਾਸਟਰ ਵੀ ਦੁਲਹਨ ਚ ਹੀ ਆ।
ਨਬੀ ਵੀ ਦੁਲਹਨ ਚ ਹੀ ਨੇ। ਗੱਲ ਸਮਝ ਆਈ? Amen. ਹਾਲੇਲੂਇਆ। Hallelujah. ਭਾਈ ਬ੍ਰੈਨਮ ਵੀ ਦੁਲਹਨ ਚ ਹੀ ਆ। ਬ੍ਰੈਨਾ ਆ ਕਿ ਉਹ ਸਾਡੇ ਯੁੱਗ ਦੇ ਵਿੱਚ ਸਭ ਤੋਂ ਪਹਿਲਾ ਪੂਲਾ ਆ। Amen. ਸਾਡੇ ਯੁੱਗ ਦੇ ਵਿੱਚ ਸਭ ਤੋਂ ਜੇਠਾ ਹੈ, ਉਹ ਪਹਿਲਾ ਆ। ਹਾਲੇਲੂਇਆ। ਆਪਾਂ ਥੋੜੀ ਦੇਰ ਗੱਲ ਕਰਦੇ ਹਾਂ। ਅਸੀਂ ਵੇਖਦੇ ਹਾਂ ਕਿ ਅਸੀਂ ਵੇਖਦੇ ਹਾਂ ਭਾਈ ਬ੍ਰੈਨਮ ਦੇ ਬਾਰੇ, ਕਿਉਂਕਿ ਅਸੀਂ ਭਾਈ ਬ੍ਰੈਨਮ ਦੀ ਪ੍ਰਸ਼ੰਸਾ ਕਰਦੇ ਹਾਂ ਇਸ ਲਈ ਕਿ ਜੋ ਕੁਝ ਪ੍ਰਭੂ ਨੇ ਉਹਦੇ ਤੇ ਪ੍ਰਗਟ ਕੀਤਾ, ਜਿਹੜੇ ਭੇਤਾਂ ਦਾ ਖੁਲਾਸਾ ਉਹਦੇ ਤੇ ਕੀਤਾ, ਉਹ ਬਹੁਤ ਹੀ ਅਦਭੁਤ ਗੱਲਾਂ ਸਨ। Amen. ਹਾਲੇਲੂਇਆ। Hallelujah. ਉਹ ਬਹੁਤ ਜ਼ਬਰਦਸਤ ਗੱਲਾਂ ਸੀਗੀਆਂ। ਜੋ ਕੁਝ ਵੀ ਉਹ ਸਾਡੇ ਤੱਕ ਲੈ ਕੇ ਆਇਆ ਜਾਂ ਸਾਡੇ ਉੱਤੇ ਜਿਨ੍ਹਾਂ ਗੱਲਾਂ ਦਾ ਉਹਨੇ ਖੁਲਾਸਾ ਕੀਤਾ, ਉਹ ਗੱਲਾਂ ਬਹੁਤ ਅਦਭੁਤ ਸੀਗੀਆਂ। ਔਰ ਉਹਨਾਂ ਗੱਲਾਂ ਦੇ ਬਾਰੇ ਜਦੋਂ ਅਸੀਂ ਸਮਝਿਆ, ਜਾਣਿਆ, ਤੇ ਪਤਾ ਲੱਗਿਆ ਕਿ ਹਾਂ, ਇਹ ਗੱਲਾਂ ਕੋਈ ਬੰਦਾ ਨਹੀਂ ਹੋ ਸਕਦਾ, ਇਹਦੇ ਪਿੱਛੇ ਕੋਈ ਹੋ ਰਿਹਾ, ਇਹਦੇ ਪਿਛਲੇ ਪਾਸੇ ਪਰਮੇਸ਼ਰ ਆ ਜਿਹੜਾ ਇਹਨਾਂ ਗੱਲਾਂ ਨੂੰ ਸਾਡੇ ਉੱਤੇ ਲੈ ਕੇ ਆ ਰਿਹਾ ਆ। Amen. Amen. ਹਾਲੇਲੂਇਆ। Hallelujah. ਔਰ ਸਾਡੇ ਔਰ ਪ੍ਰਭੂ ਦੇ ਵਿਚਾਲੇ ਅਗਰ ਕੋਈ ਸਾਧਨ ਵਰਤਿਆ ਗਿਆ ਜਿਹਦੇ ਵਿੱਚੋਂ ਦੀ ਉਹ ਚੀਜ਼ਾਂ ਸਾਨੂੰ ਪਤਾ ਲੱਗੀਆਂ, ਉਹ ਸਾਧਨ ਭਾਈ ਬ੍ਰੈਨਮ ਸੀਗਾ। Amen. ਹਾਲੇਲੂਇਆ। Hallelujah. ਉਹ ਭਾਈ ਬ੍ਰੈਨਮ ਦੇ ਵਿੱਚੋਂ ਦੀ ਹੋ ਕੇ ਸਾਡੇ ਉੱਤੇ ਗੱਲਾਂ ਪ੍ਰਗਟ ਹੋਈਆਂ। ਹਾਲੇਲੂਇਆ। ਔਰ ਭਾਈ ਬ੍ਰੈਨਮ ਦਾ ਸਾਡੀ ਜ਼ਿੰਦਗੀ ਦੇ ਨਾਲ ਜਾਂ ਸਾਡੇ ਮਸੀਹ ਜੀਵਨ ਦੇ ਨਾਲ ਕੀ ਤਾਲਮੇਲ ਆ, ਇਹਨਾਂ ਗੱਲਾਂ ਨੂੰ ਜਾਣਨ ਦੇ ਲਈ ਸਾਨੂੰ ਇੱਕ ਨਿੱਜੀ ਪ੍ਰਕਾਸ਼ਨ ਦੀ ਲੋੜ ਆ ਕਿ ਭਾਈ ਬ੍ਰੈਨਮ ਅਸਲ 'ਚ ਹੈ ਕੀ ਆ। ਜਦ ਪ੍ਰਭੂ ਤੋਂ ਬਾਅਦ ਅਸੀਂ ਕਿਉਂ ਕਹਿੰਦੇ ਆ ਕਿ ਭਾਈ ਬ੍ਰੈਨਮ ਆ ਜਿਹਦੇ ਵਿੱਚੋਂ ਦੀ ਹੋ ਕੇ ਇੱਕ ਲਾੜੀ ਨੂੰ ਲੰਘਣਾ ਹੀ ਪੈਣਾ ਆ। ਭਾਈ ਬ੍ਰੈਨਮ ਦਾ ਲਾੜੀ ਦੇ ਨਾਲ ਕੀ ਸੰਬੰਧ ਕੀ ਆ? ਭਾਈ ਬ੍ਰੈਨਮ ਦੇ ਨਾਲ, ਭਾਈ ਬ੍ਰੈਨਮ ਦੇ ਬਾਰੇ ਇਹ ਸਾਰੀਆਂ ਨਿੱਜੀ ਗੱਲਾਂ ਜਾਣਨ ਦੇ ਲਈ ਚਾਹੀਦਾ ਆ ਕਿ ਸਾਡੇ ਕੋਲ ਇੱਕ ਨਿੱਜੀ ਪ੍ਰਕਾਸ਼ਨ ਹੋਏ, Amen. ਤਾਂ ਜੋ ਅਸੀਂ ਪਹਿਚਾਨ ਸਕੀਏ ਕਿ ਸਾਡੇ ਯੁੱਗ ਦੇ ਵਿੱਚ ਭਾਈ ਬ੍ਰੈਨਮ ਹੀ ਕਿਉਂ ਆਇਆ ਹੈ। ਹਾਲੇਲੂਇਆ। Hallelujah. ਕਿਉਂਕਿ ਤੁਹਾਨੂੰ ਯਾਦ ਆ ਮਤੀ ਦੀ 16 ਅਧਿਆਏ, ਉਹ ਆਪਣੇ ਚੇਲਿਆਂ ਨੂੰ ਪੁੱਛ ਰਿਹਾ ਪ੍ਰਭੂ ਯਿਸੂ ਮਸੀਹ ਕਿ ਲੋਕ ਮੇਰੇ ਬਾਰੇ ਕੀ ਆਖਦੇ ਆ। ਉਹਨੇ ਕਿਹਾ ਕੋਈ ਤਾਂ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਕਹਿੰਦਾ ਤੁਸੀਂ ਕੀ ਕਹਿੰਦੇ? ਪਤਰਸ ਬੋਲਿਆ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਆ। Amen. ਉਹ ਕਹਿੰਦਾ ਗੱਲ ਤੇਰੇ ਉੱਤੇ ਲਹੂ ਤੇ ਮਾਸ ਨੇ ਨਹੀਂ, ਬਲਕਿ ਮੇਰੇ ਪਿਤਾ ਨੇ ਪ੍ਰਗਟ ਕੀਤੀ ਆ। ਇਹ ਕਹਿੰਦਾ ਗੱਲ ਅਲੌਕਿਕ ਆ। Hallelujah. ਉਹ ਕਹਿੰਦਾ ਮੈਂ ਵੀ ਤੈਨੂੰ ਆਖਦਾ ਆ ਕਿ ਤੂੰ ਪਤਰਸ ਆ, ਪਰ ਇਸ ਪੱਥਰ ਦੇ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। Amen. ਇਹ ਰੋਮਨ ਕੈਥੋਲਿਕ ਵਾਲੇ ਹਾਲੇ ਤੱਕ ਇਸ ਗੱਲ ਤੋਂ ਕਨਫਿਊਜ਼ ਆ। ਉਹ ਕਹਿੰਦੇ ਕਿ ਉਸ ਜਗ੍ਹਾ ਤੇ ਉੱਥੇ ਇੱਕ ਪੱਥਰ ਪਿਆ ਸੀ, ਔਰ ਕਹਿੰਦੇ ਆਓ ਤੁਹਾਨੂੰ ਵਿਖਾਉਂਦੇ ਹਾਂ, ਉਹ ਪੱਥਰ ਹਾਲੇ ਤੱਕ ਵੀ ਯਰੂਸ਼ਲਮ ਦੇ ਵਿੱਚ ਆ। ਉੱਥੋਂ ਪੱਟ ਕੇ ਉਹ ਪੱਥਰ ਨੂੰ ਇਹਨਾਂ ਨੇ ਕਿਤੇ ਏਦਾਂ ਦੇ ਸਥਾਨ ਤੇ ਰੱਖਿਆ ਜਿੱਥੇ ਉਹਨੂੰ ਮਤ ਕੇ ਵੀ ਏਦਾਂ ਦਿਖਾਇਆ ਜਾਂਦਾ ਵੀ ਆਹ ਦੇਖੋ ਪੱਥਰ, ਜਿਹਦੀ ਗੱਲ ਕੀਤੀ ਹੋਈ ਹੈ। ਜਿਸ ਪੱਥਰ ਦੀ ਗੱਲ ਕੀਤੀ ਗਈ ਪ੍ਰਭੂ ਯਿਸੂ ਮਸੀਹ ਨੇ, ਇਸ ਪੱਥਰ ਦੇ ਉੱਤੇ ਕਲੀਸਿਆ ਬਣਨੀ ਆ। ਕਿਹਨਾਂ ਨੂੰ ਗੱਲ ਸਮਝ ਆਈ? Amen. ਪਰ ਉਹ ਪੱਥਰ ਦੇ ਉੱਤੇ ਕਿੱਦਾਂ ਕਲੀਸਿਆ ਬਣ ਸਕਦੀ ਹੈ? ਕਈ ਕਹਿੰਦੇ ਕਿ ਉਹ ਪੱਥਰ ਭਾਈ ਸੰਤ ਪਤਰਸ ਸੀ। ਕਈ ਕਹਿੰਦੇ ਉਹ ਪਤਰਸ ਨੂੰ ਪੱਥਰ ਕਿਹਾ, ਪਰ ਉਹ ਪੱਥਰ ਕਿੱਦਾਂ ਹੋ ਸਕਦਾ ਆ ਜਿਹੜਾ ਮਰ ਗਿਆ ਔਰ ਹਾਲੇ ਤੱਕ ਵੀ ਉਹ ਕਬਰ 'ਚ ਆ। ਹਾਲੇ ਤੱਕ ਵੀ ਉਹ ਕਬਰ 'ਚ ਆ। ਜਿਹਨੂੰ ਆਪਣੇ ਪਾਪ ਬਖਸ਼ਾਉਣ ਦੇ ਲਈ ਯਿਸੂ ਮਸੀਹ ਦੇ ਲਹੂ ਦੇ ਹੇਠ ਆ ਪਾਉਣਾ ਪਿਆ ਉਹਨੂੰ। ਸਾਨੂੰ ਤਾਂ ਕੋਈ ਐਦਾਂ ਦੀ ਚੀਜ਼ ਚਾਹੀਦੀ ਜਿਹਦੇ ਤੁੱਲ ਕੋਈ ਨਾ ਹੋਏ। ਹਾਲੇਲੂਇਆ। Hallelujah. ਪਰ ਸਾਡੇ ਯੁੱਗ ਦੇ ਨਬੀ ਨੇ ਦੱਸਿਆ ਕਿ ਅਸਲ ਦੇ ਵਿੱਚ
ਉਹ ਪ੍ਰਕਾਸ਼ਨ ਸੀ। Amen. ਅਸਲ 'ਚ ਉੱਥੇ ਕੋਈ ਪੱਥਰ ਨਹੀਂ ਸੀਗਾ, ਨਾ ਹੀ ਪਤਰਸ ਪੱਥਰ ਸੀਗਾ। ਪ੍ਰਕਾਸ਼ਨ ਸੀ। ਉਹਨੇ ਉਸ ਅਲੌਕਿਕ ਘਟਨਾ ਨੂੰ ਕਿਆ ਪ੍ਰਕਾਸ਼ਨ, ਚਟਾਨ, Amen. ਪੱਥਰ, ਕਿ ਜਿਹੜੀ ਗੱਲ ਨਿੱਜੀ ਤੌਰ ਤੇ ਸਾਡੇ ਤੇ ਪ੍ਰਗਟ ਹੁੰਦੀ ਆ। ਸੱਚ ਹੈ ਜੀ। ਕਿੰਨੇ ਗੱਲ ਸਮਝਾਈ? ਆਮੀਨ। ਜਿਹੜੀ ਗੱਲ ਬਹੁਤਿਆਂ ਤੇ ਨਹੀਂ, ਇਕਾਂਤ ਦੇ ਵਿੱਚ ਕਿਸੇ ਦੇ ਉੱਤੇ ਪ੍ਰਗਟ ਹੁੰਦੀ ਆ। ਸੱਚ ਹੈ ਜੀ। ਵਿਅਕਤੀਗਤ ਤੌਰ ਤੇ ਜਿਹੜਾ ਕੋਈ ਲਿਖਤਾਂ ਦਾ ਲਿਖਤ ਜਿਹਦੇ ਉੱਤੇ ਖੁੱਲਦੀ ਆ। ਸੱਚ ਹੈ। ਜੇ ਮੈਂ ਇਹ ਗੱਲ ਕਹਾਂ ਕਿ ਜੋ ਗੱਲ ਆਮ ਲੋਕ ਨਹੀਂ ਜਾਣ ਸਕਦੇ, ਪਰ ਪ੍ਰਭੂ ਆਪਣੇ ਖਾਸ ਸ਼੍ਰੇਣੀ ਦੇ ਲੋਕਾਂ ਦੇ ਉੱਤੇ ਕਈਆਂ ਗੱਲਾਂ ਦਾ ਖੁਲਾਸਾ ਕਰਦਾ ਆ। आमीन आमीन ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਆ, ਉਹਨਾਂ ਨੂੰ ਸੱਚੇ ਬਪਤਿਸਮੇ ਦੇ ਬਾਰੇ ਨਹੀਂ ਪਤਾ। ਅੱਜ ਬਹੁਤ ਲੋਕ ਆ, ਉਹਨਾਂ ਨੂੰ ਅਸਲੀ ਪਵਿੱਤਰ ਆਤਮਾ ਦੇ ਬਾਰੇ ਨਹੀਂ ਪਤਾ। ਬਹੁਤ ਲੋਕ ਆ ਜਿਨ੍ਹਾਂ ਦੇ ਉੱਤੇ ਪ੍ਰਭੂ ਭੋਜ ਦਾ ਭੇਤ ਹੀ ਨਹੀਂ ਖੁੱਲਾ। ਬਹੁਤ ਲੋਕ ਆ ਜਿਨ੍ਹਾਂ ਨੂੰ ਪਤਾ ਨਹੀਂ ਕਿ ਪ੍ਰਭੂ ਯਿਸੂ ਮਸੀਹ ਅਸਲ 'ਚ ਹੈ ਕੀ ਆ। ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਅਸੀਂ ਨਿੱਜੀ ਤੌਰ ਤੇ ਉਸ ਪ੍ਰਕਾਸ਼ਨ ਦੇ ਨਾਲ ਜੁੜੇ ਨਹੀਂ ਆ, ਜਿਹਦਾ ਵਾਅਦਾ ਖੁਦ ਪ੍ਰਭੂ ਯਿਸੂ ਮਸੀਹ ਨੇ ਕੀਤਾ ਕਿ ਅਸਲ ਦੇ ਵਿੱਚ ਇਹ ਨਿੱਜੀ ਪ੍ਰਕਾਸ਼ਨ ਆ। ਔਰ ਜਦ ਤੱਕ ਇਹ ਨਿੱਜੀ ਪ੍ਰਕਾਸ਼ਨ ਨਹੀਂ ਕਿਸੇ ਦੀ ਜ਼ਿੰਦਗੀ 'ਚ ਖੁੱਲਦਾ, ਅਸੀਂ ਸਹੀ ਭਗਤੀ ਕਰ ਹੀ ਨਹੀਂ ਸਕਦੇ। ਸਾਨੂੰ ਅਸਲੀ ਮਿਆਰ ਜੋ ਮੈਸੀ ਦਾ ਸਟੈਂਡਰਡ ਆ ਉਹ ਪਤਾ ਲੱਗ ਹੀ ਨਹੀਂ ਸਕਦਾ। ਕਿੰਨਾ ਗੱਲ ਸਮਝਾਈ? ਤੁਹਾਨੂੰ ਯਾਦ ਆ ਕਾਇਨ ਉਹ ਭਗਤੀ ਕਰਨਾ ਚਾਹੁੰਦਾ ਸੀ, ਉਹ ਪ੍ਰਭੂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਪਰ ਪ੍ਰਕਾਸ਼ਨ ਦੀ ਕਮੀ ਹੋਣ ਦੇ ਕਰਕੇ ਉਹਨੂੰ ਪਤਾ ਹੀ ਨਹੀਂ ਵੀ ਭੇਟ ਤਾਂ ਚੜਾਉਣੀ ਜਾਇਜ਼ ਆ, ਪਰ ਕਾਹਦੀ। ਸੱਚ ਹੈ। ਅੱਜ ਲੋਕ ਕਈ ਆਉਂਦੇ, ਉਹ ਦਾਨ ਦਿੰਦੇ, ਉਹ ਘੁੱਟਣੇ ਟੇਕਦੇ, ਦੁਆ ਕਰਦੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਦੁਆ ਕਰਨੀ ਕੀ ਆ, ਮੈਂ ਦਾਨ ਦੇਣਾ ਆ ਔਰ ਦੇਣਾ ਕਿੱਦਾਂ ਆ, ਮੈਂ ਬੰਦਗੀ 'ਚ ਜਾਣਾ ਆ ਪਰ ਜਾਣਾ ਕਿੱਦਾਂ ਆ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੀਨ। ਔਰ ਇਹ ਸਾਰੀਆਂ ਗੱਲਾਂ ਦਰੁਸਤ ਕਦੋਂ ਹੁੰਦੀਆਂ? ਜਦੋਂ ਇੱਕ ਨਿੱਜੀ ਪ੍ਰਕਾਸ਼ਨ ਸਾਡੇ ਉੱਤੇ ਖੁੱਲਦਾ ਆ। ਸੱਚ ਹੈ। ਸਾਨੂੰ ਪਤਾ ਲੱਗਦਾ ਆ ਕਿ ਅਸੀਂ ਕੰਮਾਂ ਨੂੰ ਅਹਿਮੀਅਤ ਨਹੀਂ ਦੇਣੀ, ਅਸੀਂ ਉਦਾਂ ਦੇ ਕੰਮ ਨਹੀਂ ਕਰਨੇ ਜਿੱਦਾਂ ਦੇ ਆਮ ਲੋਕ ਕਰ ਰਹੇ ਆ। Amen. ਅਸੀਂ ਖਾਸ ਸ਼੍ਰੇਣੀ ਦੇ ਲੋਕ ਆ। Amen. ਹਾਲੇਲੂਇਆ। ਸਾਡੇ ਨਾਲ ਪ੍ਰਭੂ ਦਾ ਜਿਹੜਾ ਵਾਅਦਾ ਆ ਉਹ ਅਲੱਗ ਤਰੀਕੇ ਦਾ ਵਾਅਦਾ ਆ। Amen. ਹਾਲੇਲੂਇਆ। ਹਾਲੇਲੂਇਆ। ਕਿਹਨਾਂ ਨੇ ਗੱਲ ਸਮਝ ਆਈ ਪ੍ਰਕਾਸ਼ਨ ਦੀ? ਆਮੀਨ। ਕਿਉਂਕਿ ਉਹ ਲੋਕ ਹੀ ਦਰੁਸਤ ਭਗਤੀ ਕਰ ਸਕਦੇ ਆ ਜਿਨ੍ਹਾਂ ਦੇ ਉੱਤੇ ਪ੍ਰਭੂ ਦਾ ਪ੍ਰਕਾਸ਼ਨ ਖੁੱਲ ਜਾਂਦਾ ਆ। ਆਮੀਨ। ਹਾਲੇਲੂਇਆ। ਆਮ ਖਾਸ ਲੋਕ ਬਾਈਬਲ ਪੜ੍ਹਦੇ ਆ ਔਰ ਹਜ਼ਾਰਾਂ ਲੋਕ ਆ ਇਸ ਬਾਈਬਲ ਦੇ ਗਿਆਨੀ, ਮਾਹਰ। ਔਰ ਤੁਹਾਨੂੰ ਪਤਾ ਬਾਈਬਲ ਕਾਲਜਾਂ ਦੇ ਵਿੱਚ ਜਾ ਕੇ ਜਿਹੜੇ ਸਟੂਡੈਂਟ ਉੱਥੋਂ ਪਾਸਟਰ ਬਣ ਕੇ ਆਉਂਦੇ, ਜੁੜੇ ਆ ਬਾਈਬਲ ਦੇ ਨਾਲ। ਉਹਨਾਂ ਨੂੰ ਅਸਲ 'ਚ ਬਾਈਬਲ ਨਾਲ ਤਾਂ ਜੋੜਿਆ ਜਾਂਦਾ। ਕੁਦਰਤੀ ਪ੍ਰਕਾਸ਼ਨ ਜੋ ਅਲੌਕਿਕ ਪ੍ਰਕਾਸ਼ਨ ਖੋਲਦਾ ਆ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਦਿੱਤੀ ਜਾਂਦੀ ਕਿ ਸੇਵਕਾਈਆਂ ਪ੍ਰਭੂ ਖੜੀਆਂ ਕਰਦਾ ਆ। Amen. ਉਹਨਾਂ ਨੂੰ ਤਾਂ ਬਸ ਇਹ ਆ ਕਿ ਸਾਡੀ ਸੰਸਥਾ ਪ੍ਰਚਾਰਕ ਖੜੇ ਕਰਦੀ ਆ, Amen. ਉਹਨਾਂ ਦਾ ਖਰਚਾ ਚੱਕਦੀ ਆ, ਉਹਨਾਂ ਦੇ ਬੱਚਿਆਂ ਦੀ ਟੈਨਸ਼ਨ, ਸਭ ਕੁਝ, ਹੈਲਪ ਦਿੰਦੀ ਜੀ। ਸਭ ਹੈਲਪ ਸਾਡੀ ਸੰਸਥਾ ਦਿੰਦੀ ਆ। ਹਾਲੇਲੂਇਆ। Hallelujah. ਉਹਨਾਂ ਨੂੰ ਅਸਲੀ ਬਾਈਬਲ ਦੇ ਪੈਂਤੜੇ ਸਿਖਾਏ ਜਾਂਦੇ, ਬਾਈਬਲ ਦਾ ਗਿਆਨ ਸਿਖਾਇਆ ਜਾਂਦਾ। ਪਰ ਵਚਨ ਬਿਆਨ ਕਰਦਾ ਬਾਈਬਲ ਦੀ ਲਿਖਤ ਆ ਕਿ ਜਿਹੜੀਆਂ ਗੱਲਾਂ ਉਹਨਾਂ ਸਾਰੇ ਗਿਆਨੀਆਂ ਤੋਂ ਪ੍ਰਭੂ ਨੇ ਲੁਕਾ ਕੇ ਰੱਖੀਆਂ, ਪਰ ਇੱਕ ਖਾਸ ਸ਼੍ਰੇਣੀ ਦੇ ਲੋਕਾਂ ਦੇ ਉੱਤੇ ਉਹ ਗੱਲਾਂ ਨੂੰ ਜ਼ਾਹਰ ਕਰ ਦਿੱਤਾ। ਹਾਲੇਲੂਇਆ। ਕਿਉਂਕਿ ਜੋ ਗੱਲਾਂ ਬਾਈਬਲ ਦੇ ਵਿੱਚ ਛੁਪੀਆਂ ਆ, ਲਿਖੀਆਂ ਨਹੀਂ ਗਈਆਂ, ਛੁਪਾਈਆਂ ਗਈਆਂ ਗੱਲਾਂ। ਕਿਉਂਕਿ ਵਚਨ 'ਚ ਲਿਖਿਆ ਕਿ ਪ੍ਰਭੂ ਕਦੇ ਵੀ ਗੱਲ ਨਹੀਂ ਸੀ ਕਰਦਾ, ਜਦ ਵੀ ਬੋਲਦਾ ਸੀ ਦ੍ਰਿਸ਼ਟਾਂਤਾਂ ਦੇ ਵਿੱਚ ਬੋਲਦਾ ਸੀ, Amen. ਉਹ ਬੁਝਾਰਤਾਂ 'ਚ ਗੱਲਾਂ ਕਰਦਾ ਸੀ। Amen.
ਔਰ ਕਈ ਵਾਰ ਚੇਲਿਆਂ ਦੀ ਉਹਦੇ ਨਾਲ ਬੜੀ ਇਸ ਗੱਲ ਦੇ ਉੱਤੇ ਗੱਲਬਾਤ ਹੁੰਦੀ, ਕਹਿੰਦਾ ਕਿ ਪ੍ਰਭੂ ਤੂੰ ਇਹਨਾਂ ਸਾਰਿਆਂ ਦੇ ਨਾਲ ਭੇਤਾਂ 'ਚ ਗੱਲਾਂ ਕਿਉਂ ਕਰਦਾ ਆ? ਤੂੰ ਗੱਲ ਨੂੰ ਸਿੱਧੀ ਵੀ ਕਰ ਸਕਦਾ ਹੈ, ਘੁਮਾ ਫਰਾ ਕੇ ਕਿਉਂ ਕਰਦਾ ਆ? ਉਹ ਕਹਿੰਦਾ ਮੈਂ ਇਸੇ ਲਈ ਕਰਦਾ ਆ ਕਿ ਇਹ ਸਮਝਣ ਹੀ ਨਾ। ਅੱਜ ਬਾਈਬਲ ਹਰੇਕ ਕੋਈ ਚੱਕੀ ਫਿਰਦਾ ਆ। आमीन। ਮੈਂ ਬਾਈਬਲ ਨੂੰ ਗਲਤ ਨਹੀਂ ਕਹਿ ਰਿਹਾ, ਹਰੇਕ ਚੱਕੀ ਫਿਰਦਾ ਆ, ਹਰੇਕ ਬਾਈਬਲ ਪੜ੍ਹ ਰਿਹਾ ਹੈ, ਪਰ ਇਹਦਾ ਪ੍ਰਕਾਸ਼ਨ ਉੱਪਰੋਂ ਆਉਂਦਾ ਆ। ਪ੍ਰਭੂ ਉਹ ਕਹਿੰਦਾ ਕਿ ਇਹ ਗੱਲ ਤੇਰੇ ਉੱਤੇ ਲਹੂ ਤੇ ਮਾਸ ਨੇ ਨਹੀਂ ਬਲਕਿ ਮੇਰੇ ਪਿਤਾ ਨੇ ਪ੍ਰਗਟ ਕੀਤੀ ਹੈ। ਔਰ ਸਾਡੇ ਯੁੱਗ ਦੇ ਨਬੀ ਨੇ ਕਿਹਾ ਕਿ ਹਰੇਕ ਲਿਖਤ ਦਾ ਪ੍ਰਕਾਸ਼ਨ ਉਸ ਲਿਖਤ ਦੇ ਪਿਛਲੇ ਪਾਸੇ ਛੁਪਿਆ ਹੁੰਦਾ ਹੈ। ਆਮੀਨ। ਔਰ ਤਦ ਤੱਕ ਕਹਿੰਦਾ ਉਸ ਬਾਈਬਲ ਨੂੰ, ਉਸ ਲਿਖਤ ਨੂੰ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਔਰ ਪ੍ਰਭੂ ਨੂੰ ਕਹੇ ਪ੍ਰਭੂ ਮੈਨੂੰ ਇਹ ਲਿਖਤ ਨਹੀਂ ਇਹਦੇ ਪਿਛਲਾ ਪ੍ਰਕਾਸ਼ਨ ਬਖਸ਼, ਹਾਲੇਲੂਇਆ। ਆਮੀਨ। ਕਿਉਂਕਿ ਮੇਰਾ ਜੀਵਨ ਇਸ ਲਿਖਤ ਦੇ ਦੁਆਰਾ ਨਹੀਂ, ਇਹਦੇ ਪਿਛਲਾ ਜਿਹੜਾ ਪ੍ਰਕਾਸ਼ਨ ਆ ਉਹਦੇ ਦੁਆਰਾ ਬਚਾਇਆ ਜਾਣਾ ਹੈ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਿੰਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ? ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਗੱਲਾਂ ਸਮਝ ਆ ਰਹੀਆਂ ਆ। ਹਾਲੇਲੂਇਆ। ਕਿਉਂਕਿ ਸਾਡਾ ਬਚਾਓ ਪ੍ਰਕਾਸ਼ਨ ਦੇ ਨਾਲ ਆ। ਪ੍ਰਭੂ ਪ੍ਰਕਾਸ਼ਨ ਦੀ ਕਦਰ ਕਰਦਾ ਆ। ਪ੍ਰਭੂ ਉਸ ਚੀਜ਼ ਦੀ ਕਦਰ ਕਰਦਾ ਹੈ ਜਿਹੜੀ ਚੀਜ਼ ਅਲੌਕਿਕ ਆ। Amen. ਔਰ ਇਹ ਚੀਜ਼ ਦਿਖਾਈ ਨਹੀਂ ਜਾ ਸਕਦੀ। ਕਿਹਨਾਂ ਨੂੰ ਗੱਲ ਸਮਝ ਆਈ? ਉਹਨੇ ਕਿਹਾ ਕਿ ਬੀਜ ਬੀਜਣ ਵਾਲਾ ਨਿਕਲਿਆ, ਉਹਨੇ ਆਪਣੀ ਜ਼ਮੀਨ ਦੇ ਵਿੱਚ ਵਧੀਆ ਬੀਜ ਬੀਜਿਆ, ਪਰ ਜਦ ਲੋਕ ਸੌ ਰਹੇ ਸੀ ਵੈਰੀ ਆਇਆ, ਜੰਗਲੀ ਬੂਟੀ ਬੀਜ ਗਿਆ। ਜਿੱਥੇ ਉਹਨੇ ਕਿਹਾ ਨਾ ਵੀ ਇੱਕ ਬੀਜ ਪੱਥਰਾਂ 'ਚ ਸੁੱਟਿਆ ਗਿਆ, ਅਸਲ 'ਚ ਪ੍ਰਭੂ ਯਿਸੂ ਮਸੀਹ ਜਦੋਂ ਆਹ ਪ੍ਰਚਾਰ ਕਰ ਰਿਹਾ ਨਾਲ ਉਹਦੇ ਹੱਥ 'ਚ ਕਈ ਦਾਣੇ ਆ। ਏਦਾਂ ਸੀ ਗੱਲ ਅਸਲ 'ਚ। ਉੱਥੇ ਨਾਲ ਇੱਕ ਬੰਦਾ ਖੜਾ, ਉਹਨੇ ਏਦਾਂ ਦਾਣੇ ਮੁੱਠ ਭਰ ਕੇ ਭਰੀ, ਉਹਨੇ ਛੱਟਾ ਦਿੱਤਾ ਉਦਾਂ ਹੀ। ਕਹਿੰਦਾ ਆ ਦੇਖੋ ਦਾਣੇ ਆ, ਤੇ ਕਹਿੰਦਾ ਇੱਧਰ ਵੇਖੋ ਕਈ ਪਥਰੇਲੀ ਜ਼ਮੀਨ 'ਚ ਗਿਆ ਔਰ ਕਈ ਕੰਡਿਆਲੀਆਂ 'ਚ ਗਿਆ, ਕਈ ਪਰੇ ਵੱਲ ਗਿਆ, ਪੰਛੀ ਚੁਰਾ ਕੇ ਲੈ ਗਏ, ਪੰਛੀ ਚੁੱਕ ਕੇ ਲੈ ਗਏ। ਇਸ ਤਰੀਕੇ ਦੇ ਨਾਲ ਸਮਝਾ ਰਿਹਾ। ਸਾਡੇ ਯੁੱਗ ਦੇ ਨਬੀ ਨੇ ਕਿਹਾ ਕਿ ਅਸਲ 'ਚ ਉਹ ਐਗਰੀਕਲਚਰ ਨਹੀਂ ਸਿਖਾ ਰਿਹਾ ਸੀ ਉਹਨਾਂ ਨੂੰ, ਖੇਤੀਬਾੜੀ ਨਹੀਂ ਦੱਸ ਰਿਹਾ, ਉਹਨਾਂ ਨੂੰ ਖੇਤੀਬਾੜੀ ਦਾ ਗਿਆਨ ਨਹੀਂ ਸੀ ਦੇ ਰਿਹਾ ਪ੍ਰਭੂ ਯਿਸੂ ਮਸੀਹ। ਵਚਨ ਦੇ ਰਿਹਾ ਸੀ। ਕਿਹਨਾਂ ਗੱਲ ਸਮਝਾਈ? ਬਾਈਬਲ ਕਾਲਜਾਂ 'ਚ ਇਸ ਗੱਲ ਨੂੰ ਪਤਾ ਕਿੱਦਾਂ ਸਮਝਾਇਆ ਜਾਂਦਾ? ਕਹਿੰਦੇ ਕਿ ਐਦਾਂ ਪ੍ਰਭੂ ਕਰਦਾ ਸੀ ਕਿ ਵੇਂਦਾ ਸੀ ਵੀ ਇਹ ਲੋਕ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ। ਉਹਨਾਂ ਸਾਹਮਣੇ ਖੇਤੀਬਾੜੀ ਦੀਆਂ ਉਦਾਹਰਨਾਂ ਰੱਖਦਾ ਸੀ। ਫਿਰ ਵੇਂਦਾ ਸੀ ਵੀ ਆ ਲੋਕ ਜਾਨਵਰਾਂ ਦੀ ਇਹ ਪਸ਼ੂ ਪਾਲਣ ਵਾਲੇ ਆ। ਕਹਿੰਦਾ ਤੁਸੀਂ ਵੀ ਜਾ ਕੇ ਵੇਖਣਾ ਆ ਵੀ ਇਹ ਲੋਕਾਂ ਦਾ ਬਿਜ਼ਨਸ ਕੀ ਆ। ਉਦਾਂ ਦੀਆਂ ਉਦਾਹਰਨਾਂ ਰੱਖਣੀਆਂ ਆ। ਪਰ ਉਹ ਅਸਲੀ ਮਕਸਦ, ਉਸ ਅਸਲੀ ਚੀਜ਼ ਤੱਕ ਕਦੇ ਪਹੁੰਚ ਨਹੀਂ ਸਕਦੇ ਕਿਉਂਕਿ ਜਿਨ੍ਹਾਂ ਕੋਲ ਪ੍ਰਕਾਸ਼ਨ ਨਹੀਂ ਆ। ਇਹ ਪ੍ਰਕਾਸ਼ਨ ਖਾਸ ਸ਼੍ਰੇਣੀ ਦੇ ਲੋਕਾਂ ਦੇ ਉੱਤੇ ਹੀ ਉੰਡੇਲਿਆ ਗਿਆ ਆ। ਉਹਨੇ ਕਿਹਾ ਜੋ ਕੁਛ ਪਰਮੇਸ਼ਰ ਦੇ ਵਿੱਚ ਸੀ ਉਹ ਕੁਛ ਪ੍ਰਭੂ ਯਿਸੂ ਮਸੀਹ ਦੇ ਵਿੱਚ ਉੰਡੇਲ ਦਿੱਤਾ ਗਿਆ, ਔਰ ਜੋ ਕੁਛ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ ਉਹ ਸਭ ਕੁਛ ਲਾੜੀ ਦੇ ਵਿੱਚ ਉੰਡੇਲ ਦਿੱਤਾ ਗਿਆ ਆ। ਹਾਲੇਲੂਇਆ। ਹੁਣ ਮਸੀਹ ਤੇ ਲਾੜੀ ਦੋ ਨਹੀਂ ਗਏ, ਇੱਕ ਆ। ਹਾਲੇਲੂਇਆ। ਉਹ ਲਾੜੀ ਕੀ ਆ? ਯਿਸੂ ਮਸੀਹ ਆ। आमीन। ਉਹ ਮਿਸਿਸ ਜੀਸਸ ਆ। ਲਾੜੀ ਕੀ ਆ? ਲਾੜੀ ਕੀ ਆ? Mrs. Jesus. ਲਾੜੀ ਵੀ ਯਿਸੂ ਮਸੀਹ ਆ। Amen. ਜੇ ਆਦਮ ਬਣਾਇਆ ਗਿਆ ਤੇ ਉਹ ਛੋਟਾ ਪਰਮੇਸ਼ਰ ਬਣਾਇਆ ਗਿਆ। ਆਮੀਨ। ਤੇ ਇਹ ਸ਼ਬਦ ਅਸੀਂ ਅਗਰ ਭਾਈ ਬ੍ਰੈਨਮ ਦੇ ਲਈ ਵਰਤੀਏ ਵੀ ਉਹ ਛੋਟਾ ਯਿਸੂ ਮਸੀਹ ਆ, ਉਹ ਲਾੜੀ ਆ, ਤੇ ਕੀ ਦੋ ਰਹੇ ਆ। ਕਿਹਨਾਂ ਗੱਲ ਸਮਝ ਆਈ? Amen. ਮੇਰੇ ਗੱਲਾਂ ਪਾਸੇ ਧਿਆਨ ਕਰਿਓ। ਭਾਈ ਮੋਨੂ ਜੀ ਇੱਧਰ ਨੂੰ ਵੇਖੋ ਮੇਰੇ ਪਾਸੇ। ਮੈਂ ਹੁਣ ਪੜਾਉਣਾ ਨਹੀਂ, ਮੈਂ ਸਮਝਾ ਰਿਹਾ ਕੁਝ ਗੱਲਾਂ। ਅਸੀਂ ਕਹਿੰਦੇ ਆ ਕਿ ਅਸੀਂ ਮਸੀਹ ਆ,
ਅਸੀਂ ਯਿਸੂ ਮਸੀਹ ਆ Amen. ਕਿਉਂਕਿ ਜੋ ਕੁਝ ਪਰਮੇਸ਼ਰ ਸੀ ਯਿਸੂ ਮਸੀਹ ਚੋਂ ਡੇਲ ਦਿੱਤਾ ਗਿਆ ਜੋ ਕੁਝ ਯਿਸੂ ਮਸੀਹ ਚ ਸੀ ਉਹ ਲਾੜੀ ਚੋਂ ਡੇਲ ਦਿੱਤਾ ਗਿਆ Amen. ਹੁਣ ਲਾੜੀ ਕੌਣ ਆ ਯਿਸੂ ਮਸੀਹ Amen. ਔਰ ਇਸ ਲਾੜੀ ਦਾ ਜਿਹੜਾ ਪਹਿਲਾ ਪੂਲਾ ਆ ਉਹ ਵੀ ਯਿਸੂ ਮਸੀਹ ਆ Amen. ਭਾਈ ਬ੍ਰੈਨਮ ਵੀ ਕੀ ਆ ਉਹ ਭਾਈ ਬ੍ਰੈਨਮ ਕੀ ਆ ਯਿਸੂ ਮਸੀਹ। ਕਿੰਨੇ ਹੱਥ ਉਠਾ ਕੇ ਕਹਿ ਸਕਦੇ ਭਾਈ ਬ੍ਰੈਨਮ ਯਿਸੂ ਮਸੀਹ Amen. ਕਿਉਂਕਿ ਜੇ ਅਸੀਂ ਯਿਸੂ ਮਸੀਹ ਆ ਤੇ ਉਹ ਵੀ ਫਿਰ ਯਿਸੂ ਮਸੀਹ ਆ ਆਓ ਥੋੜਾ ਇਹਦੇ ਬਾਰੇ ਜਾਣਦੇ ਹਾਂ ਗੱਲ ਕਰਦੇ ਹਾਂ ਅਸਲ ਚ ਸਾਡੇ ਯਿਸੂ ਮਸੀਹ ਤਾਂ ਉਹ ਯਿਸੂ ਮਸੀਹ ਆ ਜਿਹਨੇ ਸਾਡੇ ਪਾਪਾਂ ਦੇ ਬਦਲੇ ਜਾਨ ਦਿੱਤੀ ਆ ਪਰ ਉਹ ਯਿਸੂ ਮਸੀਹ ਕਿੱਦਾਂ ਭਾਈ ਬ੍ਰੈਨਮ ਜਾਂ ਅਸੀਂ ਯਿਸੂ ਮਸੀਹ ਕਿੱਦਾਂ ਆ ਹਾਲੇਲੂਇਆ Hallelujah. ਗੱਲ ਨੂੰ ਸਮਝੀਏ ਗੱਲ ਥੋੜੀ ਗਹਿਰੀ ਆ ਪਰ ਥੋੜਾ ਧਿਆਨ ਦਿਓ ਗੱਲ ਸਮਝਣ ਵਾਲੀ ਆ ਹਾਲੇਲੂਇਆ ਅਸੀਂ ਕਿਉਂ ਚਰਚ ਦੇ ਵਿੱਚ ਭਾਈ ਬ੍ਰੈਨਮ ਦੀ ਫੋਟੋ ਲਾਈ ਆ ਕਈ ਵਾਰ ਇਹ ਫੋਟੋਆਂ ਫੇਸਬੁੱਕ ਤੇ ਪਾਉਂਦੇ ਤੇ ਫੇਸਬੁੱਕ ਤੇ ਕਈਆਂ ਨਾਲ ਬਹਿਸ ਚੱਲਦੀ ਆ ਸਵਾਲ ਜਵਾਬ ਹੁੰਦੇ ਆ ਫਿਰ ਉਹਨੂੰ ਦੱਸੀਦਾ ਕਿ ਅਸਲ 'ਚ ਪ੍ਰਭੂ ਯਿਸੂ ਮਸੀਹ ਸਾਡਾ ਪ੍ਰਭੂ ਯਿਸੂ ਮਸੀਹ ਆ ਭਾਈ ਬ੍ਰੈਨਮ ਸਾਡੀ ਯੁੱਗ ਦਾ ਨਬੀ ਆ ਇਹ ਕਿਸੇ ਨੂੰ ਸਮਝਾਉਣ ਦੇ ਲਈ ਪਰ ਆਪਾਂ ਜਿਸ ਮਿਆਰ ਤੇ ਗੱਲ ਕਰ ਰਹੇ ਜਿਸ ਆਧਾਰ ਤੇ ਗੱਲ ਕਰ ਰਹੇ ਆ ਜੋ ਲਿਖਤ ਅਸੀਂ ਪੜ੍ਹੀ ਕੋਈ ਉਹਦੇ ਸਰੂਪ 'ਚ ਢਲਦਾ ਆ ਉਹ ਉਹਦੇ ਵਰਗਾ ਬਣ ਜਾਂਦਾ ਆ ਹਾਲੇਲੂਇਆ ਹਾਲੇਲੂਇਆ। ਉਹਨੇ ਕਿਹਾ ਕਿ ਚੇਲਾ ਗੁਰੂ ਤੋਂ ਵੱਡਾ ਨਹੀਂ ਪਰ ਜਦੋਂ ਕੋਈ ਸਿੱਧ ਬਣ ਜਾਂਦਾ ਸੱਚ ਹੈ ਦਰੁਸਤ ਬਣ ਜਾਂਦਾ ਉਹਦੇ ਉਹਦੇ ਵਰਗਾ ਵਰਗਾ ਬਣ ਜਾਂਦਾ ਹੈ ਕਿੰਨਾਂ ਨੂੰ ਗੱਲ ਸਮਝ ਆਈ ਹਾਲੇਲੂਇਆ ਕਿਉਂਕਿ ਅਸੀਂ ਜਿਸ ਯੁੱਗ ਦੇ ਵਿੱਚ ਰਹਿ ਰਹੇ ਹਾਂ ਇਹ ਯੁੱਗਾਂ ਦੀ ਤਬਦੀਲੀ ਦਾ ਯੁੱਗ ਆ ਸਮਿਆਂ ਦੀ ਤਬਦੀਲੀ ਦਾ ਯੁੱਗ ਆ Amen. ਹਾਲੇਲੂਇਆ ਹਾਲੇਲੂਇਆ। ਜਿੱਦਾਂ ਦੇਖੋ ਕਿ ਦਿਨ ਪ੍ਰਤੀ ਦਿਨ ਬਦਲੇ ਜਾ ਰਹੇ ਆ ਸਾਲ ਤੋਂ ਸਾਲ ਅਗਾਂਹ ਦੀ ਗਾਂਹ ਵਧੇ ਜਾ ਰਹੇ ਆ ਹਾਲੇਲੂਇਆ ਹਾਲੇਲੂਇਆ। ਅਸੀਂ ਸਮਿਆਂ ਦੀ ਤਬਦੀਲੀ ਦੇ ਵਿੱਚ ਰਹਿ ਰਹੇ ਆ ਹਾਲੇਲੂਇਆ ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਇਹਨੂੰ ਸਮਿਆਂ ਦਾ ਸੰਗਮ ਵੀ ਆਖਦੇ ਆ Amen. ਕਿ ਜਦੋਂ ਇਹ ਆਤਮਿਕ ਗੱਲ ਆ ਇਹਨੂੰ ਸਮੇਂ ਦਾ ਸੰਗਮ ਕਿੱਦਾਂ ਕਿਹਾ ਜਾਂਦਾ ਆ ਜਦੋਂ ਯਹੂਨਾ ਬਪਤਿਸਮਾ ਦੇਣ ਵਾਲਿਆਂ ਨੇ ਆਖਿਆ ਕਿ ਉਹ ਦੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਜਗਤ ਦੇ ਪਾਪ ਚੁੱਕ ਕੇ ਲੈ ਜਾਂਦਾ ਆ ਆਮੀਨ ਹਾਲੇਲੂਇਆ ਹਾਲੇਲੂਇਆ ਉਹ ਅਸਲ ਦੇ ਵਿੱਚੋਂ ਸਮੇਂ ਦਾ ਸੰਗਮ ਸੀਗਾ ਆਮੀਨ ਇੱਕ ਯੁੱਗ ਤਬਦੀਲ ਕਰ ਦਿੱਤਾ ਗਿਆ ਹੁਣ ਉਹ ਲੇਲਿਆਂ ਦੀਆਂ ਕੁਰਬਾਨੀਆਂ ਬਲਦਾਂ ਦੀਆਂ ਕੁਰਬਾਨੀਆਂ ਕਬੂਤਰਾਂ ਦੇ ਜੋੜੇ ਲਿਆਉਣ ਦੀ ਲੋੜ ਨਹੀਂ ਆ Amen. ਕਿਉਂਕਿ ਇੱਕ ਸਿੱਧ ਕੁਰਬਾਨੀ ਆ ਚੁੱਕੀ ਆ Amen. ਹੁਣ ਉਹਨਾਂ ਦੇ ਨਾਲ ਗੱਲ ਨਹੀਂ ਬਣਨੀ ਹੁਣ ਪਾਪ ਟੱਕੇ ਨਹੀਂ ਜਾਣਗੇ ਕਿਉਂਕਿ ਇਹ ਦਰੁਸਤ ਕੁਰਬਾਨੀ ਆ ਗਈ ਇਹ ਸੰਪੂਰਨ ਲੇਲਾ ਆ ਗਿਆ ਆ Amen. ਹਾਲੇਲੂਇਆ ਹਾਲੇਲੂਇਆ। ਔਰ ਉਹਦੇ ਲਹੂ ਦੇ ਨਾਲ ਪਾਪਾਂ ਨੂੰ ਸਾਫ਼ ਕੀਤਾ ਜਾ ਸਕਦਾ ਆ Amen. ਹਾਲੇਲੂਇਆ ਹਾਲੇਲੂਇਆ। ਇਹ ਯੁੱਗਾਂ ਦੀ ਤਬਦੀਲੀ ਦਾ ਸਮਾਂ ਸੀਗਾ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਇਹਦੇ ਪੈਂਤੀਕੋਸਟਲ ਦੇ ਦਿਨ 120 ਦੀ ਜਮਾਤ ਦੇ ਉੱਤੇ ਪਵਿੱਤਰ ਆਤਮਾ ਉਤਰਿਆ ਉਹ ਜਗ੍ਹਾ ਤੇ ਸਮੇਂ ਦਾ ਸੰਗਮ ਹੋਇਆ ਆਮੀਨ ਉਹ ਸਮੇਂ ਦੀ ਤਬਦੀਲੀ ਸੀਗੀ ਹਾਲੇਲੂਇਆ ਹਾਲੇਲੂਇਆ। ਉਹ ਕਿਰਪਾ ਦਾ ਸਿਗਾਸ਼ਨ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਇਸ ਧਰਤੀ ਦੇ ਉੱਤੇ ਲਿਆਂਦਾ ਗਿਆ ਸਭ ਮਨੁੱਖੀ ਸਰੀਰਾਂ ਦੇ ਵਿੱਚ ਉਹਦੀ ਕਿਰਪਾ ਨੂੰ ਉਂਡੇਲਿਆ ਗਿਆ ਹਾਲੇਲੂਇਆ ਹਾਲੇਲੂਇਆ। ਪ੍ਰਭੂ ਉਸ ਕਿਰਪਾ ਨੂੰ ਇਹਨਾਂ 7 ਸਮਿਆਂ ਦੇ ਵਿੱਚ ਵੰਡਣਾ ਚਾਹ ਰਿਹਾ ਸੀਗਾ ਔਰ ਉਹ ਸਮਾਂ ਸੀਗਾ ਕਿ ਜਦੋਂ ਪਹਿਲਾ ਯੁੱਗ ਅਫਸੁਸ ਸ਼ੁਰੂ ਹੋਇਆ ਆਮੀਨ ਹਾਲੇਲੂਇਆ ਹਾਲੇਲੂਇਆ। ਮੈਂ ਗੱਲਾਂ ਸਮਝ ਆ ਰਹੀਆਂ ਜਿਹੜੀ ਮੈਂ ਬੋਲ ਰਿਹਾ ਆਮੀਨ ਕਿੰਨਿਆਂ ਦੀ ਸਮਝ ਆ ਰਹੀ ਗੱਲ ਹੈ ਆਮੀਨ ਯੁੱਗਾਂ ਦੀ ਤਬਦੀਲੀ ਦੀ ਗੱਲ ਆ ਬਾਈਬਲ ਦੇ ਵਿੱਚ ਅਨੇਕਾਂ ਇਦਾਂ ਦੇ ਯੁੱਗ ਇੱਕ ਯੁੱਗ ਤੋਂ ਦੂਸਰੇ ਯੁੱਗ 'ਚ ਦੂਸਰੇ ਯੁੱਗ ਤੋਂ ਤੀਸਰੇ ਯੁੱਗ 'ਚ ਐਦਾਂ ਬਾਈਬਲ ਬੋਲ ਰਹੀ ਹੈ ਕਿੰਨੇ ਜਾਣਦੇ ਪ੍ਰਭੂ ਯਿਸੂ ਮਸੀਹ ਨੂੰ 2000 ਸਾਲ ਹੋ ਗਏ ਇਸ ਧਰਤੀ ਤੋਂ ਗਿਆ ਹੋਏ ਨੂੰ Amen. ਹਾਲੇਲੂਇਆ ਹਾਲੇਲੂਇਆ ਇਹਨਾਂ 2000 ਸਾਲਾਂ 'ਚ ਬਾਈਬਲ ਨੇ ਇਹਨਾਂ 2000 ਸਾਲਾਂ ਨੂੰ 7 ਭਾਗਾਂ ਦੇ ਵਿੱਚ ਵੰਡਿਆ Amen. ਹਾਲੇਲੂਇਆ Amen. ਅਸੀਂ ਬਿਲਕੁਲ ਅਖੀਰਲੇ ਭਾਗ 'ਚ ਹਾਂ Amen. ਅਸੀਂ 7ਵੇਂ ਯੁੱਗ ਦੇ ਵਿੱਚ ਹਾਂ Amen. ਹਾਲੇਲੂਇਆ ਹਾਲੇਲੂਇਆ। ਸਾਡੇ ਤੋਂ ਪਹਿਲਾਂ 6 ਯੁੱਗ ਬੀਤ ਚੁੱਕੇ ਆ ਆਮੀਨ ਹਾਲੇਲੂਇਆ ਹਾਲੇਲੂਇਆ। ਅਸੀਂ ਸਮਿਆਂ ਦੀ ਤਬਦੀਲੀ ਦੇ ਵਿੱਚ ਹਾਂ ਅਸੀਂ ਸਮਿਆਂ ਦੇ ਸੰਗਮ ਨੂੰ ਇਹਨੂੰ ਸਮੇਂ ਦਾ ਸੰਗਮ ਵੀ ਕਹਿ ਸਕਦੇ ਹਾਂ ਔਰ ਹਰੇਕ ਜਦੋਂ ਕੋਈ ਯੁੱਗ ਤਬਦੀਲ ਹੁੰਦਾ ਆ ਪਰਮੇਸ਼ਰ ਦ੍ਰਿਸ਼ ਤੇ ਹੁੰਦਾ ਆ ਉਹ ਕੁਛ ਜਦੋਂ ਇਹ ਸਮੇਂ ਦੀ ਤਬਦੀਲੀ ਹੋਈ ਪ੍ਰਭੂ ਆਪ ਕੁਛ ਕਰਦਾ ਆ Amen.
ਉਹ ਕਿਸੇ ਨੂੰ ਮੌਕਾ ਨਹੀਂ ਦਿੰਦਾ, ਕਿਉਂਕਿ ਵਚਨ 'ਚ ਲਿਖਿਆ ਆ ਇਬਰਾਨੀਆਂ ਦੇ ਖਾਤੇ 'ਚ, ਉੱਥੇ ਲਿਖਿਆ ਕਿ ਉਹ ਯੁੱਗੋ ਯੁੱਗ ਇੱਕੋ ਜਿਹਾ, ਉਹ ਕਦੇ ਨਹੀਂ ਬਦਲਦਾ। ਆਮੇਨ। ਔਰ ਜੋ ਕੁਛ ਜਿਸ ਚੀਜ਼ ਦੀ ਵੀ ਤੁਸੀਂ ਨੌਲੇਜ ਲੈਣਾ ਚਾਹੁੰਦੇ, ਵੇਖਿਓ ਬਾਈਬਲ ਦੇ ਵਿੱਚ ਕਿਤੇ ਨਾ ਕਿਤੇ ਵਾਪਰਿਆ ਆ। ਔਰ ਜਿਹੜੀ ਚੀਜ਼ ਉਦਾਂ ਵਾਪਰੀ ਆ ਉਹ ਇੱਥੇ ਵੀ ਉਦਾਂ ਹੀ ਵਾਪਰੇਗੀ। ਹਾਲੇਲੂਇਆ। ਅਸੀਂ ਦੇਖਿਆ ਕਿ ਜਦੋਂ ਸਮੇਂ ਦਾ ਸੰਗਮ ਭਾਵ ਯੁੱਗ ਦੀ ਤਬਦੀਲੀ ਹੋਈ, ਜਦੋਂ ਵੀ ਤਬਦੀਲੀ ਹੋਈ, ਪਰਮੇਸ਼ਰ ਨੇ ਆਪ ਕੁਛ ਕੀਤਾ, ਉਹਨੇ ਆਪ ਕੁਛ ਕਰਕੇ ਦਿਖਾਇਆ। ਜਦੋਂ ਯੂਹੰਨਾ ਨੇ ਕਿਹਾ ਕਿ ਉਹ ਦੇਖੋ ਪਰਮੇਸ਼ਰ ਦਾ ਲੇਲਾ, ਕੁਛ ਆਪ ਕਰਕੇ ਦਿਖਾ ਰਿਹਾ ਹੈ। ਅਸੀਂ ਗੱਲ ਕੀਤੀ ਕਿ ਈਦੇ ਪੈਂਤੀਕੋਸਤਲ ਦੇ ਦਿਨ ਉਹਨੇ ਕੁਛ ਆਪ ਕਰਕੇ ਦਿਖਾਇਆ। ਹੋਰ ਵੀ ਤੁਸੀਂ ਦੇਖ ਲਓ, ਜਿੰਨੇ ਵੀ ਸਮੇਂ ਦੇ ਸੰਗਮ ਹੋਏ, ਨੂਹ ਨਬੀ ਦੇ ਦਿਨਾਂ ਦੇ ਵੱਲ ਝਾਤੀ ਮਾਰੋ, ਪੁਰਾਣੇ ਨੇਮ 'ਚ ਜਿੰਨੇ ਵੀ ਹੋਏ, ਕੀ ਕੀਤਾ ਉਹਨੇ? ਆਪ ਕੁਛ ਕਰਕੇ ਦਿਖਾਇਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਹਾਲੇਲੂਇਆ। ਕਿਉਂਕਿ ਗੱਲਾਂ ਇਹ ਨੌਲੇਜ ਦੇਣ ਵਾਲੀਆਂ ਗੱਲਾਂ ਆ, ਗਿਆਨ ਦੀਆਂ ਗੱਲਾਂ ਆ, ਔਰ ਅਸਲੀ ਜੋ ਮੈਸੇਜ ਦਾ ਸਟੈਂਡਰਡ ਆ, ਇਹ ਉਹ ਗੱਲਾਂ ਆ। ਆਮੀਨ। ਹਾਲੇਲੂਇਆ। ਬਹੁਤੀ ਵਾਰ ਅਸੀਂ ਸਧਾਰਨ ਗੱਲਾਂ ਕਰਦੇ ਆ, ਬਹੁਤੀ ਵਾਰ ਅਸੀਂ ਸਧਾਰਨ ਦੀਆਂ ਗੱਲਾਂ ਕਰਕੇ ਤੇ ਬਾਅਦ ਠੀਕ ਹੈ, ਗੱਲ ਖਤਮ ਕੀਤੀ। ਪਰ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਅਸਲ 'ਚ ਸਾਨੂੰ ਭਾਈ ਬ੍ਰੈਨਮ ਕੀ ਆ ਇਹ ਨਹੀਂ ਪਤਾ। ਅਸੀਂ ਵਿਸ਼ਵਾਸੀ ਕਾਹਦੇ ਆ, ਕਾਹਦੇ ਲਈ ਅਸੀਂ ਆਪਦੀ ਛਾਤੀ ਕੁੱਟਦੇ ਹਾਂ ਕਿ ਅਸੀਂ ਐਂਡ ਟਾਈਮ ਮੈਸੇਜ ਆ, ਔਰ ਉਹ ਐਂਡ ਟਾਈਮ ਮੈਸੇਜ ਜਿਹੜੇ ਅਸਲ ਵਾਲੇ ਐਂਡ ਟਾਈਮ ਮੈਸੇਜ ਆ। ਅੱਜ ਅਗਰ ਅਸੀਂ ਸੰਸਥਾਵਾਂ ਦੀ ਗੱਲ ਕਰੀਏ, ਅਸੀਂ ਕਹਿੰਦੇ ਆ ਕਿ ਉਹ ਸੰਸਥਾ ਹੈ ਜੀ, ਉਹ ਰਲੀ ਮਿਲੀ ਭੀੜ ਆ, ਪਰ ਸ਼ੈਤਾਨ ਨੇ ਮੈਸੇਜ ਦਾ ਸਟੈਂਡਰਡ ਖਰਾਬ ਕਰਕੇ ਰੱਖ ਦਿੱਤਾ। ਅੱਜ ਸੰਸਥਾਵਾਂ ਨੂੰ ਬਾਹਰ ਨਾ ਦੇਖੋ, ਮੈਸੇਜ ਦੇ ਵਿੱਚ ਹੀ ਬੜੀਆਂ ਸੰਸਥਾਵਾਂ ਹੋ ਚੁੱਕੀਆਂ ਆ। ਉਹਨਾਂ ਨੇ ਆਪਣੇ ਦਾਇਰੇ ਨਿਯੁਕਤ ਕਰ ਲਏ ਆ, ਉਹ ਉਸ ਦਾਇਰੇ ਤੋਂ ਬਾਹਰ ਨਹੀਂ ਜਾ ਰਹੇ। ਔਰ ਸ਼ੈਤਾਨ ਨੇ ਇਸ ਕਦਰ ਉਹਨਾਂ ਦੀ ਹਾਲਤ ਨੂੰ ਵਿਗਾੜ ਦਿੱਤਾ ਕਿ ਉਹ ਕਹਿੰਦੇ ਕਿ ਖੁਦਾ ਹੀ ਕਹਿਣਾ ਆ। ਇੱਥੋਂ ਤੱਕ ਖਰਾਬ ਕੀਤਾ ਕਿ ਉਹ ਭਾਈ ਬ੍ਰੈਨਮ ਦੇ ਨਾਂ 'ਚ ਬਪਤਿਸਮੇ ਦੇਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਇੱਥੋਂ ਤੱਕ ਕਿ ਉਹਨਾਂ ਨੇ ਭਾਈ ਬ੍ਰੈਨਮ ਦੀਆਂ ਫੋਟੋਆਂ ਲਵਾ ਕੇ ਉਹਦੇ ਅੱਗੇ ਮੱਥਾ ਟੇਕ ਰਹੇ ਆ। ਆਮੀਨ। ਮੈਸੇਜ ਦਾ ਸਟੈਂਡਰਡ ਖਰਾਬ ਕਰ ਦਿੱਤਾ ਗਿਆ ਆ। ਪਰ ਜੋ ਗੱਲ ਅਸੀਂ ਇੱਥੇ ਰੱਖ ਰਹੇ ਆ, ਇਹ ਅਸਲ ਆ। ਹਾਲੇਲੂਇਆ। ਕੋਈ ਕਹਿੰਦੇ ਸਾਤ ਗਰਜਣਾ, ਇੱਕ ਇਹ ਝੁੰਡ ਉੱਠ ਰਿਹਾ ਇਹਦਾ ਆਪਣੇ ਦਾ ਯੂਸਫ ਕੋਲਮੈਨ ਦਾ, ਇੱਕ ਉਹ ਮਹਾਨ ਸੱਦੇ ਵਾਲੇ ਆ, ਉਹ ਕਹਿੰਦੇ ਕਿ ਲੌਂਗ ਡਰੈਸਾਂ ਪਵਾਓ ਔਰਤਾਂ ਨੂੰ। ਕੀ ਉਹਨਾਂ ਨੂੰ ਕਹਿੰਦੇ ਆ? ਗਾਉਣ ਹੀ ਹੋਣ ਬਸ ਚਰਚ ਦੇ ਵਿੱਚ। ਹਾਲੇਲੂਇਆ। ਬਹੁਤ ਮੈਸੇਜ ਦੇ ਵਿੱਚ ਏਦਾਂ ਦੀਆਂ ਸੰਸਥਾਵਾਂ ਆ ਗਈਆਂ, ਔਰ ਹੋਰ ਪਤਾ ਨਹੀਂ ਕਿੰਨੀਆਂ, ਮੈਂ ਕਿੰਨਾ ਨਾਮ ਲਵਾਂ। ਆ ਪਿੱਛੇ ਆ ਜਿਹੜਾ ਸੈਲਮਨ ਜੇਕਬ ਆਇਆ, ਉਹ ਕਹਿੰਦਾ ਨਬੀ ਨਹੀਂਗਾ। ਹਾਲੇਲੂਇਆ। ਭਰਾਓ ਥੋੜੀ ਦੇਰ ਇਹਦੇ ਉੱਤੇ ਜਾਣਦੇ ਹਾਂ ਕਿ ਅਸਲ 'ਚ ਭਾਈ ਬ੍ਰੈਨਮ ਹੈ ਕੀ ਆ। ਗੱਲ ਕਰਦੇ ਹਾਂ ਕਿ ਜਦੋਂ ਵੀ ਯੁੱਗਾਂ ਦੀ ਤਬਦੀਲੀ ਹੋਈ, ਪਰਮੇਸ਼ਰ ਨੇ ਆਪ ਕੁਛ ਕਰਕੇ ਦਿਖਾਇਆ ਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਹਨੇ ਆਪ ਦ੍ਰਿਸ਼ ਤੇ ਆਇਆ ਆ। ਆਮੀਨ। ਪਤਾ ਲੱਗਦਾ ਕਿ ਇਹ ਤਾਂ ਬੰਦਾ ਹੀ ਸੀ, ਪਰ ਵਿੱਚੋਂ ਦੀ ਉਹਨੇ ਆਪ ਕੁਛ ਕਰਕੇ ਦਿਖਾਇਆ ਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਜਿੱਦਾਂ ਅਸੀਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ 10 ਅਧਿਆਇ 'ਚ ਮਹਾਬਲੀ ਦੂਤ ਦੀ ਸੇਵਕਾਈ ਹੋਈ, ਪਰ ਕਿੱਥੇ ਹੋਈ, ਕਦੋਂ ਹੋਈ, ਕਿਸਨੇ ਕਰਕੇ ਦਿਖਾਈ? ਸੱਤਾ ਮੋਹਰਾਂ ਨੂੰ ਕਿੰਨੇ ਖੋਲਿਆ? ਪੁੱਛਦੇ ਆ। ਸੱਤਾ ਮੋਹਰਾਂ ਕਿੰਨੇ ਖੋਲੀਆਂ? ਵਿਲੀਅਮ ਜੀ, 7 ਮੋਹਰਾਂ ਕਿੰਨੇ ਖੋਲੀਆਂ? ਦੱਸੋ ਜੀ। Brother Branham ਦੇ ਦੀ ਯਿਸੂ ਮਸੀਹ ਨਹੀਂ ਖੋਲੇ। ਉਹ ਕਰ ਗਿਆ ਸਵਾਲ। ਨਹੀਂ, ਜੇ ਮੈਂ ਕਹਾਂਗਾ ਬ੍ਰਦਰ ਬ੍ਰੈਨਮ ਨੂੰ ਖੋਲੀਆਂ, ਗੱਲ ਫਿਰ ਯਿਸੂ ਮਸੀਹ ਤੇ ਆ ਜਾਣੀ। ਹਾਂ। ਜੇ ਯਿਸੂ ਮਸੀਹ ਨੇ ਕਹਿਤਾ ਫਿਰ ਭਾਈ ਬ੍ਰੈਨਮ ਦਾ ਉਹ ਜਿਹੜੀ ਉਹ ਚੀਜ਼ ਬਣੀ ਰਹਿਣੀ। ਅਸਲ 'ਚ ਭਾਈ ਬ੍ਰੈਨਮ ਨੇ ਨਹੀਂ ਖੋਲੀਆਂ। ਜੇ ਅਸੀਂ ਭਾਈ ਬ੍ਰੈਨਮ ਕਹਿੰਦੇ ਹਾਂ ਤੇ ਅਸੀਂ ਬੱਚੇ ਤੋਂ ਉਖੜ ਰਹੇ ਹਾਂ। ਯਹੂਨਾ ਰੋ ਰਿਹਾ ਉੱਥੇ,
यूहन्ना रो रहा है। रो ਰਿਹਾ ਹੈ। ਕਹਿੰਦਾ ਕਿ ਨਾ ਸਵਰਗ 'ਚ ਕੋਈ हाँ तो ना धरती ਤੇ ਨਾ ਹੀ ਧਰਤੀ ਤੇ ਕੋਈ ਲੱਭਾ Amen. ਜਿਹੜਾ ਉਸ ਪੋਥੀ ਨੂੰ ਖੋਲਣ ਤਾਂ ਬੜੀ ਦੂਰ ਦੀ ਗੱਲ ਆ ਉਹਦੇ ਤੇ ਨਿਗਾਹ ਵੀ ਮਾਰ ਸਕੇ। Amen. ਪਰ ਕਹਿੰਦਾ ਇੱਕ ਦੂਤ ਨੇ ਮੇਰੇ ਮੋਢੇ ਤੇ ਆ ਕੇ ਹੱਥ ਰੱਖਿਆ, ਕਹਿੰਦਾ ਨਾ ਰੋ, Amen. ਉਹ ਦੇਖ ਯਹੂਦਾ ਦੀ ਗੋਦ ਦਾ ਬੱਬਰ ਸ਼ੇਰ ਉਸ ਪੋਥੀ ਨੂੰ ਲੈਣ ਔਰ ਉਹਦੀਆਂ ਮੋਹਰਾਂ ਨੂੰ ਤੋੜਨ ਲਈ ਜਿੱਤ ਗਿਆ ਆ। ਔਰ ਕਹਿੰਦਾ ਮੈਂ ਜਿੱਦਾਂ ਹੀ ਨਿਗਾਹ ਮਾਰੀ ਤੇ ਕਹਿੰਦਾ ਬੱਬਰ ਸ਼ੇਰ ਨਹੀਂ ਸੀਗਾ, ਕਹਿੰਦਾ ਉਹ Amen. ਲੇਲਾ ਸੀਗਾ। ਭਾਵ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਕੋਈ ਮੋਹਰਾਂ ਨੂੰ ਖੋਲ ਨਹੀਂ ਸਕਦਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ 7ਵੀਂ ਮੋਹਰ ਦੀ, ਜਦੋਂ ਅਸੀਂ ਗੱਲ ਕਰਦੇ ਪ੍ਰਕਾਸ਼ ਦੀ ਪੋਥੀ ਉਹਦਾ 8 ਅਧਿਆਏ 7ਵੀਂ ਮੋਹਰ ਦੇ ਬਾਰੇ ਪੜ੍ਹਦੇ ਆ, ਬਾਈਬਲ 'ਚ ਲਿਖਿਆ ਕਿ ਉਹ ਅੱਧੇ ਘੰਟੇ ਦੀ ਚੁੱਪ ਆ। Amen. ਪਰ ਭਾਈ ਬ੍ਰਾਹਨਨ ਨੇ ਕਿਹਾ ਕਿ ਅਸਲ 'ਚ ਅੱਧੇ ਘੰਟੇ ਦੀ ਚੁੱਪ ਨਹੀਂ ਆ। ਬੰਦਾ ਭਾਈ ਬ੍ਰਾਹਨਨ ਨੂੰ ਪੁੱਛਿਆ ਕਿ ਤੈਨੂੰ ਕਿੱਥੋਂ ਪਤਾ ਲੱਗਾ? ਪਰ ਅਸਲ ਦੇ ਵਿੱਚ ਉਹ ਮਹਾਬਲੀ ਦੂਤ ਦੀ ਸੇਵਕ ਹੈ। ਹਾਲੇਲੂਇਆ। ਕਿਉਂਕਿ ਜਦ ਵੀ ਯੁੱਗਾਂ ਦੀ ਤਬਦੀਲੀ ਹੁੰਦੀ ਆ ਪਰਮੇਸ਼ਰ ਖੁਦ ਦ੍ਰਿਸ਼ਟੇ ਹੁੰਦਾ ਆ। ਹਾਲੇਲੂਇਆ। ਜੇ ਅਸੀਂ ਕਹੀਏ ਕਿ ਭਾਈ ਬ੍ਰਾਹਨਨ ਆਇਆ, ਨਹੀਂ, ਉਹਦੇ ਵਿੱਚੋਂ ਦੀ ਲੇਲੇ ਨੇ ਆਪਣੀ ਸੇਵਕਾਈ ਕਰਨੀ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਹਾਲੇਲੂਇਆ। ਆਓ ਅਸੀਂ ਥੋੜੀ ਦੇਰ ਹੋਰ ਗੱਲ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਸਭ ਡਿੱਗੀ ਹੋਈ ਹਾਲਤ ਦੇ ਵਿੱਚ ਸੀਗੇ। ਅਸੀਂ ਸਭ डिग्गी हुई हालत है। ਇਸ ਤੋਂ ਪਹਿਲਾਂ ਡਿੱਗੀ ਹੋਈ ਹਾਲਤ 'ਚ ਸੀਗੇ। ਕਈ ਤਾਂ ਹਾਲੇ ਤੱਕ ਵੀ ਡਿੱਗੀ ਹੋਈ ਹਾਲਤ 'ਚ ਹੀ ਆ, ਜਿਨ੍ਹਾਂ ਦੇ ਕੋਲ ਪ੍ਰਕਾਸ਼ਨ ਨਹੀਂਗਾ, ਜਿਹੜੇ ਪ੍ਰਕਾਸ਼ਨ ਤੋਂ ਬਿਨਾਂ ਹੀ ਘੁੰਮ ਰਹੇ ਆ। ਉਹ ਗਿਆਨ ਇਕੱਠਾ ਕਰ ਰਹੇ ਆ, ਪਰ ਉਹ ਕਹਿੰਦਾ ਗਿਆਨ ਇੱਕ ਦਿਨ ਜਾਂਦਾ ਰਹੇਗਾ। ਕਹਿੰਦਾ ਮੈਂ ਗਿਆਨੀਆਂ ਨੂੰ ਉਹਨਾਂ ਦੇ ਗਿਆਨ 'ਚ ਹੀ ਫਸਾ ਦੇਵਾਂਗਾ। ਉਹ ਬਚਾਲੇ ਜਾਣੇ ਆ ਜਿਨ੍ਹਾਂ ਕੋਲੇ ਕੁਝ ਅਲੌਕਿਕ ਆ। सच है जी। ਉਹ ਗੱਲਾਂ ਆ ਜਿਹੜੀਆਂ ਬਾਈਬਲ 'ਚ ਲਿਖੀਆਂ ਨਹੀਂ, ਛੁਪੀਆਂ ਆ। ਹਾਲੇਲੂਇਆ। ਹੁਣ ਅਸੀਂ ਜਾਣਦੇ ਹਾਂ ਕਿ ਅਸੀਂ ਯੁੱਗਾਂ ਦੀ ਤਬਦੀਲੀ ਤੇ ਹਾਂ, ਔਰ ਕਈ ਲੋਕ ਆਪਣੀ ਡਿੱਗੀ ਹੋਈ ਹਾਲਤ 'ਚ ਆ। ਹਾਲੇਲੂਇਆ। ਔਰ ਤੁਹਾਨੂੰ ਪਤਾ ਕਿ ਇਹ ਹਾਲਤ ਕਦੋਂ ਹੋਈ? ਇਹ ਡਿੱਗਣਾ ਕਦੋਂ ਹੋਇਆ? ਅਦਨ ਦੇ ਬਾਗ ਦੇ ਵਿੱਚ। Amen. ਹਾਲੇਲੂਇਆ। Hallelujah. ਕਿਉਂਕਿ ਉਹਨਾਂ ਦੇ ਡਿੱਗਣ ਦੇ ਕਰਕੇ ਮਨੁੱਖ ਜਾਤੀ ਨੇ ਉਹ ਸਭ ਕੁਝ ਗਵਾ ਲਿਆ ਜੋ ਮਨੁੱਖ ਜਾਤੀ ਨੂੰ ਬਖਸ਼ਿਆ ਗਿਆ ਸੀਗਾ। Amen. ਉਹਦਾ ਸਰੂਪ, ਉਹਦੇ ਵਰਗੇ ਹੋਣਾ। Amen. ਹਾਲੇਲੂਇਆ। Hallelujah. ਪਰਮੇਸ਼ਰ ਦੇ ਨਾਲ ਨਿੱਜੀ ਸੰਗਤੀ, Amen. ਪੂਰੀ ਦੁਨੀਆ ਦਾ ਰਾਜ। Amen. ਹਾਲੇਲੂਇਆ। Hallelujah. ਔਰ ਅਨੰਤ ਜੀਵਨ। Amen. ਇਹ ਸਭ ਚੀਜ਼ਾਂ ਮਨੁੱਖੀ ਜੀਵਨ ਨੇ ਆਪਣੀਆਂ ਗਵਾ ਬੈਠਾ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? Amen. ਹਾਲੇਲੂਇਆ। Hallelujah. ਔਰ ਜਦੋਂ ਇਹ ਸਭ ਚੀਜ਼ਾਂ ਗਵਾਚ ਗਈਆਂ, ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਸਭ ਕੁਝ ਹੋ ਲੈਣ ਦਿੱਤਾ। ਪਰਮੇਸ਼ਰ ਨੇ, ਇਹ ਨਹੀਂ ਕਿ ਉਹਨੂੰ ਪਤਾ ਹੀ ਨਹੀਂ ਸੀਗਾ ਕੁਝ, ਇਹ ਨਹੀਂ ਸੀਗਾ। ਹਾਲੇਲੂਇਆ। ਮੈਂ ਥੋੜੀ ਦੇਰ ਇੱਥੋਂ ਪੜ੍ਹਦਾ ਹਾਂ ਕਿਉਂਕਿ ਮੈਂ ਕੁਝ ਲਿਖਿਆ ਹੈ, ਨੋਟ ਕੀਤਾ ਹੋਇਆ ਆ, ਔਰ ਅਗਰ ਮੈਂ ਉਦਾਂ ਹੀ ਬੋਲਾਂਗਾ ਤੇ ਤੁਹਾਨੂੰ ਹੋ ਸਕਦਾ ਸਮਝ ਨਾ ਆਵੇ। ਇੱਥੇ ਲਿਖਿਆ ਹੈ ਕਿ ਹਰੇਕ ਚੀਜ਼ ਅਸੀਂ ਗਵਾ ਦਿੱਤੀ, ਪਰ ਇਹ ਸਭ ਕੁਝ ਪਰਮੇਸ਼ਰ ਦੀ ਮਹਿਮਾ ਲਈ ਹੋਇਆ ਹੈ। Amen. ਪਰਮੇਸ਼ਰ ਇਹ ਸਭ ਕੁਝ ਜਾਣਦਾ ਸੀ। ਉਹ ਆਪਣੇ ਅਗੇਤਰੇ ਗਿਆਨ ਦੇ ਨਾਲ, ਆਪਣੀ ਅਗੇਤਰੀ ਸਮਝ ਦੇ ਨਾਲ, ਉਸ ਸਮਝ ਦੇ ਨਾਲ ਜਿਹੜੀ ਇਸ ਧਰਤੀ ਤੋਂ ਨੀਂਹ ਤੁਰਨ ਤੋਂ ਪਹਿਲਾਂ ਦੀ ਸਮਝ ਸੀਗੀ, ਉਸ ਸਮਝ ਦੇ ਨਾਲ ਉਹ ਸਭ ਕੁਝ ਜਾਣਦਾ ਸੀ। ਪਰਮੇਸ਼ਰ ਨੇ ਇਹ ਸਭ ਚੀਜ਼ਾਂ ਨੂੰ ਹੋ ਲੈਣ ਦਿੱਤਾ। ਹਾਲੇਲੂਇਆ। ਪਰਮੇਸ਼ਰ ਨੂੰ ਪਤਾ ਸੀਗਾ ਕਿ ਸ਼ੈਤਾਨ ਅਦਨ ਦੇ ਬਾਗ ਦੇ ਵਿੱਚ ਵੜੇਗਾ, ਉਹ ਆਏਗਾ। ਜਿਵੇਂ ਉਹਨੂੰ ਇਹ ਵੀ ਪਤਾ ਆ ਕਿ ਸ਼ੈਤਾਨ ਚਰਚਾਂ ਦੇ ਵਿੱਚ ਆਉਂਦਾ ਆ। ਆਮੀਨ। ਉਹ ਮੈਸੇਜ ਦੀ ਸੇਵਕਾਈ, ਜਿਹੜੀ ਐਂਟਾ ਮੈਸੇਜ ਦੀ ਸੇਵਕਾਈ ਆ, ਉਹਦੇ ਤੱਕ ਵੀ ਆਵੇਗਾ। ਹਾਲੇਲੂਇਆ। ਉਹ ਲੋਕਾਂ ਨੂੰ, ਉਹ ਆਉਂਦਾ ਕਾਹਦੇ ਲਈ ਭਲਾ? ਉਹ ਪ੍ਰਭੂ ਦੇ ਵਚਨ ਨੂੰ ਬੇਅਸਰ ਕਰਨ ਦੇ ਲਈ, ਕਿ ਕੋਈ ਉਹਦਾ ਅਸਲੀ ਅਸਰ ਨਿਚੋੜ ਨਾ ਸਕੇ। ਕਿਹਨਾਂ ਗੱਲ ਸਮਝਾ ਰਹੀ ਹੈ? ਉਹ ਪ੍ਰਭੂ ਦੀ ਸੇਵਕਾਈ ਨੂੰ ਬੇਅਸਰ ਕਰਨ ਦੇ ਲਈ ਆਉਂਦਾ ਆ। ਇਸੇ ਲਈ ਉਹ ਮੱਤੀ ਦੀ ਇੰਜੀਲ 4 ਅਧਿਆਏ ਦੇ ਵਿੱਚ ਆਇਆ, ਜਿੱਥੇ ਕਹਿੰਦੇ ਕਿ ਇਹਨਾਂ ਪੱਥਰਾਂ ਦਾ ਰੋਟੀ ਬਣ ਜਾਏ। ਕਿਹਨਾਂ ਗੱਲ ਸਮਝਾ ਰਹੀ ਹੈ? ਉਹ ਬਹੁਤ ਵਾਰ ਇਹਨਾਂ ਗੱਲਾਂ ਨੂੰ ਸਮਝਿਆ ਆ, ਸਿੱਖਿਆ ਆ। ਉਹਨੂੰ ਪਤਾ ਸੀ ਕਿ ਸ਼ੈਤਾਨ ਅਦਨ ਦੇ ਬਾਗ ਦੇ ਵਿੱਚ ਵੜੇਗਾ। ਉਹ ਜਾਣਦਾ ਸੀ ਕਿ ਹਵਾ ਗਿਰੇਗੀ,
ਉਹ ਡਿੱਗੇਗੀ। Amen. ਕਿੰਨੇ ਜਾਣਦੇ ਕਿਉਂ ਜਾਣਦਾ ਸੀ? ਉਹ ਜਾਣਦਾ ਸੀ ਕਿ ਨਹੀਂ ਸੀ ਜਾਣਦਾ? ਹੈ ਭਾਈ ਮੋਨੂ, ਪਰਮੇਸ਼ਰ ਜਾਣਦਾ ਸੀ? ਹਾਲੇਲੂਇਆ। ਤੁਹਾਨੂੰ ਯਾਦ ਆ ਇੱਕ ਵਾਰੀ ਦੀ ਗੱਲ ਆ, ਜਦੋਂ ਸੈਰਾ ਜਵਾਨ ਸੀ, ਜਦੋਂ ਬੁਢਾਪੇ ਤੋਂ ਫਿਰ ਜਵਾਨ ਹੋਈ, ਜਾਂ ਮੇਰੇ ਖਿਆਲ ਉਹ ਜਵਾਨ ਹੋਈ ਤਾਂ ਅਬੀਮਲਕ ਰਾਜਾ ਮਿਲਿਆ। ਬੁਢਾਪੇ ਤੋਂ ਬਾਅਦ ਅਬੀਮਲਕ ਰਾਜਾ ਮਿਲਿਆ ਤੇ ਅਬਰਾਮ ਕਹਿੰਦਾ ਇਹਨੂੰ ਕਹਿ ਵੀ ਮੈਂ ਤੇਰਾ ਭਰਾ ਆ। ਕਹਿੰਦਾ ਜੇ ਤੂੰ ਕਹਤਾ ਨਾ ਮੇਰਾ ਪਤੀ ਆ ਤੇ ਤੈਨੂੰ ਇਹਨੇ ਆਪਦੀ ਰਖੇਲ ਬਣਾ ਲੈਣਾ ਹੈ ਤੇ ਮੈਨੂੰ ਇਹਨੇ ਮਾਰ ਦੇਣਾ ਹੈ। ਕਿਹਨਾਂ ਗੱਲ ਸਮਝਾਈ? ਹਾਲੇਲੂਇਆ। ਤੇ ਕੀ ਇਦਾਂ ਨਹੀਂ ਸੀਗਾ ਕਿ ਅਬੀਮਲਕ ਰਾਜਾ ਸੱਚਮੁੱਚ ਉਹਨੂੰ ਰਹਿਣਾ ਚਾਹੁੰਦਾ ਸੀ? ਆਮੀਨ। ਸੱਚ। ਉਹਨੂੰ ਦੂਸ਼ਿਤ ਕਰਨਾ ਚਾਹੁੰਦਾ ਸੀ। ਜਿਸ ਬੀਜ ਦਾ ਵਾਅਦਾ, ਜਿਸ ਪੁੱਤਰ ਆਉਣ ਦਾ ਵਾਅਦਾ ਪ੍ਰਭੂ ਨੇ ਉਹਦੇ ਨਾਲ ਕੀਤਾ ਸੀ, ਉਹ ਆਪਣਾ ਬੀਜ ਰੱਖਣਾ ਚਾਹੁੰਦਾ ਸੀ। ਪਰਮੇਸ਼ਰ ਨੇ ਉਸ ਅਬੀਮਲਕ ਰਾਜੇ ਦੇ ਨਾਲ ਗੱਲ ਕੀਤੀ। ਕਹਿੰਦਾ ਕਿ ਇਹ ਮੇਰੇ ਨਬੀ ਦੀ ਪਤਨੀ ਆ, ਤੂੰ ਆਪਣਾ ਬੀਜ ਨਹੀਂ ਰੱਖ ਸਕਦਾ, ਤੂੰ ਉਹਨੂੰ ਦੂਸ਼ਿਤ ਨਹੀਂ ਕਰ ਸਕਦਾ, ਕਿਉਂਕਿ ਮੇਰਾ ਵਾਅਦਾ ਇਹਦੇ ਨਾਲ ਜੁੜਿਆ ਆ। ਹਾਲੇਲੂਇਆ। ਕਿ ਉਹ ਜਿੱਦਾਂ ਅਬੀਮਲਕ ਰਾਜੇ ਨੂੰ ਰੋਕਦਾ ਆ, ਕਿ ਉਹ ਸੱਪ ਨੂੰ ਰੋਕ ਨਹੀਂ ਸੀ ਸਕਦਾ? ਉਹ ਰੋਕ ਸਕਦਾ ਸੀ। ਉਹ ਡੈਫੀਨੇਟਲੀ ਰੋਕ ਸਕਦਾ ਸੀ, ਪਰ ਉਹਨੇ ਇਹ ਸਭ ਕੁਝ ਹੋ ਲੈਣ ਦਿੱਤਾ। ਹਾਲੇਲੂਇਆ। ਕਿਉਂ? अपने आप को प्रगट करोगे। ਇਹ ਸਭ ਕੁਝ ਉਹਨੇ ਕਿਉਂ ਹੋ ਲੈਣ ਦਿੱਤਾ? ਆਓ ਥੋੜਾ ਹੋਰ ਜਾਣਦੇ ਹਾਂ ਕਿਉਂ ਇਹ ਆਤਮਿਕ ਡਿੱਗਣ ਹੋਇਆ। ਅਸੀਂ ਸਭ ਦੇ ਵਿਸ਼ਵਾਸੀ ਹਾਂ, ਜਾਣਦੇ ਹਾਂ ਕਿ ਸਭ ਕੁਝ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਇਆ ਆ। ਆਮੀਨ। ਹਾਲੇਲੂਇਆ। ਜੇਕਰ ਉਹਦਾ ਆਤਮਿਕ ਡਿੱਗਣ ਹੋਇਆ, ਇਹ ਕਾਹਦੇ ਲਈ ਹੋਇਆ? ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਇਆ। ਹਾਲੇਲੂਇਆ। ਔਰ ਜੋ ਕੁਝ ਵੀ ਵਧੀਆ ਤੋਂ ਵਧੀਆ ਚੀਜ਼ ਪਰਮੇਸ਼ਰ ਦੇ ਅੰਦਰ ਹੈ, ਉਸ ਹਰੇਕ ਚੀਜ਼ ਨੇ ਬਾਹਰ ਆਉਣਾ ਹੀ ਆਉਣਾ ਆ। ਔਰ ਉਹ ਚੀਜ਼ ਉਦੋਂ ਹੀ ਆਉਣੀ ਸੀ ਜੇਕਰ ਕੋਈ ਪਾਪੀ ਇਸ ਧਰਤੀ ਦੇ ਉੱਤੇ ਹੁੰਦਾ। ਸੱਚ ਹੈ। ਦਇਆ। ਕਿਉਂਕਿ ਉਹਦੇ ਅੰਦਰ ਦਇਆ ਦਾ ਵੀ ਗੁਣ ਆ, ਉਹਦੇ ਅੰਦਰ ਮਾਫ ਕਰਨ ਦਾ ਵੀ ਗੁਣ ਆ, ਉਹਦੇ ਅੰਦਰ ਹਾਲਾਤਾਂ ਨੂੰ ਤਬਦੀਲ ਕਰਨ ਦਾ ਵੀ ਗੁਣ ਆ। ਹਾਲੇਲੂਇਆ। ਉਹ ਵਿਗੜੀ ਤੋਂ ਵਿਗੜੀ ਹਾਲਤ ਨੂੰ ਦਰੁਸਤ ਕਰਨ ਦੀ ਸ਼ਕਤੀ ਰੱਖਦਾ ਆ। ਉਹ ਪਾਪੀ ਤੋਂ ਪਾਪੀ ਨੂੰ ਇੱਥੇ ਪੁਲਪਟ ਤੇ ਲੈ ਕੇ ਆਉਣ ਦੀ ਸ਼ਕਤੀ ਰੱਖਦਾ ਆ। ਹਾਲੇਲੂਇਆ। ਉਹ ਕੁਛ ਵੀ ਕਰ ਸਕਦਾ ਆ। ਔਰ ਇਹ ਉਹਦੇ ਕੁਛ ਵੀ ਕਰਨ ਦਾ ਗੁਣ ਉਜਾਗਰ ਕਰਨ ਦੇ ਲਈ ਉਹਨੇ ਹੋ ਲੈਣ ਦਿੱਤਾ। ਜਿੱਦਾਂ ਭਾਈ ਪੋਲੇ ਨੇ ਕਿਹਾ ਕਿ ਆਪਣੇ ਗੁਣ ਦਾ ਪ੍ਰਗਟਾਵਾ ਕਰਨ ਦੇ ਲਈ ਉਹਨੇ ਇਹ ਸਭ ਕੁਝ ਹੋ ਲੈਣ ਦਿੱਤਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜੋ ਕੁਝ ਵੀ ਪਰਮੇਸ਼ਰ ਦੇ ਅੰਦਰ ਹੈ ਉਸਨੇ ਬਾਹਰ ਨਿਕਲਣਾ ਹੀ ਹੁੰਦਾ ਆ। ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਅਗੇਤਰੇ ਇਸੇ ਲਈ ਠਹਿਰਾਇਆ ਕਿ ਉਹ ਲੋਕ ਇੱਕ ਦਿਨ ਘੁਟਨਿਆਂ ਤੇ ਆਉਣਗੇ। ਉਹ ਇੱਕ ਦਿਨ ਉਸ ਮੈਸੇਜ ਦੇ ਸਟੈਂਡਰਡ ਨੂੰ ਸਮਝਣਗੇ। ਉਹ ਇੱਕ ਦਿਨ ਉਸ ਸਰੂਪ ਨੂੰ ਸਮਝਣਗੇ ਕਿ ਪ੍ਰਭੂ ਯਿਸੂ ਮਸੀਹ ਦਾ ਸਰੂਪ ਕੀ ਆ। ਕਿਹਨਾਂ ਗੱਲ ਸਮਝਾਈ? ਜਿੱਥੋਂ ਅਸੀਂ ਪੜਿਆ ਹੈ, ਉਹਨੇ ਕਿਹਾ ਕਿ ਉਹਨੇ ਜਿੰਨਿਆਂ ਨੂੰ ਠਹਿਰਾਇਆ ਅਗੇਤਰੇ, ਉਹਨਾਂ ਨੂੰ ਮਹਿਮਾ ਵੀ ਦਿੱਤੀ। ਆਮੀਨ। ਹਾਲੇਲੂਇਆ। ਹਾਲੇਲੂਇਆ। ਆਓ ਅਸੀਂ ਪੜ੍ਹਦੇ ਹਾਂ ਉੱਥੋਂ ਹੀ ਰੋਮੀਆਂ ਦਾ ਖੱਤ 8 ਅਧਿਆਇ ਉਹਦੀ 29 ਐਤ। ਕਿਉਂਕਿ ਇਹ ਖਾਸ ਸ਼੍ਰੇਣੀ ਦੇ ਲੋਕ ਆ। ਭਾਈ ਬ੍ਰੈਨਮ ਨੇ ਕਿਹਾ ਕਿ ਇਹ ਖਾਸ ਸ਼੍ਰੇਣੀ ਦੇ ਲੋਕ ਆ, ਔਰ ਅਸੀਂ ਸਭ ਜਾਣਦੇ ਹਾਂ ਕਿ ਇਦਾਂ ਦੇ ਖਾਸ ਲੋਕਾਂ ਨੂੰ ਉਹਨੇ ਜਾਣ ਬੁੱਝ ਕੇ ਇਸ ਧਰਤੀ ਦੇ ਉੱਤੇ ਰੱਖਿਆ। ਹਾਲੇਲੂਇਆ। ਹਾਲੇਲੂਇਆ। ਪੜ੍ਹਦੀ। ਹਾਂਜੀ।
ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਉਹਨੂੰ ਨਾਂ ਨੂੰ ਅੱਗੇ ਠਹਿਰਾਇਆ। ਹਾਲੇਲੂਇਆ। ਉਹਨਾਂ ਨੂੰ ਅੱਗਿਓਂ ਠਹਿਰਾਇਆ। ਨਾਂ ਨੂੰ ਨਾਂ ਨੂੰ ਕਿਉਂਕਿ ਜਿਹੜਾ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੂੰ ਉਹਨਾਂ ਨੇ ਅੱਗੇ ਠਹਿਰਾਇਆ ਨੂੰ ਨਾਲ ਹਾਂਜੀ ਕਿ ਉਸ ਦੇ ਪੁੱਤਰ ਦੇ ਸਵਰੂਪ ਉੱਤੇ ਬਣਨ। ਹਾਲੇਲੂਇਆ। ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਠਹਿਰਾਇਆ ਸੀ ਉਹਨਾਂ ਨੂੰ ਉਹਨੇ ਧਰਤੀ ਤੇ ਭੇਜਿਆ ਵੀ। ਆਮੇਨ। ਕਾਹਦੇ ਲਈ? ਕਿ ਉਹ ਉਹਦੇ ਪੁੱਤਰ ਦੀ ਸਵਰੂਪ ਦੇ ਉੱਤੇ, ਉਹਦੀ ਸ਼ਕਲ, ਉਹਦੀ ਸੂਰਤ ਦੇ ਉੱਤੇ ਬਣਨ। ਹਾਲੇਲੂਇਆ। ਔਰ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਚ ਪੜ੍ਹਦੇ ਹਾਂ ਉਸ ਲੇਲੇ ਦੇ ਜੀਵਨ ਦੀ ਪੋਥੀ ਦੇ ਬਾਰੇ, ਉਹ ਕਹਿੰਦਾ ਉਹਦੇ ਵਿੱਚ ਲਿਖੇ ਗਏ ਜਿਹੜੇ ਧਰਤੀ ਦੀ ਨੀਤਮ ਤੋਂ ਪਹਿਲਾਂ ਹੀ ਲਿਖੇ ਗਏ ਆ। ਆਮੀਨ। ਹਾਲੇਲੂਇਆ। ਕਿਉਂਕਿ ਜਿਨ੍ਹਾਂ ਦਾ ਛੁਟਕਾਰਾ ਆ ਇਹ ਅੱਜ ਨਹੀਂਗਾ, ਤੇ ਧਰਤੀ ਦੀ ਨੀਤਮ ਤੋਂ ਪਹਿਲਾਂ ਹੀ ਹੋ ਚੁੱਕਾ ਆ। ਆਮੇਨ ਆਮੇਨ। ਹਾਲੇਲੂਇਆ। ਇਹ ਗੱਲਾਂ ਤਾਂ ਪਹਿਲਾਂ ਅਨੰਤਤਾ ਦੇ ਵਿੱਚ ਵਾਪਰ ਹੀ ਚੁੱਕੀਆਂ ਆ। ਹਾਲੇਲੂਇਆ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੀਨ। ਪਰ ਪ੍ਰਭੂ ਨੇ ਧਰਤੀ ਦੇ ਉੱਤੇ ਖਾਸ ਸ਼੍ਰੇਣੀ ਦੇ ਲੋਕ ਰੱਖੇ ਜਿਨ੍ਹਾਂ ਨੇ ਉਸ ਵਚਨ ਦੇ ਮਿਆਰ ਨੂੰ ਸਮਝਣਾ ਆ, ਉਹਦੇ ਸਟੈਂਡਰਡ ਨੂੰ ਸਮਝਣਾ ਆ। ਕਿਉਂਕਿ ਹਰੇਕ ਮਨੁੱਖੀ ਜੀਵਨ ਆਤਮਿਕ ਤੌਰ ਤੇ ਡਿੱਗ ਚੁੱਕਾ ਸੀ। ਹਾਲੇਲੂਇਆ। ਔਰ ਇਹ ਡਿੱਗਣਾ ਵੀ ਪ੍ਰਭੂ ਨੇ ਖੁਦ ਕਰਾਇਆ ਕਿ ਉਹ ਸਾਰਿਆਂ ਨੂੰ ਬਚਾਉਣਾ ਨਹੀਂ ਚਾਹੁੰਦਾ, ਉਹ ਖਾਸ ਸ਼੍ਰੇਣੀ ਦੇ ਲੋਕਾਂ ਨੂੰ ਹੀ ਬਚਾਉਣਾ ਚਾਹੁੰਦਾ ਹੈ ਜਿਹੜੇ ਸ਼ੁਰੂ ਤੋਂ ਆਪਣੇ ਅਗੇਤਰੇ ਗਿਆਨ ਦੇ ਨਾਲ ਉਹਨੇ ਰੱਖ ਛੱਡੇ ਆ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਆਤਮਿਕ ਡਿੱਗਣ ਦੇ ਕਰਕੇ ਆਦਮੀ ਨੇ ਸਭ ਕੁਝ ਗਵਾ ਲਿਆ। ਆਦਮੀ ਨੂੰ ਇਹ ਪਤਾ ਨਹੀਂ ਸੀਗਾ ਕਿ ਸਭ ਕੁਝ ਕਿਸ ਤਰ੍ਹਾਂ ਹੋਣ ਜਾ ਰਿਹਾ ਆ, ਪਰ ਆਦਮ ਜਾਣਦਾ ਸੀ ਕਿ ਇਹ ਆਤਮਿਕ ਡਿੱਗਣ ਇੱਕ ਵੱਡਾ ਨੁਕਸਾਨ ਕਰੇਗਾ। ਕਿਉਂਕਿ ਆਦਮ ਨੇ ਧੋਖਾ ਨਹੀਂ ਖਾਦਾ ਸੀ, ਹਵਾ ਨੇ ਧੋਖਾ ਖਾਦਾ ਸੀ। ਆਮੀਨ। ਉਹ ਨਹੀਂ ਜਾਣਦੀ ਸੀ ਕਿ ਇਹ ਕਿਸ ਤਰ੍ਹਾਂ ਹੋਣ ਜਾਣ ਵਾਲਾ ਹੈ। ਉਹ ਮੌਤ ਦੇ ਬਾਰੇ ਕੁਝ ਵੀ ਨਹੀਂ ਜਾਣਦੀ ਸੀ, ਪਰ ਡਿੱਗਣ ਨਾਲ ਕੀ ਨਤੀਜਾ ਨਿਕਲੇਗਾ ਉਹ ਨਹੀਂ ਜਾਣਦੀ ਸੀ। ਇਹ ਸਭ ਕੁਝ ਤਾਂ ਪ੍ਰਭੂ ਦੀ ਯੋਜਨਾ ਦੇ ਮੁਤਾਬਕ ਹੀ ਹੋਇਆ ਸੀ। ਉਹਦਾ ਡਿੱਗਣਾ, ਮੌਤ ਦਾ ਇਸ ਧਰਤੀ ਦੇ ਉੱਤੇ ਆਉਣਾ, ਇਹ ਸਭ ਕੁਝ ਤੁਹਾਨੂੰ ਪਤਾ ਬਾਈਬਲ 'ਚ ਇਹ ਵੀ ਲਿਖਿਆ ਕਿ ਲੇਲਾ ਇਸ ਧਰਤੀ ਦੀ ਨੀਤਮ ਤੋਂ ਪਹਿਲਾਂ ਹੀ ਕਾਇਲ ਕੀਤਾ ਗਿਆ। ਆਮੇਨ। ਜੇ ਪਾਪ ਹੋਣਾ ਸੀ ਤਾਂ ਹੀ ਧਰਤੀ ਦੀ ਨੀਤਮ ਤੋਂ ਪਹਿਲਾਂ ਕਾਇਲ ਕੀਤਾ ਗਿਆ। ਹਾਲੇਲੂਇਆ। ਉਹ ਆਦਮ ਦੇ ਬਾਗ ਦੇ ਵਿੱਚੋਂ ਕੱਢ ਦਿੱਤੇ ਗਏ। ਹੁਣ ਉਹਨਾਂ ਨੇ ਉਹ ਸਾਰੇ ਹਾਲਾਤਾਂ ਦਾ ਸਾਹਮਣਾ ਕਰਨਾ ਸੀ ਜੋ ਉਹਨਾਂ ਦੇ ਡਿੱਗਣ ਦੇ ਕਰਕੇ ਸੀ। ਹਾਲੇਲੂਇਆ। ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈਣਾ ਸੀ। ਉਹਨਾਂ ਨੂੰ ਡਰ ਦਾ, ਦਹਿਸ਼ਤ ਦਾ, ਇਹਨਾਂ ਸਭ ਬਿਮਾਰੀਆਂ ਦਾ, ਇਹਨਾਂ ਸਭ ਦਿਲ ਦੇ ਦੌਰਿਆਂ ਦਾ ਸਾਹਮਣਾ ਕਰਨਾ ਪੈਣਾ ਸੀ। ਦਫਨਾਏ ਜਾਣ ਦਾ, ਇਹਨਾਂ ਸਭ ਦੁੱਖਾਂ ਦਾ, ਹੰਝੂਆਂ ਦਾ, ਇਹਨਾਂ ਸਭ ਚੀਜ਼ਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਸੀ। ਆਮੇਨ। ਹਾਲੇਲੂਇਆ। ਭਰਾਓ, ਪ੍ਰਭੂ ਦੀ ਯੋਜਨਾ ਦੇ ਬਾਰੇ ਜਾਣਦੇ ਆ। ਉਹਨੂੰ ਪਤਾ ਸੀ ਕਿ ਇਹ ਇਨਸਾਨੀਅਤ ਇੱਕ ਗਿਰਾਵਟ ਦੇ ਵਿੱਚ ਆ, ਆਪਣੀ ਡਿੱਗੀ ਹੋਈ ਹਾਲਤ ਦੇ ਵਿੱਚ ਆ, ਔਰ ਪਰਮੇਸ਼ਰ ਦੇ ਦਿਮਾਗ ਦੇ ਵਿੱਚ ਕੁਝ ਚੱਲ ਰਿਹਾ ਸੀਗਾ। ਆਮੇਨ। ਆਮੇਨ। ਉਹ ਇਸ ਆਤਮਿਕ ਡਿੱਗਣ ਦੇ ਵਿੱਚੋਂ ਉਹਨਾਂ ਨੂੰ ਉਠਾਉਣ ਦੇ ਲਈ ਇੱਕ ਯੋਜਨਾ ਕੱਢ ਰਿਹਾ ਸੀਗਾ। ਆਮੇਨ। ਹਾਲੇਲੂਇਆ। 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 ਕੀ ਕਰ ਰਿਹਾ ਸੀਗਾ? ਯੋਜਨਾ, ਪਲਾਨ। ਉਹਦਾ ਕੋਈ ਪਲਾਨ ਸੀ, ਕੋਈ ਪ੍ਰੋਗਰਾਮ ਸੀਗਾ। ਔਰ ਉਸ ਯੋਜਨਾ ਦੇ ਮੁਤਾਬਕ ਉਹ ਸਮੇਂ-ਸਮੇਂ ਤੇ ਕੁਝ ਨਾ ਕੁਝ ਕੰਮ ਕਰ ਰਿਹਾ ਸੀਗਾ। ਕੌਣ ਭਲਾ? ਪਰਮੇਸ਼ਰ ਖੁਦ ਆਪ ਉਸ ਸਮਿਆਂ ਦੇ ਸੰਗਮ ਦੇ ਉੱਤੇ ਆਮੇਨ। ਉਹ ਕੁਛ ਕਰ ਰਿਹਾ ਸੀਗਾ। ਉਹ ਇਨਸਾਨੀਅਤ ਨੂੰ ਉਸ ਡਿੱਗੀ ਹਾਲਤ ਤੋਂ ਦੁਬਾਰਾ ਵਾਪਸ ਲੈ ਕੇ ਆਉਣ ਦੇ ਲਈ ਮੁੜ ਬਹਾਲ ਕਰਨਾ ਉਹ ਲੈ ਕੇ ਆ ਰਿਹਾ ਸੀਗਾ। ਉਹਨਾਂ ਨੂੰ ਦੁਬਾਰਾ ਉਸ ਬਹਾਲੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣ ਦੇ ਲਈ ਉਹ ਕੁਛ ਕਰ ਰਿਹਾ ਸੀਗਾ। ਆਮੇਨ। ਔਰ ਇਸ ਯੋਜਨਾ ਦੇ ਮੁਤਾਬਕ
ਉਹਨੇ ਪੁਰਾਣੇ ਨੇਮ ਦੇ ਵਿੱਚ ਅਨੇਕਾਂ ਕੰਮ ਕਰਕੇ ਦਿਖਾਏ। ਹਾਲੇਲੂਇਆ। ਉਹਨੇ ਬਹੁਤ ਐਦਾਂ ਦੇ ਕੰਮ ਕਰਕੇ ਦਿਖਾਏ ਜਿਹੜੇ ਸਾਡੇ ਲਈ ਅੱਜ ਉਦਾਹਰਨਾਂ ਬਣ ਰਹੇ ਆ। ਆਮੇਨ। ਹਾਲੇਲੂਇਆ। ਜਦੋਂ ਮੈਂ ਆਪਣੇ ਪ੍ਰਚਾਰ ਦੇ ਵਿੱਚ ਸ਼ੁਰੂ ਚ ਕਿਹਾ ਕਿ ਇਦਾਂ ਦੀਆਂ ਬਹੁਤ ਗੱਲਾਂ ਅਸੀਂ ਦੇਖਦੇ ਹਾਂ ਕਿ ਉਹਨੇ ਸਮੇਂ ਦੇ ਸੰਗਮ ਦੇ ਉੱਤੇ ਕੁਝ ਕਰਕੇ ਦਿਖਾਇਆ। ਪਰਮੇਸ਼ਰ ਆਪ ਦ੍ਰਿਸ਼ ਦੇ ਉੱਤੇ ਆਇਆ। ਉਹ ਕਹਿੰਦਾ ਕਿ ਮੈਂ ਇਸਰਾਈਲ ਦਾ ਰੋਣਾ ਕੁਰਲਾਣਾ ਸੁਣ ਲਿਆ ਆ, ਇਸੇ ਲਈ ਮੈਂ ਹੁਰੇ ਪਰਬਤ ਤੇ ਆਪ ਉਤਰਿਆ ਆ। ਆਮੇਨ। ਹਾਲੇਲੂਇਆ। ਜਦੋਂ ਉਹਨੇ ਜਲ ਪ੍ਰਲੋ ਲੈ ਕੇ ਆਂਦੀ, ਨੂਹ ਨੂੰ ਕਹਿੰਦਾ ਕਿ ਹੁਣ ਤੂੰ ਤੇ ਤੇਰਾ ਸਭ ਟੱਬਰ ਕਿਸ਼ਤੀ ਦੇ ਅੰਦਰ ਆ ਜਾਓ। ਆਮੀਨ। ਕਿਉਂ ਭਲਾ? ਕਿਉਂਕਿ ਕਿਸ਼ਤੀ ਦੇ ਅੰਦਰ ਮੈਂ ਆਪ ਆ ਗਿਆ ਆ। ਆਮੇਨ। ਹਾਲੇਲੂਇਆ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਉਹ ਕੁਝ ਆਪ ਕਰਕੇ ਦਿਖਾਉਂਦਾ ਆ, ਔਰ ਇਹ ਸਭ ਚੀਜ਼ਾਂ ਸਾਡੇ ਲਈ ਅੱਜ ਉਦਾਹਰਨਾਂ ਹਨ ਕਿ ਉਹ ਆਪ ਕੁਝ ਕਰਕੇ ਦਿਖਾਉਂਦਾ ਆ। ਹਾਲੇਲੂਇਆ। ਇਨਸਾਨੀਅਤ ਨੂੰ ਉਸ ਡਿੱਗੀ ਹਾਲਤ ਦੇ ਵਿੱਚ ਉਠਾਉਣ ਦੇ ਲਈ ਉਹਨੇ ਯੋਜਨਾਵਾਂ ਘੜੀਆਂ, ਉਹਨੇ ਵਚਨ ਦਿੱਤੇ, ਭਵਿਸ਼ਤਾ ਦਿੱਤੀਆਂ, ਕਹਾਵਤਾਂ ਦਿੱਤੀਆਂ। ਕਾਹਦੇ ਲਈ? ਰਸੂਲਾਂ ਦੇ ਕਰਤੱਵ ਦਿੱਤੇ, ਉਹਨਾਂ ਦੇ ਕੰਮ। ਇਹ ਸਭ ਸਾਡੇ ਲਈ ਨਸੀਹਤਾਂ ਨੇ, ਸਾਡੇ ਲਈ ਉਦਾਹਰਨਾਂ ਨੇ। ਸਾਨੂੰ ਪਤਾ ਲੱਗਾ, ਜਿੱਦਾਂ ਅਸੀਂ ਕੱਲ ਵੀ ਪ੍ਰਚਾਰ ਸੁਣਿਆ, ਭਾਈ ਤਨਮੇ ਨੇ ਦੱਸਿਆ ਕਿ ਉਹਨੇ ਜੁਬਲੀ ਦਾ ਨਿਯਮ ਠਹਿਰਾਇਆ ਕਿ ਇੱਕ ਇਨਸਾਨੀਅਤ ਜਾਤੀ ਨੂੰ ਮੁੜ ਵਾਪਸ ਲੈ ਕੇ ਜਾਣ ਦੇ ਲਈ, ਉਸ ਹਾਲਤ ਦੇ ਵਿੱਚ ਦੁਬਾਰਾ ਵਾਪਸ ਲੈ ਕੇ ਜਾਣ ਦੇ ਲਈ ਉਹਨੇ ਜੁਬਲੀ ਦਾ ਨਿਯਮ ਠਹਿਰਾਇਆ ਜੀ। ਹਾਲੇਲੂਇਆ। ਉਹਨੇ ਕਿਹਾ ਕਿ 6 ਵਰੇ ਤੁਸੀਂ ਫੁੱਲ ਕੰਮ ਕਰਨਾ ਆ, ਪਰ 7ਵਾਂ ਵਰਾ ਤੁਸੀਂ ਪ੍ਰਭੂ ਦੇ ਠਹਿਰਾਉਣਾ ਆ। ਆਮੀਨ। ਹਾਲੇਲੂਇਆ। ਔਰ 7 ਕਹਿੰਦਾ ਤੁਸੀਂ 7 49 ਗਿਣ ਕੇ 50ਵਾਂ ਵਰਾ ਜੁਬਲੀ ਦਾ ਵਰਾ ਹੋਏਗਾ। ਆਮੀਨ। ਔਰ ਉਹਦੇ ਵਿੱਚ ਨਾ ਤੁਹਾਡੇ ਕੋਈ ਡੰਗਰ, ਨਾ ਤੁਹਾਡੇ ਤੁਸੀਂ ਨਾ ਕੋਈ ਗੋਲਾ ਰੱਖਣਾ, ਕੁਛ ਨਹੀਂ। ਹਰੇਕ ਚੀਜ਼ ਨੂੰ ਤੁਸੀਂ ਆਜ਼ਾਦ ਕਰ ਦੇਣਾ ਆ। ਹਾਲੇਲੂਇਆ। ਕਿੰਨੇ ਨੂੰ ਗੱਲ ਸਮਝ ਆਈ? ਇਹ ਸੀਗਾ ਕਿ ਉਹ ਕਹਿੰਦਾ ਕਿ ਮੈਂ ਤੁਹਾਨੂੰ ਪਹਿਲੀ ਤੇ ਪਿਛਲੀ ਵਰਖਾ ਦਾਂਗਾ। ਆਮੀਨ। ਮੈਂ ਸਭ ਕੁਝ ਬਹਾਲ ਕਰ ਦਿਆਂਗਾ। ਹਾਲੇਲੂਇਆ। ਉਹਨੇ ਕਿਹਾ ਕਿ ਇੱਕ ਉਹਦੇ ਮੇਰੇ ਖਿਆਲ ਯੋਏਲ ਨਬੀ ਦੀ ਕਿਤਾਬ ਦੇ ਵਿੱਚ ਆ, ਉਹਨੇ ਕਿਹਾ 4 ਤਰ੍ਹਾਂ ਦੀਆਂ ਟਿੱਡੀਆਂ ਆਈਆਂ। ਉਹਨਾਂ ਨੇ ਇਸ ਆਤਮਿਕ ਰੁੱਖ ਨੂੰ ਖਾਧਾ, ਇਨਸਾਨੀਅਤ ਜਾਤੀ ਨੂੰ ਗਿਰਾਵਟ ਦੇ ਵਿੱਚ ਲੈ ਗਏ। ਹਾਲੇਲੂਇਆ। ਉਹਨਾਂ ਨੇ ਪੱਤਿਆਂ ਨੂੰ, ਫਲ ਨੂੰ, ਤਣੇ ਨੂੰ, ਸਭ ਨੂੰ ਖਾਧਾ, ਪਰ ਕਹਿੰਦਾ ਜੜ ਨੂੰ ਖਾ ਨਹੀਂ ਸਕੇ, ਕਿਉਂਕਿ ਜੋ ਉਸ ਜੜ ਨੇ ਦੁਬਾਰਾ ਤੋਂ ਬਹਾਲੀ ਲੈ ਕੇ ਆਉਣੀ ਆ। ਉਹ ਕਹਿੰਦਾ ਮੈਂ ਸਭ ਕੁਝ ਨਵਾਂ ਬਣਾਉਂਦਾ ਆ। ਹਾਲੇਲੂਇਆ। ਮੈਂ ਧਰਤੀ ਨੂੰ ਫਿਰ ਤੋਂ ਨਵਾਂ ਕਰ ਦਿਆਂਗਾ। ਕਹਿੰਦਾ ਅੱਜ ਧਰਤੀ ਕੁਰਲਾ ਰਹੀ ਆ, ਧੋਕੇ ਪਾ ਰਹੀ ਆ। ਕਾਹਦੇ ਲਈ? ਕਿ ਉਹ ਆਪਣੇ ਪੁੱਤਰਾਂ ਨੂੰ ਪ੍ਰਗਟ ਕਰੇ, ਕਿਉਂਕਿ ਬਹੁਤ ਏਦਾਂ ਦੇ ਪੁੱਤਰ ਇਸ ਧਰਤੀ ਦੀ ਕੁੱਖ ਚ ਪਏ ਹੋਏ ਆ। ਪੌਲਸ ਧਰਤੀ ਦੀ ਕੁੱਖ ਚ ਆ। ਧਰਤੀ ਕੁਲਰਾ ਰਹੀ ਆ। ਜਲਦੀ ਦੇਣੀ ਉਹ ਤੁਖਮ ਨਿਕਲੇ, ਉਹ ਜ਼ਬਰਦਸਤ ਫੌਜ ਇਸ ਧਰਤੀ ਦੇ ਉੱਤੇ ਆਏ ਜਿਹੜੀ ਉਹਦੀ ਸ਼ਕਲ, ਉਹਦੀ ਸੂਰਤ ਦੇ ਉੱਤੇ ਢਲੇਗੀ। ਹਾਲੇਲੂਇਆ। ਜਿਹੜੀ ਉਹਦੇ ਸਰੂਪ ਦੇ ਉੱਤੇ ਢਲੇਗੀ, ਜਿਹੜੀ ਉਹਦੇ ਵਰਗੀ ਬਣੇਗੀ। ਇਸੇ ਲਈ ਉਹਨੇ ਸਾਡੇ ਦਿਨਾਂ ਚ ਜੁਬਲੀ ਦੀ ਤੁਰੀ ਵਜਵਾਈ ਆ। ਅਸੀਂ ਜੁਬਲੀ ਦੇ ਵਰੇ ਦੇ ਵਿੱਚ ਰਹਿ ਰਹੇ ਹਾਂ। ਹਾਲੇਲੂਇਆ। ਇਹ ਛੁਟਕਾਰੇ ਦੀ ਤੁਰੀ ਆ। ਇਹ ਕੁਝ ਗੁਲਾਮਾਂ ਨੂੰ ਫਿਰ ਤੋਂ ਆਜ਼ਾਦ ਕਰਨ ਦਾ ਨਿਯਮ ਉਹਨੇ ਠਹਿਰਾਇਆ ਆ। ਹਾਲੇਲੂਇਆ। ਕਿੰਨੇ ਸਮਝੇ ਉਹਦੀ ਯੋਜਨਾ ਨੂੰ? ਕਿੰਨਾਂ ਨੂੰ ਗੱਲ ਸਮਝ ਆ ਰਹੀ ਆ ਕਿ ਅਸੀਂ ਡਿੱਗੀ ਹੋਈ ਹਾਲਤ ਤੋਂ ਫਿਰ ਤੋਂ ਬਹਾਲੀ ਦੀ ਹਾਲਤ ਦੇ ਵਿੱਚ ਜਾ ਰਹੇ ਹਾਂ। ਅਸੀਂ ਫਿਰ ਤੋਂ ਉਸ ਅਦਨ ਦੇ ਵਧੀਆ ਵਾਤਾਵਰਨ ਦੇ ਵੱਲ ਜਾ ਰਹੇ ਹਾਂ। ਹਾਲੇਲੂਇਆ। ਇਹ ਸਭ ਕੁਝ ਉਹਨੇ ਇਹ ਪ੍ਰਭੂ ਦੀ ਯੋਜਨਾ ਦੇ ਮੁਤਾਬਿਕ ਚੱਲ ਰਿਹਾ ਆ। ਕਿੰਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਆ? ਉਹਨੇ ਸ਼ੁਰੂ ਤੋਂ ਹੀ ਇਹਨਾਂ ਗੱਲਾਂ ਨੂੰ ਠਹਿਰਾਇਆ ਹੈ। ਜਦੋਂ ਪਰਮੇਸ਼ਰ ਨੇ ਇਸ ਅੰਤ ਦੇ ਸਮੇਂ ਵਿੱਚ ਨਬੀ ਨੂੰ ਭੇਜਿਆ, ਹਾਲੇਲੂਇਆ, ਕਿੰਨਾਂ ਨੂੰ ਗੱਲ ਸਮਝ ਆਈ? ਕਾਹਦੇ ਲਈ ਭੇਜਿਆ?
ਉਸ ਡਿੱਗੇ ਹਾਲਾਤ ਨੂੰ ਖੜਾ ਕਰਨ ਦੇ ਲਈ। ਕਿਉਂਕਿ ਬਪਤਿਸਮੇ ਦੇ ਹਾਲਾਤ ਨੂੰ ਵਿਗਾੜ ਦਿੱਤਾ ਗਿਆ ਸੀ। ਪਵਿੱਤਰ ਆਤਮਾ ਦੇ ਅਸਲੀ ਬਪਤਿਸਮੇ ਨੂੰ ਵਿਗਾੜ ਦਿੱਤਾ ਗਿਆ ਸੀ। ਕਲੀਸਿਆ ਦੇ ਕਰਤੱਵ ਨੂੰ ਵਿਗਾੜ ਦਿੱਤਾ ਗਿਆ ਸੀ। ਕਿੰਨਾ ਗੱਲ ਸਮਝ ਆਈ? ਇਸ ਮਸੀਹਤ ਨੂੰ ਵੀ ਮੂਰਤੀ ਪੂਜਾ ਦੇ ਵੱਲ ਲੈ ਕੇ ਜਾ ਰਹੇ ਸੀਗੇ ਕਈ ਬਾਈਬਲ ਦੇ ਗਿਆਨੀ ਬੰਦੇ। ਕਿੱਧਰ ਨੂੰ ਲੈ ਕੇ ਜਾ ਰਹੇ ਸੀ? ਹਾਲੇਲੂਇਆ। ਅਸੀਂ ਜੌਨ ਵੈਂਜਲੀ ਦੀ ਪ੍ਰਸ਼ੰਸਾ ਕਰਦੇ ਹਾਂ ਕਿਉਂਕਿ ਉਹ ਆਪਣੇ ਸਮੇਂ ਦਾ ਸੰਦੇਸ਼ਵਾਹਕ ਸੀ। ਅਸੀਂ ਮਾਰਟਨ ਲੂਥਰ ਦੀ ਪ੍ਰਸ਼ੰਸਾ ਕਰਦੇ ਹਾਂ, ਉਹ ਆਪਣੇ ਸਮੇਂ ਦਾ ਸੰਦੇਸ਼ਵਾਹਕ ਸੀ। ਪਰ ਜੋ ਕੁਝ ਭਾਈ ਬ੍ਰੈਨਮ ਦੇ ਉੱਤੇ ਖੁੱਲਿਆ ਉਹ ਉਹਨਾਂ ਦੇ ਉੱਤੇ ਵੀ ਨਹੀਂ ਖੁੱਲਿਆ। ਅੱਛਾ ਜੀ। ਕਿੰਨਾਂ ਨੂੰ ਗੱਲ ਸਮਝ ਆਈ? ਉਹਨਾਂ ਤੋਂ ਅਲੱਗ ਕੁਝ ਭਾਈ ਬ੍ਰੈਨਮ ਦੇ ਨਾਲ ਵਾਪਰਿਆ ਹੈ। ਆਮੀਨ। ਹਾਲੇਲੂਇਆ। ਕਾਹਦੇ ਲਈ? ਸਾਡੇ ਲਈ। ਪ੍ਰਭੂ ਸਾਡਾ ਸੁਧਾਰ ਕਰਨਾ ਚਾਹੁੰਦਾ ਸੀ। ਹਾਲੇਲੂਇਆ। ਹੁਣ ਜਦੋਂ ਅਸੀਂ ਅੰਤ ਸਮੇਂ ਤੇ ਹਾਂ, ਜਦੋਂ ਪਰਮੇਸ਼ਰ ਨੇ ਆਪਣੇ ਦਿਮਾਗ ਨੂੰ ਨਬੀ ਦੇ ਉੱਤੇ ਖੋਲਿਆ ਆ, ਆਪਣੇ ਪਲਾਨ ਨੂੰ, ਆਪਣੀ ਯੋਜਨਾ ਨੂੰ, ਆਪਣੇ ਉਸ ਪ੍ਰੋਗਰਾਮ ਨੂੰ ਸਾਡੇ ਯੁੱਗ ਦੇ ਨਬੀ ਦੇ ਉੱਤੇ ਖੋਲਿਆ ਆ। ਹਾਲੇਲੂਇਆ। ਔਰ ਪ੍ਰਭੂ ਤਦ ਤੱਕ ਨਹੀਂ ਖੋਲਦਾ ਜਦ ਤੱਕ ਕੋਈ ਨਬੀ ਉਹਦੀ ਯੋਜਨਾ ਨੂੰ ਸਮਝਣ ਦੇ ਯੋਗ ਹੀ ਨਹੀਂਗਾ। ਤੁਹਾਨੂੰ ਯਾਦ ਹੈ ਪੌਲਸ ਨੇ ਕਿਹਾ ਕਿ ਹਾਲੇ ਤਾਂ ਅਸੀਂ ਧੁੰਦਲਾ ਜਿਹਾ ਵੇਖਦੇ ਆ। ਸੰਪੂਰਨ ਆਵੇਗਾ। ਉਸ ਪ੍ਰਤੀਬਿੰਬ ਨੂੰ ਕਹਿੰਦਾ ਸ਼ੀਸ਼ੇ ਦੇ ਵਿੱਚੋਂ ਧੁੰਦਲਾ ਜਿਹਾ ਵੇਖਦੇ ਆ। ਏਦਾਂ ਕਿਹਾ? ਸ਼ੀਸ਼ਾ ਕਿਹਾ ਉਹਨੇ? ਮੈਂ ਉਸ ਪ੍ਰਤੀਬਿੰਬ ਨੂੰ ਕਹਿੰਦਾ ਅਸੀਂ ਧੁੰਦਲਾ ਜਿਹਾ ਵੇਖਦੇ ਆ, ਪਰ ਕਹਿੰਦਾ ਜਦੋਂ ਸੰਪੂਰਨ ਆਏਗਾ ਤਾਂ ਅਧੂਰਾ ਖਤਮ ਹੋ ਜਾਏਗਾ। ਇਹ ਗੱਲ ਉਹਨੇ ਪੇਸ਼ਬਾਣੀ ਕੀਤੀ, ਔਰ ਇਹ ਪੇਸ਼ਬਾਣੀ ਅਫਸੂਸ ਦੇ ਲਈ ਨਹੀਂ ਸੀਗੀ, ਸਮਰਨੇ ਦੇ ਲਈ ਨਹੀਂ ਸੀ, ਤੁਤੀਰੇ ਦੇ ਲਈ ਨਹੀਂ ਸੀ, ਸਾਰਦੀਸ ਦੇ ਲਈ ਨਹੀਂ ਸੀ। ਹਾਲੇਲੂਇਆ। ਹੋਰ ਯੁੱਗਾਂ ਦੇ ਲਈ ਨਹੀਂ ਸੀਗੀ, ਇਹ ਲੁਦੀਕੀਆ ਦੇ ਲਈ ਸੀਗੀ। ਕਿਉਂਕਿ ਉਹਨੇ ਕਿਹਾ ਕਿ ਤੁਹਾਡੀਆਂ ਅੱਖਾਂ ਨੂੰ ਸਮੇਂ ਦੇ ਸੰਦੇਸ਼ ਦਾ ਸੁਰਮਾ ਲਗਾ ਦਿੱਤਾ ਗਿਆ ਹੈ। ਹੁਣ ਤੁਹਾਨੂੰ ਧੁੰਦਲਾ ਵੇਖਣ ਦੀ ਲੋੜ ਨਹੀਂ ਆ, ਕਿਉਂਕਿ ਸੰਪੂਰਨ ਉਤਰਿਆ ਆ। ਮਹਾਬਲੀ ਦੂਤ ਧਰਤੀ ਦੇ ਉੱਤੇ ਆਇਆ ਆ, ਜਿਹਨੇ ਆਪਣੇ ਇੱਕ ਪੈਰ ਨੂੰ ਧਰਤੀ ਤੇ ਔਰ ਇੱਕ ਪੈਰ ਨੂੰ ਸਮੁੰਦਰ ਤੇ ਟਿਕਾਇਆ ਆ। ਹਾਲੇਲੂਇਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਪ੍ਰਚਾਰ ਪੂਰਾ ਨਹੀਂ ਕਰ ਪਾਵਾਂਗੇ, ਆਪਾਂ ਅਗਲੇ ਹਫਤੇ ਵੀ ਰੱਖਾਂਗੇ ਇਸ ਗੱਲ ਨੂੰ, ਔਰ ਅਗਲੇ ਹਫਤੇ ਅਸੀਂ ਜਾਣਾਂਗੇ ਕਿ ਅਸਲ ਦੇ ਵਿੱਚ ਪ੍ਰਭੂ ਦੀ ਯੋਜਨਾ ਸੀ। ਉਹਨੇ ਕੋਈ ਯੋਜਨਾ ਭਾਈ ਬ੍ਰੈਨਮ ਨੂੰ ਦਿੱਤੀ, ਔਰ ਉਹਨੇ ਸਾਨੂੰ ਕੀ ਦਿੱਤਾ ਆ। ਹਾਲੇਲੂਇਆ। ਕਿੰਨਾਂ ਨੂੰ ਗੱਲ ਇੱਥੇ ਤੱਕ ਸਮਝ ਆ ਰਹੀ ਹੈ? ਉਹ ਤਦ ਤੱਕ ਆਪਣੇ ਆਪ ਨੂੰ ਮਨੁੱਖ ਦੇ ਉੱਤੇ ਖੋਲਦਾ ਨਹੀਂ ਆ ਜਦ ਤੱਕ ਮਨੁੱਖ ਉਹਨੂੰ ਸਮਝਣ ਦੇ ਜਾਂ ਉਹਨੂੰ ਲੈਣ ਦੇ ਯੋਗ ਹੀ ਨਹੀਂਗਾ। ਉਹ ਕਿਸੇ ਅਸ਼ੁੱਧ ਚੀਜ਼ ਦੇ ਉੱਤੇ ਪ੍ਰਗਟ ਨਹੀਂ ਹੁੰਦਾ, ਉਹ ਗਲਤ ਬੰਦਿਆਂ ਨੂੰ ਸਵੀਕਾਰ ਨਹੀਂ ਕਰਦਾ। ਤੁਹਾਨੂੰ ਪਤਾ ਦਾਊਦ ਉਹਦੀ ਹੈਕਲ ਨੂੰ ਬਣਾਉਣਾ ਚਾਹੁੰਦਾ ਸੀ, ਦਾਊਦ ਰਾਜਾ ਸੀ, ਉਹਦੇ ਅੰਦਰ ਗੁਣ ਸੀ, ਪਰ ਕਹਿੰਦਾ ਤੂੰ ਨਹੀਂ ਬਣਾਏਗਾ, ਤੂੰ ਬੜਾ ਖੂਨ ਬਹਾਇਆ ਆ, ਤੇਰਾ ਬੇਟਾ ਸੁਲੇਮਾਨ ਬਣਾਏਗਾ। ਕਹਿੰਦਾ ਮੂਸਾ ਕਹਿੰਦਾ ਪ੍ਰਭੂ ਮੈਂ ਥਥਲੇ ਬੁੱਲਾ ਵਾਲਾ, ਮੈਂ ਨਹੀਂ ਕਰ ਸਕਦਾ ਇਹ ਕੰਮ, ਤੂੰ ਹਾਰੂਨ ਨੂੰ ਲੈ, ਮੇਰੇ ਜਿੰਨਾ ਹੀ ਹੋਵੀ, ਮੇਰੇ ਨਾਲ ਜ਼ਿਆਦਾ ਹੀ ਹੋਵੀ, ਗਿਆਨ ਬਹੁਤ ਹੈ, ਸਭ ਕੁਛ ਹੈ, ਪਰ ਕਹਿੰਦਾ ਤੂੰ ਹੀ ਕਰੇਗਾ। ਆਮੀਨ। ਕਿਹਨਾਂ ਗੱਲ ਸਮਝਾਈ? ਪ੍ਰਭੂ ਆਪਣੀ ਯੋਜਨਾ ਦੇਣ ਦੇ ਲਈ ਆਪਣਾ ਦਿਮਾਗ, ਉਹਦੀ ਜਿਹੜੇ ਦਿਮਾਗ ਆ, ਆਪਣੀ ਸੋਚ ਕਿਸੇ ਬੰਦੇ ਨੂੰ ਦੇਣ ਦੇ ਲਈ ਕਿ ਫੜ ਤੂੰ ਮੇਰੇ ਦਿਮਾਗ ਦੇ ਨਾਲ ਆ ਕੰਮ ਕਰਕੇ ਦਿਖਾ, ਜਹਾਂ ਸੇਵਕਾ ਹੀ ਹੈ ਤੇਰੇ ਕੋਲ, ਉਹ ਤਦ ਤੱਕ ਨਹੀਂ ਦਿੰਦਾ ਜਦ ਤੱਕ ਕੋਈ ਬੰਦਾ ਉਹਦੇ ਯੋਗ ਹੀ ਨਹੀਂ ਗਾ। ਅੱਜ ਬਹੁਤ ਸੇ ਬਾਈਬਲ ਕਾਲਜ ਆ, ਉਹ ਪਾਸਟਰ ਖੜੇ ਕਰਦੇ ਆ, ਪਰ ਸੋਸ਼ਲ ਮੀਡੀਆ ਤੇ ਕਈ ਵਾਰ ਇਦਾਂ ਦੇ ਨਿਊਜ਼ ਚੈਨਲਾਂ ਦੇ ਉੱਤੇ ਦੇਖਣ ਨੂੰ ਮਿਲਦਾ ਕਿ ਉਹ ਮਸੀਹ ਦੇ ਲਈ ਬੜੇ ਸ਼ਰਮਨਾਕ ਕੰਮ ਕਰਕੇ ਦਿਖਾ ਦਿੰਦੇ, ਕਿਉਂਕਿ ਉਹ ਸੇਵਕਾਈਆਂ ਦੇ ਲਈ ਯੋਗ ਨਹੀਂ ਹੁੰਦੇ, ਉਹ ਇਕੱਲੇ ਬਾਈਬਲ ਦੇ ਗਿਆਨੀ ਬਣੇ ਹੁੰਦੇ ਆ।
ਅਸਲੀ ਪ੍ਰਕਾਸ਼ਨ ਉਹਨਾਂ ਦੇ ਉੱਤੇ ਖੁੱਲਾ ਹੀ ਨਹੀਂ ਹੁੰਦਾ ਕਿ ਅਸੀਂ ਪ੍ਰਭੂ ਦੀ ਕੈਸੀ ਯੋਜਨਾ ਦੇ ਅਧੀਨ ਕੰਮ ਕਰਕੇ ਦਿਖਾਉਣਾ ਆ। ਆਮੇਨ। ਹਾਲੇਲੂਇਆ। ਕਿੰਨਾਂ ਨੂੰ ਗੱਲ ਸਮਝ ਆਈ? ਨੂਹ ਦੇ ਦਿਨਾਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਦਿਮਾਗ ਨੂੰ ਨੂਹ ਦੇ ਉੱਤੇ ਖੋਲਿਆ। ਉਹਨੇ ਨੂਹ ਨੂੰ ਸਾਰੀ ਤਕਨੀਕ ਸਮਝਾਈ। ਉਹਨੇ ਦੱਸਿਆ ਕਿ ਕਿੱਦਾਂ ਕਿੱਦਾਂ ਕਿਸ਼ਤੀ ਨੂੰ ਬਣਾਉਣਾ ਆ, ਕਿੰਨੇ ਉਚਾਈ ਲੰਬਾਈ, ਇੱਕ ਚੀਜ਼, ਸਭ ਚੀਜ਼ ਦੱਸਦੇ। ਇੱਕ ਇੱਕ ਚੀਜ਼। ਔਰ ਬਾਈਬਲ 'ਚ ਲਿਖਿਆ ਨੂਹ ਨੇ ਉਦਾਂ ਹੀ ਕਰਕੇ ਦਿਖਾਇਆ ਜਿੱਦਾਂ ਪਰਮੇਸ਼ਰ ਨੇ ਉਹਨੂੰ ਆਗਿਆ ਦਿੱਤੀ ਸੀ। ਕਿੰਨਾਂ ਨੂੰ ਗੱਲ ਸਮਝ ਆਈ? ਮੂਸਾ ਦੇ ਦਿਨਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਖੋਲਿਆ। ਮੂਸਾ ਨੂੰ ਉਹੀ ਕਰਕੇ ਦਿਖਾਇਆ। ਮੂਸਾ ਨੂੰ ਹਰੇਕ ਗੱਲ ਸਮਝਾਈ, ਕਿੱਦਾਂ ਜਗਵੇਦੀਆਂ ਬਣਾਉਣੀਆਂ ਨੇ, ਕਿੱਦਾਂ 10 ਹੁਕਮ ਨੇ, ਕਿੱਦਾਂ ਸਵਰਗ ਦਾ ਨਕਸ਼ਾ ਆ, ਹਰੇਕ ਚੀਜ਼ ਉਹਦੇ ਉੱਤੇ ਖੋਲ ਦਿੱਤੀ ਗਈ। ਸੱਚ ਹੈ। ਹਾਲੇਲੂਇਆ। ਪ੍ਰਭੂ ਆਪਣੇ ਆਪ ਨੂੰ ਕਈਆਂ ਲੋਕਾਂ ਦੇ ਉੱਤੇ ਖੋਲਦਾ ਆ। ਉਹਨਾਂ ਲੋਕਾਂ ਦੇ ਉੱਤੇ ਜਿਹੜੇ ਲੋਕ ਉਹਨੂੰ ਪਸੰਦ ਆ ਜਾਂਦੇ ਆ, ਜਿਹੜੇ ਲੋਕ ਉਹਨੂੰ ਪਸੰਦ ਆ ਜਾਂਦੇ ਆ। ਹਾਲੇਲੂਇਆ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੀਨ। ਜੋ ਆਪਾਂ ਗੱਲ ਕਰ ਰਹੇ ਕਿਸੇ ਦੀ ਸਮਝ ਆ ਰਹੀ? ਮੈਂ ਲਾਸਟ 'ਚ ਕੋਈ ਚੰਦ ਗੱਲਾਂ ਕਰਦਾ, ਫਿਰ ਆਪਾਂ ਦੁਆ ਕਰਦੇ ਹਾਂ। ਹਾਲੇਲੂਇਆ। ਆਪਾਂ ਇਹਨੂੰ ਕੰਟੀਨਿਊਸਲੀ ਰੱਖਾਂਗੇ। ਹੋ ਸਕਿਆ ਆਪਾਂ ਅਗਲੇ ਹਫਤੇ ਵੀ ਇਸੇ ਗੱਲ ਤੇ ਵਿਚਾਰ ਕਰਾਂਗੇ ਕਿ ਅਸਲ 'ਚ ਭਾਈ ਬ੍ਰੈਨਮ ਨੇ ਖੋਲਿਆ ਕੀ ਆ। ਹਾਲੇਲੂਇਆ। ਸਵਾਲ ਇਹ ਵੀ ਆ, ਮੂਸਾ ਦੇ ਦਿਨਾਂ ਦੇ ਵਿੱਚ ਉਹਨੇ ਮੂਸਾ ਦੇ ਉੱਤੇ ਆਪਣੇ ਆਪ ਨੂੰ ਖੋਲਿਆ। ਔਰ ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਵੀ ਉਹਨੇ ਆਪਣੇ ਆਪ ਨੂੰ ਖੋਲਿਆ ਆ। ਜੇ ਉਹ ਭਾਈ ਬ੍ਰੈਨਮ ਨਹੀਂਗਾ ਜਿਹਦੇ ਉੱਤੇ ਸਭ ਕੁਝ ਖੋਲਿਆ ਆ, ਤੇ ਫਿਰ ਕੋਈ ਬੰਦਾ ਉਹਦੀ ਜਗ੍ਹਾ ਤੇ ਫਿੱਟ ਕਰਨਾ ਪੈਣਾ ਆ, ਜਿਹਦੇ ਉੱਤੇ ਉਹਨੇ ਆਪਣੇ ਆਪ ਨੂੰ ਖੋਲਿਆ ਆ। ਆਮੀਨ। ਕੋਈ ਕਹਿੰਦਾ ਯੂਸਫ ਕੋਲਮੈਨ ਆ, ਕੋਈ ਕਹਿੰਦਾ ਸੈਲਮਨ ਜੇਕਬ ਆ, ਕੋਈ ਕੁਛ ਆ, ਕੋਈ ਕੁਛ ਆ। ਪਰ ਅਸੀਂ ਉਹ ਦੇਖਣਾ ਆ ਜੋ ਬਾਈਬਲ 'ਚ ਵੀ ਆ, ਜਿਸ ਦੇ ਉੱਤੇ ਉਹਨੇ ਆਪਣੇ ਆਪ ਨੂੰ ਖੋਲ ਕੇ ਦਿਖਾਇਆ। ਇਹਨਾਂ ਅੰਤ ਦੇ ਦਿਨਾਂ ਵਿੱਚ ਵੀ ਉਹਨੇ ਆਪਣੇ ਦਿਮਾਗ ਨੂੰ, ਆਪਣੀ ਸਮਝ ਨੂੰ ਕਈਆਂ ਲੋਕਾਂ ਦੇ ਉੱਤੇ ਖੋਲਿਆ ਆ। ਹਾਲੇਲੂਇਆ। ਇਹ ਛੋਟਾ ਜਿਹਾ ਬੰਦਾ, ਭਾਈ ਰਾਹੁਲ ਤਨਮੇ ਵੀ ਆ ਨਾ ਕੱਲ ਕਹਿ ਰਹੇ, ਇਹ ਛੋਟਾ ਜਿਹਾ ਬੰਦਾ ਜਿਹੜਾ ਕੱਦ ਦਾ ਛੋਟਾ ਸੀਗਾ, ਉਸਨੇ ਉਹ ਸਭ ਨੂੰ ਜੋ ਪ੍ਰਭੂ ਦੀ ਯੋਜਨਾ ਸੀ, ਉਹਦੀ ਸਮਝ ਸੀ, ਉਹਦਾ ਦਿਮਾਗ ਸੀ, ਉਹ ਸਭ ਕਾਸ਼ੇ ਨੂੰ ਪਰਮੇਸ਼ਰ ਨੇ ਉਹਦੇ ਉੱਤੇ ਖੋਲ ਦਿੱਤਾ। ਹਾਲੇਲੂਇਆ। ਕਿਉਂਕਿ ਉਹਨੇ ਕਿਹਾ ਕਿ 7ਵਾਂ ਦੂਤ ਜਦ ਤੁਰੀ ਵਜਾਏਗਾ ਪਰਮੇਸ਼ਰ ਦਾ ਭੇਤ ਸੰਪੂਰਨ ਹੋਏਗਾ। ਕਿਆ ਕਹਿੰਦਾ ਕਿ ਮੈਂ ਵੱਡੇ ਤੇ ਪੈਦਾਇਕ ਦਿਨ ਦੇ ਆਉਣ ਤੋਂ ਪਹਿਲਾਂ ਏਲੀਆ ਨਬੀ ਨੂੰ ਭੇਜਾਂਗਾ, ਜੋ ਜੋ ਬਾਲਕਾਂ ਦੇ ਦਿਲਾਂ ਨੂੰ ਪੇਵਾਂ ਦੇ ਵੱਲ ਮੋੜੇਗਾ। ਹਾਲੇਲੂਇਆ। ਇਹ ਇਸ ਤਰ੍ਹਾਂ ਨਹੀਂ ਸੀਗਾ ਕਿ ਪਰਮੇਸ਼ਰ ਨੇ ਭਾਈ ਵਿਲੀਅਮ ਬ੍ਰੈਨਮ ਨੂੰ ਬੁਲਾਇਆ ਤੇ ਉਸ ਨੂੰ ਉਹ ਸਭ ਕੁਝ ਦੇ ਦਿੱਤਾ। ਕਹਿੰਦਾ ਅਸਲ ਦੇ ਵਿੱਚ ਇਹ ਐਦਾਂ ਨਹੀਂ ਸੀਗਾ। ਹਾਲੇਲੂਇਆ। ਵੀ ਐਦਾਂ ਹੀ ਉਹਨੇ ਕੋਈ ਬੰਦਾ ਫੜਿਆ ਤੇ ਕਹਿੰਦਾ ਚੱਲ ਹੁਣ ਤੂੰ ਮੇਰਾ ਕੰਮ ਕਰ ਅੱਜ ਤੋਂ ਬਾਅਦ। ਕਹਿੰਦਾ ਅਸਲ 'ਚ ਐਦਾਂ ਨਹੀਂ ਸੀਗਾ। ਉਸ ਨੂੰ ਤਾਂ ਉਹ ਸਭ ਕਾਸੇ ਦੇ ਯੋਗ ਹੋਣਾ ਪੈਣਾ ਸੀ। ਤਰਾਸ਼ਦਾ ਹੀ ਇਹਨੂੰ ਕੱਢਦਾ। ਕਿੰਨਾਂ ਨੂੰ ਗੱਲ ਸਮਝਾਈ? ਇਹ ਯੋਗਤਾ ਦੇ ਆਧਾਰ ਤੇ ਆ। ਜਿਹੜਾ ਪ੍ਰਭੂ ਦੇ ਉਸ ਮਾਈਂਡ ਨੂੰ ਸਮਝਣ ਦੇ ਯੋਗ ਆ। ਪ੍ਰਭੂ ਐਵੇਂ ਨਹੀਂ ਕੋਈ ਬੰਦਾ ਫੜ ਲੈਂਦਾ, ਉਹ ਯੋਗਤਾ ਦੇਖਦਾ ਆ। ਸੱਚ ਹੈ। ਔਰ ਭਾਈ ਬ੍ਰੈਨਮ ਦੇ ਅੰਦਰ ਸਾਡੇ ਦਿਨਾਂ ਦੀ ਜੋ ਕੁਛ ਪ੍ਰਭੂ ਦਾ ਪਲਾਨ ਸੀ, ਜੋ ਦਾ ਪ੍ਰੋਗਰਾਮ ਸੀ, ਉਸ ਪ੍ਰੋਗਰਾਮ ਨੂੰ ਸਮਝਣ ਦੀ ਯੋਗਤਾ ਸੀ। ਆਮੀਨ। ਹਾਲੇਲੂਇਆ। ਐਵੇਂ ਆਮ ਜੀ ਚੀਜ਼ ਨਹੀਂ ਸੀਗਾ। ਉਹ ਸਮਝ ਸਕਦਾ ਸੀ ਕਿ ਪ੍ਰਭੂ ਕੀ ਚਾਹ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ, ਉਹਦਾ ਕੀ ਪਲਾਨ ਕੀ ਆ। ਉਹ ਕਿਸ਼ਤੀ ਬਣਾਉਣੀ ਨਹੀਂ ਚਾਹ ਰਿਹਾ। ਕਿੰਨਾ ਗੱਲ ਸਮਝਾਈ? ਆਮੀਨ ਆਮੀਨ। ਸਾਨੂੰ ਅੱਜ ਪਾਣੀ ਦਾ ਡਰ ਨਹੀਂ ਆ, ਸਾਨੂੰ ਤਾਂ ਕਿਸੇ ਹੋਰ ਚੀਜ਼ ਦਾ ਡਰ ਆ, ਹਨਾ? ਹਾਲੇਲੂਇਆ। ਅੱਜ ਉਹ ਪਾਣੀ ਦੇ ਨਾਲ ਨਹੀਂ ਮਾਰੇਗਾ,
क्योंकि इसलिए उन्हें सतरंगी पींग दा नेम बनया है। उन्हें क्या किया तो मैं पानी नाल नहीं मारूंगा, मैं अग ते गंधक दे नाल मारूंगा। आमीन। अज लोड़ आ ओदे तो बचन दी, पर ओदे तो बचाव किद्दां होना है? ये सब कासे नूं समझण दी योग्यता भाई ब्रैनम दे अंदर सी। हालेलुया। आज अगर कोई प्रचारक कहे कि मेरे उत्ते कुछ वखरा ज्ञान खुल गया है, मेरे उत्ते कोई वखरा प्रकाशन खुला है, झूठ है। आमीन। क्योंकि भेतां नूं संपूर्ण करन दी सेवकाई भाई ब्रैनम दे कोल सीगी, सतवें दूत दे कोल सीगी। हालेलुया। किन्हां नूं गल समझ आ रही है? वो इन्हां सब चीज़ां नूं लैण दे योग सीगा। नबी होण दे, नबी होण दे उस नूं योग होना पैना सी, उस नूं इस दे योग होना पैना सी जो परमेश्वर दे दिमाग विच है उस नूं समझ सके। हालेलुया। हालेलुया। हुण ये नहींगा कि जो बाइबल दे विच है उहनूं समझण दे, पर जो ओहदा प्रकाशन है उहनूं समझण दे, उहनूं योग होना पैना सी। किन्हां गल समझ आई? आमीन। मैं ये गल बोली कि जो कुछ बाइबल च आ उहनूं नहीं समझना। किन्हां नूं समझ आ रही है? आमीन। गल तिखी आ पर समझनी पैनी है। मिशरा जथेबंदियां बाइबल पढ़ रही हैं पर समझ नहीं रही। सन तो वो चाहिए है जो बाइबल की समझ है। किन्हां नूं गल समझ आ रही? हालेलुया। परमेश्वर ने साडे युग दे लई एक मनुख नूं लभ्या जिहदा नाम भाई ब्रैनम सीगा, जिसने अपने आप नूं पूरी तरह नाल परमेश्वर दे अधीन कर दिता। आमीन। क्योंकि परमेश्वर किसी ऐदां दे बंदे दा इंतजार कर रहा सी, ऐदां दे बंदे नूं लभ रहा सी। आ तो 2000 सालां तो जो पौलुस दे वांग कह सके कि हुण मैं तां नहीं, मेरे अंदर मसीह जिंदा है, जिहड़ा कह सके कि केड़ी चीज है जिहड़ी मैनू मसीह दे प्यार तो अड कर सकदी है। आमीन। हालेलुया। हालेलुया। जिहड़ा कह सके कि मैं अपना घर नहीं बनाऊंगा, मैं अपने सब सुख आराम, मैं सब चीज़ां छड़ सकदा हां। आमीन। है किसी दे दम, पर भाई ब्रैनम कह सकदा। आमीन। सच है। किन्ने गल नूं समझ रहे हो? पौलुस ने क्या जीना मेरे लिए मसीह मरना लाभ है। भाई भोले ने अपन एक दिन हवाला दिता सीगा भाई ब्रैनम दे उत्ते 3 साल पहला खुल गया कि तू मरन वाला है। आमीन। सच सच है। तू की आ मरन वाला है, क्योंकि जिस प्रोग्राम जिस योजना के मुताबिक मैं तेरे काम लेना सी मैं ले लिया आ। आमीन। मैं तेनू दसदा हां कि उन्हें की कुछ छड्डिया एक असल मसीहत जीण दे लई। ਆਪਾਂ ਕੰਟੀਨਿਊਸਲੀ ਚੱਲਾਂਗੇ, 2 ਪ੍ਰਚਾਰ ਕਰਾਂਗੇ ਆਪਾਂ ਹੋ ਸਕਿਆ ਤਾਂ। ਬਹੁਤ ਕੁਛ ਉਹਨੇ ਛੱਡਿਆ, ਉਹਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੀ ਯੋਜਨਾ ਦੇ ਅਧੀਨ ਕਰ ਲਿਆ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਪ੍ਰਭੂ ਐਦਾਂ ਦੇ ਕਰੈਕਟਰ ਦੀ, ਐਦਾਂ ਦੇ ਬੰਦੇ ਦੀ ਮੰਗ ਕਰ ਰਿਹਾ ਸੀਗਾ। ਹਾਲੇਲੂਇਆ। ਜਿਹੜਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਹੱਥਾਂ 'ਚ ਸੌਂਪ ਦੇਵੇ। ਤੁਹਾਨੂੰ ਪਤਾ ਬਚਪਨ ਤੋਂ ਉਹਦੇ ਨਾਲ ਇੱਕ ਦੂਤ ਗੱਲਾਂ ਕਰਦਾ ਸੀ। ਆਮੀਨ। ਕਹਿੰਦਾ ਕਿ ਤੂੰ ਆਪਣੇ ਆਪ ਨੂੰ ਇਹਨਾਂ ਨਸ਼ਿਆਂ ਦੇ ਨਾਲ ਦੂਸ਼ਿਤ ਨਹੀਂ ਕਰਨਾ। ਆਮੀਨ। ਤੂੰ ਲੜਕੀਆਂ ਦੇ ਨਾਲ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ। ਆਮੀਨ। ਔਰ ਇਹਨਾਂ ਸਭ ਕਾਸੇ ਦੇ ਨਾਲ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ। ਆਮੀਨ। ਮੈਂ ਤੇਰੇ ਲਈ ਇੱਕ ਸੇਵਕਾਈ ਠਰਾਈ ਆ। ਆਮੀਨ। ਮੈਂ ਤੇਰੇ ਲਈ ਇੱਕ ਕੰਮ ਠਰਾਇਆ ਆ। ਆਮੀਨ। ਉਹ ਕੰਮ ਤੂੰ ਹੀ ਕਰਨਾ ਆ। ਆਮੀਨ। ਉਹਨੇ ਉਸ ਸਭ ਕਾਸੇ ਦੇ ਲਈ ਆਪਣੇ ਆਪ ਨੂੰ ਸ਼ੁੱਧ ਰੱਖਿਆ। आमीन। ਜਿਨ੍ਹਾਂ ਨੇ ਨਸ਼ੇ ਦਾ ਆਨੰਦ ਲਿਆ ਆ ਉਹਨਾਂ ਨੂੰ ਪਤਾ ਆ ਨਸ਼ੇ ਦਾ ਆਨੰਦ ਬਹੁਤ ਭੈੜਾ ਆ। ਲੜਕੀਆਂ ਦਾ ਆਨੰਦ, ਹੋਰ ਮਾੜੇ ਚੰਗੇ ਕੰਮਾਂ ਦਾ ਆਨੰਦ, ਇਹ ਸਭ ਕਾਸ਼ੇ ਨੂੰ ਉਹਨੇ ਪ੍ਰਭੂ ਦੀ ਸੇਵਕਾਈ ਦੇ ਲਈ ਛੱਡ ਦਿੱਤਾ। ਆਮੀਨ। ਤੇ ਫਿਰ ਪ੍ਰਭੂ ਏਦਾਂ ਦੇ ਬੰਦੇ ਨੂੰ ਕਿਉਂ ਨਹੀਂ ਫੜੇਗਾ? ਕਿਉਂਕਿ ਜੋ ਕੁਝ ਤੁਸੀਂ ਪ੍ਰਭੂ ਦੇ ਲਈ ਛੱਡਦੇ ਹੋ
ਪ੍ਰਭੂ ਤੁਹਾਡੇ ਨਾਲ ਖੜਾ ਹੁੰਦਾ ਆ। Amen. ਹਾਲੇਲੂਇਆ। Hallelujah. ਉਹ ਪੂਰੀ ਤਰ੍ਹਾਂ ਸਮਰਪਿਤ ਜੀਵਨ ਸੀ ਉਹਦਾ, ਉਹ ਪੂਰੀ ਤਰ੍ਹਾਂ ਨਾਲ ਵੱਖਰਾ ਹੋ ਗਿਆ ਇਹ ਸਭ ਕਾਸੇ ਤੋਂ। ਹਾਲੇਲੂਇਆ। Hallelujah. ਔਰ 7ਵੇਂ ਦੂਤ ਦੀ ਸੇਵਕਾਈ ਦੇ ਲਈ, 7ਵੇਂ ਸੰਦੇਸ਼ ਵਾਕ ਦੇ ਲਈ ਇਹ ਸਭ ਕੁਝ ਕਰਨਾ ਬਹੁਤ ਅਤੀ ਜ਼ਰੂਰੀ ਸੀਗਾ। ਹਾਲੇਲੂਇਆ। ਜੋ ਕੁਝ ਭਾਈ ਬ੍ਰੈਨਮ ਨੇ ਕਰਕੇ ਦਿਖਾਇਆ ਇਹ ਵਚਨ ਦੀ ਮੰਗ ਸੀ। Amen. ਇਹ ਐਂਡ ਟਾਈਮ ਮੈਸੇਜ ਦੀ ਸੇਵਕਾਈ ਦੀ ਜਿਹੜੀ ਫਾਊਂਡੇਸ਼ਨ ਆ, ਉਹਦੀ ਨੀਂਹ ਆ, ਉਹਦਾ ਪਹਿਲਾ ਪੂਲਾ ਆ, ਤੇ ਉਹਦੇ ਅੰਦਰ ਇਹ ਹੋਣਾ ਬਹੁਤ ਜ਼ਰੂਰੀ ਸੀਗਾ। ਹਾਲੇਲੂਇਆ। ਕਿੰਨਾਂ ਨੂੰ ਮੇਰੀ ਗੱਲ ਸਮਝ ਆਈ ਆ? ਇਹ ਸਭ ਗੁਣ ਉਹਦੇ ਅੰਦਰ ਹੋਣੇ ਬੜੇ ਜ਼ਰੂਰੀ ਸੀਗੇ ਕਿਉਂਕਿ ਇਹਨਾਂ ਦੀ ਜ਼ਰੂਰਤ ਸੀ ਇੱਕ ਸੰਦੇਸ਼ ਵਾਕ ਦੇ ਜੀਵਨ ਦੇ ਅੰਦਰ ਹੋਣੀ। ਹਾਲੇਲੂਇਆ। ਇਸ ਯੁੱਗ ਦੇ ਦੂਤ ਦੇ ਅੰਦਰ ਇਹ ਯੋਗਤਾ ਦਾ ਪਾਇਆ ਜਾਣਾ ਬੜਾ ਜ਼ਰੂਰੀ ਸੀਗਾ। ਹਾਲੇਲੂਇਆ। Hallelujah. ਕਿਉਂਕਿ ਉਹਨੇ ਸਭ ਕਾਸੇ ਨੂੰ ਛੱਡਿਆ। ਕਿੰਨਿਆਂ ਨੇ ਭਾਈ ਬ੍ਰੈਨਮ ਦੀ ਜੀਵਨ ਕਥਾ ਪੜ੍ਹੀ ਹੈ? ਆਮੇਨ। ਇਹ ਹੱਥ ਜਿਹੜੇ 3-4 ਮੈਂ ਦੇਖ ਰਿਹਾ ਨਾ, ਜਿੰਨੇ ਪੜ੍ਹੇ ਲਿਖੇ ਭੈਣ ਭਰਾ ਆ ਉਹਨਾਂ ਨੂੰ ਜੀਵਨ ਕਥਾ ਪੜ੍ਹਨੀ ਬੜੀ ਜ਼ਰੂਰੀ ਆ। ਸੱਚ ਹੈ। ਇਹ ਕੰਪਲਸਰੀ ਕਰ ਲਓ। ਇਹ ਆਪਣੇ ਜਿਵੇਂ ਆਪਾਂ ਚਰਚ ਦੇ ਆਰਡਰ ਦੇ ਬਾਰੇ ਗੱਲ ਕੀਤੀ, ਦਸਤੂਰ ਦੇ ਬਾਰੇ, ਇਹ ਦਸਤੂਰ ਹੀ ਸਮਝ ਲਓ ਕਿ ਇੱਕ ਬੰਦੇ ਦਾ ਜੀਵਨ ਕਥਾ ਦਾ ਪਤਾ ਹੋਣਾ ਬੜਾ ਜ਼ਰੂਰੀ ਆ। ਹਾਲੇਲੂਇਆ। ਕਿ ਅਸੀਂ ਕਿਉਂ ਭਾਈ ਬ੍ਰੈਨਮ ਕਰਦੇ ਰਹਿੰਦੇ ਆ ਕਿ ਉਹਨੇ ਬਹੁਤ ਏਦਾਂ ਦੇ ਪਰਤਾਵਿਆਂ ਨੂੰ ਸਿਆਇਆ। ਆਮੇਨ। ਸੱਚ ਹੈ। ਉਹ ਜਿਸ ਜਥੇਬੰਦੀ ਦੇ ਵਿੱਚ ਇੱਕ ਪਾਸਟਰ ਦਾ ਅਹੁਦਾ ਸੀ ਜਿਹਦਾ ਉਹਦੇ ਕੋਲ, ਉਹਨੇ ਉਸ ਪਾਸਟਰ ਦੇ ਉਸ ਜਥੇਬੰਦੀ ਨੂੰ ਛੱਡ ਕੇ ਰੱਖ ਦਿੱਤਾ। ਉਹਨੇ ਉਸ ਜਥੇਬੰਦੀ ਨੂੰ ਛੱਡਿਆ, ਉਹਨੇ ਉਸ ਸੰਸਥਾ ਦੇ ਵਿੱਚੋਂ ਬਾਹਰ ਆ ਗਿਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਹਨੇ ਦੋਸਤਾਂ ਨੂੰ ਛੱਡ ਦਿੱਤਾ। ਆਮੀਨ। ਸੱਚ ਹੈ। ਉਹਦਾ ਪਰਿਵਾਰ ਜ਼ਿਆਦਾਤਰ ਉਹਦੇ ਤੋਂ ਤੁਹਾਨੂੰ ਪਤਾ ਉਹਦੀ ਵੱਡੀ ਬੇਟੀ, ਉਹਨੇ ਆਪਣੀ ਸਟੇਟਮੈਂਟ ਦੇ ਵਿੱਚ ਆਖਿਆ, ਭਾਈ ਬ੍ਰੈਨਮ ਨੇ ਪੁਲਪਟ ਤੋਂ ਬੋਲਿਆ, ਦੱਸਿਆ ਨਹੀਂ। ਉਹਨੇ ਕਿਹਾ ਕਿ ਮੇਰੀ ਬੇਟੀ ਰਿਬਿਕਾ ਹੀ ਹੈ ਸ਼ਾਇਦ, ਰਿਬਿਕਾ ਕਹਿੰਦੀ ਆ ਕਿ ਮੈਂ ਪ੍ਰਭੂ ਦੇ ਅੱਗੇ ਦੁਆ ਕਰਦੀ ਆ, ਜਾਂ ਕਹਿੰਦੀ ਕਿ ਮੈਂ ਕਦੀ ਅਗਰ ਜੇ ਮੈਂ ਸ਼ਾਦੀ ਕੀਤੀ ਤੇ ਕਿਸੇ ਪ੍ਰਚਾਰਕ ਦੇ ਨਾਲ ਸ਼ਾਦੀ ਨਹੀਂ ਕਰਨੀ। ਆਮੀਨ। ਕਿਉਂਕਿ ਮੈਨੂੰ ਪਤਾ ਕਿ ਮੇਰੀ ਮਾਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ। ਆਮੀਨ। ਕਹਿੰਦੀ ਜ਼ਿਆਦਾਤਰ ਉਹਨੇ ਦੂਰ ਦਰਾੜ ਸੰਗਤੀਆਂ ਦੇ ਵਿੱਚ ਹੀ ਰਹਿਣਾ ਆ, ਜ਼ਿਆਦਾਤਰ ਉਹਨੇ ਸੰਗਤੀਆਂ 'ਚ ਹੀ ਰਹਿਣਾ ਆ, ਤੇ ਜੇ ਘਰੇ ਆਉਣਾ ਵੀ ਆ ਕਦੇ ਤੇ ਲੇਟ ਨਾਈਟ ਆਉਣਾ ਆ। ਆਮੀਨ। ਸੱਚ ਹੈ। ਸੇਵਕ ਬੰਦਿਆਂ ਨੂੰ ਜ਼ਿਆਦਾਤਰ ਘਰੇ ਸੁੱਤੇ ਮਿਲਦੇ, ਬਾਹਰ ਗੇਟ ਹੀ ਖੜਕਾਉਣੇ ਪੈਂਦੇ, ਖੋਲ ਦੋ ਕਿਉਂਕਿ ਇਹਨਾਂ ਦੀ ਨੀਂਦ ਵੀ ਬੜੀ ਭੈੜੀ ਹੈ, ਛੇਤੀ ਉੱਠਦੇ ਹੀ ਨਹੀਂ ਦੇ, ਗੇਟ ਖੜਕਾਉਣੇ ਪੈਂਦੇ। ਔਰ ਕਹਿੰਦੀ ਜੇ ਕਿਤੇ ਲੇਟ ਨਾਈਟ ਆ ਗਿਆ ਕਰੇ ਤੇ ਸੁਬਹ ਮੂੰਹ ਨੇਰੇ ਹੀ ਕਹਿੰਦੀ ਆਦੀ ਬੰਦੂਕ ਚੱਕਣੀ ਤੇ ਜੰਗਲ ਨੂੰ ਭੱਜ ਜਾਣਾ ਇਹਨੇ। ਕਿੰਨੇ ਨੂੰ ਗੱਲ ਸਮਝ ਆਈ? ਕਹਿੰਦੀ ਮੇਰੀ ਮਾਂ ਮੈਨੂੰ ਪਤਾ ਕਿੰਨੇ ਦੁੱਖਾਂ ਚੋਂ ਨਿਕਲ ਰਹੀ ਆ। Amen. ਮੇਰੇ ਪਾਪਾ ਪ੍ਰਚਾਰਕ ਨੂੰ ਚਾਹੀਦਾ ਆ ਕਿ ਕੋਈ ਸਮਾਂ ਮੇਰੀ ਮਾਂ ਨੂੰ ਵੀ ਦੇਵੇ। ਜਿਨ੍ਹਾਂ ਦੇ ਵਿਆਹ ਹੈ ਉਹਨਾਂ ਨੂੰ ਪਤਾ ਮੈਂ ਕੀ ਗੱਲ ਬੋਲ ਰਿਹਾ ਹਾਂ। ਪਰ ਕਹਿੰਦੀ ਉਹ ਮਾਸਾ ਜਿੰਨੀ ਮੇਰੀ ਮਾਂ ਦੀ ਕਦਰ ਨਹੀਂ ਕਰਦਾ। ਕਿਹਨੇ ਨੂੰ ਗੱਲ ਸਮਝਾਈ? ਆਮੀਨ। ਵਚਨ ਨੂੰ ਨਿਕਲ। ਪਰ ਭਾਈ ਬ੍ਰੈਨਮ ਇਹਨਾਂ ਗੱਲਾਂ ਨੂੰ ਬੋਲ ਰਿਹਾ ਪੁਲਪਟ ਤੇ, ਲੱਖਾਂ ਹਜ਼ਾਰਾਂ ਲੋਕਾਂ ਦੇ ਸਾਹਮਣੇ। ਪਰ ਕਹਿੰਦਾ ਮੈਂ ਆਪਣੀ ਬੇਟੀ ਨੂੰ ਕਹਿਣਾ ਚਾਹੁੰਦਾ ਆ, ਸੁਣਿਓ ਅਗਲੀ ਗੱਲ, ਕਹਿੰਦਾ ਮੈਂ ਕਹਿਣਾ ਚਾਹੁੰਦਾ ਆ ਕਿ ਜਿਸ ਸੇਵਕਾਈ ਦਾ ਬੋਝ ਮੇਰੇ ਕੰਧੇ ਤੇ ਆ ਨਾ, ਜਾਂ ਪ੍ਰਭੂ ਨੇ ਮੈਨੂੰ ਜੋ ਗਿਫਟ ਦਿੱਤਾ ਆ, ਮੈਂ ਦਿਲਾਂ ਦੇ ਖਿਆਲ ਬੁੱਝ ਸਕਦਾ ਆ, ਮੈਂ ਕੈਂਸਰ ਤੱਕ ਨੂੰ ਕਹਿੰਦਾ ਠੀਕ ਕਰ ਸਕਦਾ ਆ, ਮੈਂ ਮੁਰਦਿਆਂ ਨੂੰ ਜਿੰਦਾ ਕਰ ਸਕਦਾ ਆ, ਮੈਂ ਮੱਛੀ ਦਾ ਜੀਵਨ ਫੇਰ ਤੋਂ ਉੰਡੇਲ ਸਕਦਾ ਆ, ਮੈਂ ਭੈਣ ਹੈਟਰਾਈਟ ਨੂੰ ਕਹਿ ਸਕਦਾ ਕਿ ਤੂੰ ਮੰਗ ਜੋ ਕੁਝ ਮੰਗ ਸਕਦੀ ਆ, ਤੇਰੇ ਦਿਲ ਦੀ ਇੱਛਾ ਕੀ ਆ, ਜੇ ਮੈਂ ਹੁਣੇ ਨਾ ਦੇ ਪਾਵਾਂ
ਤੇ ਕਹਿੰਦਾ ਮੈਂ ਇੱਕ ਝੂਠਾ ਨਬੀ, प्रचारक ਕਹਿੰਦਾ ਮੈਂ ਜੇ ਨਾ ਦੇ ਸਕਾਂ ਤਾਂ ਕਹਿੰਦਾ ਇਹ ਜਿਹੜਾ ਮੈਨੂੰ ਵਰਦਾਨ ਮਿਲਿਆ ਨਾ, ਇਹ ਜਿਹੜੀ ਮੈਨੂੰ ਪਦਵੀ ਮਿਲੀ ਆ, ਕਹਿੰਦਾ ਜੇ ਮੈਂ ਤੁਹਾਡੇ ਤੋਂ ਦੂਰੀ ਬਣਾ ਰਿਹਾ ਨਾ ਤੇ ਅਸਲ 'ਚ ਮੈਂ ਉਸ ਗਿਫਟ ਦੀ ਸੁਰੱਖਿਆ ਕਰ ਰਿਹਾ ਹਾਂ। आमीन सच है ਮੈਂ ਨਹੀਂ ਚਾਹੁੰਦਾ ਕਿ ਗਿਫਟ ਮੇਰੇ ਤੋਂ ਚਲਾ ਜਾਏ। ਆਮੀਨ ਕਿਹਨਾਂ ਗੱਲ ਸਮਝਾਈ? ਐਦਾਂ ਦੇ ਬਹੁਤ ਸਾਰੇ ਪਰਤਾਵਿਆਂ ਦੇ ਵਿੱਚੋਂ ਦੀ ਨਿਕਲਿਆ ਆ, आमीन ਜਥੇ ਬੱਚਿਆਂ ਨੂੰ ਨੇ ਛੱਡਿਆ, ਯਾਰਾਂ ਦੋਸਤਾਂ ਨੂੰ, ਪਰਿਵਾਰ ਦੀ ਪਰਵਾਹ ਨਹੀਂ ਕੀਤੀ। Amen. ਹਾਲੇਲੂਇਆ। Hallelujah. ਕਿੰਨੇ ਬਿਲੀ ਗ੍ਰਾਮ ਦਾ ਨਾਮ ਜਾਣਦੇ ਆ? Amen. ਔਰਲ ਰੋਬਰਟ ਦਾ ਨਾਮ ਜਾਣਦੇ? आमीन ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਉੱਤੇ ਵਰਲਡ ਪ੍ਰਚਾਰਕ ਦੇ ਨਾਮ ਦੇ ਉੱਤੇ ਮਸ਼ਹੂਰ ਨੇ, ਫੇਮਸ ਵਰਲਡ ਪ੍ਰਚਾਰਕ, ਪਰ ਭਾਈ ਬ੍ਰੈਨਮ ਦਾ ਨਾਮ ਨਹੀਂ ਆਉਂਦਾ। ਕਿਉਂ ਭਲਾ? ਕਿਉਂਕਿ ਇਹਦੀ ਸੰਸਥਾਵਾਂ ਨਾਲ ਬਣੀ ਹੈ। ਆਮੀਨ ਆਮੀਨ ਉਹ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਮਹਾਨ ਪ੍ਰਚਾਰਕਾਂ ਦੇ ਵਿੱਚ ਲਿਆ ਸਕਦਾ ਸੀ, ਪਰ ਉਹ ਆਪਣੀ ਦੁਨੀਆ ਦੀ ਮਹਾਨਤਾ ਦੇ ਵੱਲ ਨਹੀਂ ਗਿਆ। Amen. प्रभु देवाल ਕਿਹਨਾਂ ਨੂੰ ਗੱਲ ਸਮਝ ਆ ਰਹੀ ਆ ਜਿਹੜੀ? आमीन ਅੱਜ ਮਾੜਾ ਜਿਹਾ ਕੋਈ ਪ੍ਰਚਾਰਕ ਉੱਠਦਾ ਕਹਿੰਦਾ ਮੇਰਾ ਲਾਈਵ ਪਾਓ, ਮੇਰਾ ਆ ਕੁਛ ਕਰੋ। ਅੱਜ ਇੱਕ ਕਹਿੰਦੇ ਇੱਥੇ ਵੀ ਉੱਠਿਆ ਆ, ਉਹ ਪੂਰੇ ਫਿਰੋਜ਼ਪੁਰ ਚ ਮੈਂ ਕਹਿੰਦਾ ਸਾਰੇ ਪਾਸੇ ਹੀ ਉਹਦੇ ਫਲੈਗ ਲੱਗੇ ਹੋਏ ਆ, ਪਰ ਉਹਨੇ ਇਹਨਾਂ ਮਸ਼ਹੂਰੀਆਂ ਤੋਂ ਆਪਣੇ ਆਪ ਨੂੰ ਛੁਪਾਇਆ। ਕਾਹਦੇ ਲਈ ਉਹ ਮਸ਼ਹੂਰੀਆਂ ਨਹੀਂ ਸੀ ਚਾਹੁੰਦਾ? Amen. ਉਹ ਕਿਸੇ ਅਸਲ ਚੀਜ਼ ਨੂੰ ਬਿਆਨ ਕਰਕੇ ਗਿਆ ਆ। ਹਾਲੇਲੂਇਆ। हालेलुया ਕਿਹਨਾਂ ਨੂੰ ਗੱਲ ਸਮਝਾਈ? ਸੰਸਥਾ ਵਾਲਿਆਂ ਨੇ ਕਹਿੰਦੇ ਤੈਨੂੰ ਜਹਾਜ਼ ਆਫਰ ਕਰਾਂਗੇ, ਹੈਲੀਕਾਪਟਰ। आमीन सच है ਕਹਿੰਦਾ ਸੌਰੀ ਬ੍ਰਦਰ, ਤੁਹਾਡੀ ਭਾਸ਼ਾ ਮੇਰੀ ਸਮਝ ਤੋਂ ਬਾਹਰ ਆ। ਉਹ ਕਹਿੰਦੇ ਤੈਨੂੰ ਮਾਰ ਦੇਣਾ ਆ, ਕਹਿੰਦਾ ਪ੍ਰਭੂ ਦੇ ਲਈ ਮਰਨਾ ਬਿਹਤਰ ਆ। Amen. ਉਹ ਕਹਿੰਦਾ ਮੈਂ ਨਾਲੀਆਂ ਦਾ ਪਾਣੀ ਪੀ ਲਵਾਂਗਾ, ਕਾਫੂਸ ਖਾ ਕੇ ਜੀ ਲਵਾਂਗਾ, अच्छा ਪਰ ਵਚਨ ਦੇ ਨਾਲ ਕਹਿੰਦਾ ਕੋਈ ਸਮਝੌਤਾ ਨਹੀਂ ਕਰਾਂਗਾ। ਆਮੀਨ ਇਹ ਆ ਸਟੈਂਡਰਡ ਮੈਸੇਜ ਦਾ, ਆਮੀਨ ਇਹ ਆ ਸਟੈਂਡਰਡ ਸਾਡੇ ਯੁੱਗ ਦੇ ਨਬੀ ਦਾ। ਆਓ ਅਸੀਂ ਸਾਬਤ ਦੇ ਸਿਰਾਂ ਨੂੰ ਝੁਕਾਈਏ। तेरी वडियाई प्रभु यीशु मसीह तेरा धन्यवाद करते हैं प्रभु सोने प्रचार दे लई तेरा शुक्र करते हैं। सचमुच सानू हलूना मारिया है प्रभु, तू सानू चौकस कीता है प्यारे खुदावन, तू सानू चेतावनी दिती है प्रभु। ओ मेरे प्रभु यीशु ਓ ਮਹਾਨ ਸਵਰਗੀ ਬਾਪ ਸਬਾਨੀ, तेरा तेरी धन्यवाद। होर नेड़ता दे विच आईए प्रभु तेरे ਪ੍ਰਭੂ ਕਿੰਨੀ ਮਹਾਨ ਗੱਲ ਹੈ ਪ੍ਰਭੂ ਕਿ ਤੂੰ ਸਾਡੇ ਦਿਨਾਂ ਦੇ ਵਿੱਚ ਇੱਕ ਨਬੀ ਭੇਜਿਆ ਹੈ ਪ੍ਰਭੂ। तेरी महिमा करते हैं प्रभु। ਤੂੰ ਸਾਨੂੰ ਬਚਾ ਲੈਣਾ ਚਾਹੁੰਦਾ ਹੈ ਪ੍ਰਭੂ, ਤੂੰ ਸਾਨੂੰ ਛੁਟਕਾਰਾ ਦੇਣਾ ਚਾਹੁੰਦਾ ਹੈ ਪ੍ਰਭੂ। काल आज ते युगो जो इको जा परमेश्वर है। ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ ਉਸ ਵਧੀਆ ਨਬੀ ਦੇ ਲਈ ਪ੍ਰਭੂ, धन्यवाद करते हैं प्रभु, ਤੇਰਾ ਧੰਨਵਾਦ ਕਰਦੇ ਹਾਂ ਉਸ ਸੰਦੇਸ਼ ਵਾਕ ਦੇ ਲਈ ਪ੍ਰਭੂ, सच्चा तू जिंदा ਜੋ ਤੂੰ ਸਾਡੇ ਲਈ ਦਿੱਤਾ ਹੈ ਪ੍ਰਭੂ। मेहरबान है प्रभु, ਉਹ ਮਿਹਰਬਾਨ ਪ੍ਰਭੂ, तेरी वडियाई ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ।